ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਦੋਸਤੋ। ਤੁਹਾਡੀ ਤਹਿ ਦਿਲੋਂ ਤੋਂ ਧੰਨਵਾਦੀ ਪ੍ਰਦੀਪ ਕੌਰ ਹਾਜ਼ਰ ਹੈ ਤੁਹਾਡੇ ਸਾਹਮਣੇ। ਤੁਹਾਡੀਆਂ ਜਿਹੜੀਆਂ ਦਿਲ ਵਿੱਚੋਂ ਦਿੱਤੀਆਂ ਹੋਈਆਂ ਦੁਆਵਾਂ ਮੇਰੇ ਲਈ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਨੇ। ਤੁਹਾਡਾ ਗੋਡ ਬਲੈਸ ਯੂ ਕਹਿਣਾ ਇੱਦਾਂ ਲੱਗਦਾ ਕਿ ਤੁਸੀਂ ਆਪਣੇ ਰੂਹ ਤੋਂ ਮੈਨੂੰ ਕਿਹਾ ਵਾ ਤੇ ਮੈਨੂੰ ਮਿਲ ਜਾਂਦਾ। ਜਦੋਂ ਹੀ ਤੁਸੀਂ ਇਹ ਲਫ਼ਜ਼ ਬੋਲਦੇ ਜੇ ਤੇ ਮੈਨੂੰ ਮਿਲ ਜਾਂਦਾ। ਮੈਂ ਰੱਬ ਦੇ ਹਾਜ਼ਰ ਨਾਜ਼ਰ ਮਤਲਬ ਕਿ ਮਹਿਸੂਸ ਕਰਨ ਲੱਗ ਪੈਂਦੀ ਹਾਂ ਕਿ ਤੁਹਾਡੇ ਰਾਹੀਂ ਰੱਬ ਮੈਨੂੰ ਆਸ਼ੀਰਵਾਦ ਭੇਜ ਰਿਹਾ। ਆਪਾਂ ਸਟੋਰੀ ਅੱਗੇ ਸ਼ੁਰੂ ਕਰਦੇ ਹਾਂ। ਕੱਲ੍ਹ ਮੈਂ ਥੋੜ੍ਹਾ ਜਿਹਾ ਇੱਧਰ ਸਟੋਰ 'ਤੇ ਮਾਲ ਚਲੇ ਗਈ ਸੀ, ਨਿਊ ਜਰਸੀ, ਅਤੇ ਹੋਰ ਗੱਲ ਸ਼ੁਰੂ ਹੋਈ ਸੀ ਬਾਰਡਰ ਤੱਕ ਦੀ, ਅਜੇ ਮੈਂ ਅਮਰੀਕਾ ਸੈਂਟਰ ਨਹੀਂ ਹੋਈ। ਪਰ ਤੁਹਾਨੂੰ ਪਤਾ ਕਿ ਇੰਨੇ ਸਾਲਾਂ ਦੀਆਂ ਗੱਲਾਂ ਨੇ ਅਤੇ ਇੱਕ ਮਿੰਟ ਵਿੱਚ ਤਾਂ ਨਹੀਂ ਨਾ ਹੁੰਦੀਆਂ। ਅਤੇ ਫਿਰ ਮੈਂ ਜਦੋਂ ਫੋਨ ਬੰਦ ਕਰ ਦਿੰਦੀ ਹਾਂ ਜਾਂ ਵੀਡੀਓ ਬੰਦ ਕਰ ਦਿੰਦੀ ਹਾਂ ਅਤੇ ਬਾਅਦ ਵਿੱਚ ਮੈਨੂੰ ਖਿਆਲ ਆਉਂਦਾ ਕਿ ਆ ਵੀ ਟੱਚ ਕਰਨਾ ਸੀ, ਤੁਹਾਡੇ ਨਾਲ ਵੀ ਦੱਸਣਾ ਸੀ। ਮੈਂ ਤੁਹਾਨੂੰ ਫਿਰ ਬਾਰਡਰ ਤੋਂ ਵਾਪਸ ਅਮਰੀਕਾ 'ਚ ਅਜੇ ਆਪਾਂ ਇੰਟਰ ਨਹੀਂ ਹੋਏ ਅਤੇ ਤੁਹਾਨੂੰ ਮੈਂ ਫਿਰ ਪਨਾਮਾ ਖੜਨਾ ਚਾਹੁੰਦੀ ਹਾਂ ਕਿ ਕੁਛ ਮਿੰਟ ਮੈਂ ਹੱਸੀ ਵੀ ਸੀ, ਕੁਛ ਮਿੰਟ ਮੈਂ ਬਹੁਤ ਆਪਣੇ ਦਿਲ ਦਾ ਸਕੂਨ ਵੀ ਕੀਤਾ ਸੀ। ਮੇਰੀ ਮਦਰ ਦੀ ਚਿੱਠੀ ਆਈ ਕਿ ਮੇਰੇ ਬ੍ਰਦਰ ਲਈ ਮਤਲਬ ਕਿ ਕੁੜੀ ਵੇਖੀ ਗਈ ਆ ਅਤੇ ਉਹਦਾ ਮਤਲਬ ਕਿ ਸੋਚਦੇ ਵਿਆਹ ਕਰ ਦਈਏ, ਪਰ ਮੈਨੂੰ ਪਤਾ ਕਿ ਤੂੰ ਨਹੀਂ ਆ ਸਕਦੀ। ਦੂਸਰਾ, ਮੈਨੂੰ ਚਿੱਠੀ ਤੋਂ ਇੱਦਾਂ ਹੀ ਲੱਗਦਾ ਸੀ ਕਿ ਇੰਨਾ ਵੀ ਨਹੀਂ ਕੋਈ ਖਿੱਚ ਨਹੀਂ ਹੈਗੀ ਕਿ ਮੈਨੂੰ ਹੈ ਨਾ, ਮਤਲਬ ਕਿ ਜਿਵੇਂ ਕਿ ਆ ਹੋਵੇ ਪਿਆ ਜਾ, ਪਰ ਆ ਵੀ ਨਹੀਂ ਸਕਦੀ ਜੋ ਟਿਕਟ ਲਈ ਪੈਸੇ ਨਹੀਂ ਹੈਗੇ ਮੇਰੇ ਕੋਲ, ਹੈ ਨਾ। ਦੂਸਰਾ ਇਹ ਉਹਨਾਂ ਨੇ ਕੀਤਾ ਸੀ ਚਿੱਠੀ ਵਿੱਚ ਕਲੀਅਰ ਕਿ ਜਿਸ ਤਰ੍ਹਾਂ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਉੱਥੋਂ ਦੇ, ਪੰਜਾਬ ਦੇ, ਇੰਡੀਆ ਦੇ, ਬਹੁਤ ਜ਼ਿਆਦਾ ਟੈਰੋਰਿਸਟ ਆ, ਬਹੁਤ ਜ਼ਿਆਦਾ ਮਤਲਬ ਕਿ ਜੋ ਰਿਹਾ ਘਰਾਂ 'ਚ ਆ ਜਾਂਦੇ ਅਤੇ ਫਿਰ ਇਸ ਕਰਕੇ ਚਾਹੁੰਦੇ ਕਿ ਮੁੰਡਾ ਹੈ ਨਾ ਬਚਿਆ ਰਵੇ ਅਤੇ ਜਲਦੀ ਵਿਆਹ ਕਰਨਾ। ਵਿਆਹ ਦੇ ਵਿੱਚ ਮਤਲਬ ਕਿ ਉਹਨਾਂ ਨੇ ਕਿਹਾ ਹੋਇਆ ਕਿ ਉਹਨਾਂ ਨੇ ਬਣਾਇਆ ਹੋਇਆ ਜਿਹੜੇ ਮਤਲਬ ਕਿ ਮਤਲਬ ਕਿ ਉਸ ਟਾਈਮ ਦੇ ਮਾਹੌਲ ਨੇ ਬਣਾਇਆ ਹੋਇਆ ਹੈ ਕਿ 5 ਤੋਂ ਜ਼ਿਆਦਾ ਜੇ ਤੁਸੀਂ ਵਿਆਹ ਕਰਨਾ ਵੀ ਆ 5 ਤੋਂ ਜ਼ਿਆਦਾ ਲੋਕ ਨਾ ਜਾਣ, ਹੈ ਨਾ, ਜਾਂ ਕੁਛ ਆ। ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ। ਅਤੇ ਮੈਂ ਆਖਿਆ ਹਾਏ, ਮੇਰਾ ਦਿਲ ਤੱਕ ਮੇਰਾ ਇੱਕੋ ਬ੍ਰਦਰ ਸੀ ਅਤੇ ਮੈਨੂੰ ਯਾਦ ਹੈ ਜਦੋਂ ਮੈਂ ਪਨਾਮਾ 'ਚ ਕਦੀ ਕਿਸੇ ਦੇ ਘਰ ਪਾਰਟੀ ਕਿਸੇ ਦੇ ਜਾਂਦੀ ਅਤੇ ਉਹਨਾਂ ਮੈਨੂੰ ਦੱਸਣਾ ਕਿ ਅਸੀਂ ਆਪਣੇ ਬ੍ਰਦਰ ਦੀ ਸ਼ਾਦੀ 'ਤੇ ਨਹੀਂ ਗਏ ਇੱਦਾਂ। ਅਤੇ ਮੈਂ ਕਿਹਾ ਉਹ ਤੁਸੀਂ ਹੋ ਗਏ, ਮੈਂ ਇੱਦਾਂ ਕਦੀ ਨਹੀਂ ਕਰ ਸਕਦੀ, ਮੈਂ ਤਾਂ ਜਾਊਂਗੀ। ਪਰ ਇਹ ਨਹੀਂ ਪਤਾ ਕਿ ਇਨਸਾਨ ਜੋ ਕਹਿ ਰਿਹਾ ਹੁੰਦਾ ਉਹਦੇ 'ਤੇ ਹੀ ਅਪਲਾਈ ਹੋ ਜਾਣਾ ਹੁੰਦਾ ਕਿ ਵੇਖ ਤੇਰੇ ਹੈ ਨਾ ਤੇਰੀ ਕਰਤੂਤ ਤੈਨੂੰ ਰੱਬ ਕੇਂਦਰ ਦਿਖਾਉਣਾ ਕਿ ਤੂੰ ਕਿੱਥੋਂ ਤੱਕ ਜਾ ਸਕਦੀ ਆ। ਅਤੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਨਹੀਂ ਮੈਂ ਜਾਊਂਗੀ, ਮੇਰਾ ਤਾਂ ਇੱਕੋ ਇੱਕ ਵੀਰ ਆ ਅਤੇ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਮੈਂ ਨਾ ਜਾਵਾਂ। ਪਰ ਇੱਦਾਂ ਹੀ ਹੋਇਆ ਮੈਨੂੰ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਇਹ ਫੋਟੋਆਂ ਭੇਜ ਦਿਓ ਜਾਂ ਸਾਰਾ ਕੁਛ। ਅਤੇ ਉਹਨਾਂ ਕਿਹਾ ਠੀਕ ਹੈ। ਅਤੇ ਵਿਆਹ ਦੀ ਵੀ ਪੂਰੀ ਉਹਨਾਂ ਐਲਬਮ ਹੀ ਤਿਆਰ ਕਰਕੇ ਮੈਨੂੰ ਭੇਜ ਦਿੱਤੀ ਸੀ। ਅਤੇ ਜਦੋਂ ਮੈਨੂੰ ਪਤਾ ਲੱਗਾ ਸੀ ਨਾ ਮੇਰੇ ਬ੍ਰਦਰ ਦਾ ਵਿਆਹ ਵਾ ਅਤੇ ਮੈਂ ਡੋਰ ਬੰਦ ਕਰਕੇ 5 ਘੋੜੀਆਂ ਗਾਈਆਂ ਇਕੱਲੀ ਨੇ ਬੈਠ ਕੇ। ਫਿਰ ਮੈਂ ਨੱਚੀ, ਖੂਬ ਨੱਚੀ, ਇੱਦਾਂ ਗਿੱਧਾ ਪਾ ਕੇ ਨੱਚੀ। ਅਤੇ ਜਦੋਂ ਮੈਂ ਨੱਚੀ ਅਤੇ ਬੜਾ ਮੈਂ ਨੱਚੀ, ਬੜੀ ਮੈਂ ਖੁਸ਼ ਰਹੀ, ਖੁਸ਼ ਮਤਲਬ ਬਹੁਤ ਉਹਨਾਂ ਦੇ ਨੱਚ। ਫਿਰ ਉਹਨਾਂ ਨੇ ਮੈਨੂੰ ਸਾਰੀਆਂ ਫੋਟੋਆਂ ਆਉਣੀਆਂ ਸ਼ੁਰੂ ਹੋਈਆਂ, ਫਿਰ ਮੈਂ ਇੱਦਾਂ ਸਾਰੇ ਵੇਖਣੀਆਂ, ਮੈਂ ਕੰਧਾਂ 'ਤੇ ਲਾਈ ਰੱਖਣੀਆਂ। ਫਿਰ ਸਾਲ ਬਾਅਦ ਮੈਨੂੰ ਖਬਰੀ ਆਈ ਕਿ ਮੇਰੇ ਭਤੀਜਾ ਹੋਇਆ ਵਾ। ਫਿਰ ਮੈਂ ਨੱਚੀ, ਵੀਰ ਘਰ ਪੁੱਤ ਜੰਮਿਆ, ਚੰਨ ਚੜਿਆ ਬਾਪ ਦੇ ਵਿਹੜੇ, ਮੈਂ ਇੱਦਾਂ ਬਹੁਤ ਨੱਚੀ। ਫਿਰ ਮੈਂ ਜਿਨ੍ਹਾਂ ਦੇ ਗੁਰਦੁਆਰਾ ਸਾਹਿਬ ਸੀ ਉਹਨਾਂ ਨੂੰ ਮੈਂ ਕਿਹਾ ਕਿ ਮੇਰਾ ਵੀ ਦਿਲ ਕਰਦਾ ਕਿ ਮੈਂ ਕੁਛ ਕਰਾਂ ਇੱਥੇ। ਅਤੇ ਉਹਨਾਂ ਨੇ ਕਿਹਾ ਠੀਕ ਆ ਕਿ ਮੈਂ ਉਹਨਾਂ ਨੇ ਲੱਡੂ ਬਣਾਏ ਸੀ ਅਤੇ ਅਸੀਂ ਲੱਡੂ ਮਤਲਬ ਵੰਡੇ ਸੀ, ਉਹ ਮੈਨੂੰ ਬਹੁਤ ਖੁਸ਼ੀ। ਅਤੇ ਇੱਕ ਮੇਰੇ ਜਦੋਂ ਬ੍ਰਦਰ ਦਾ ਵਿਆਹ ਸੀ ਉਹਨਾਂ ਦਿਨਾਂ 'ਚ ਨਾ ਮੈਂ ਜਿੰਨੇ ਮੇਰੇ ਬ੍ਰਦਰ ਦੇ ਆਲੇ ਦੁਆਲੇ ਨੰਬਰ ਘੁੰਮਦੇ ਸੀ ਅਤੇ ਇੱਕ ਲਾਗੇ ਜਿਵੇਂ ਸਟੋਰ ਨਹੀਂ ਹੁੰਦੇ, ਛੋਟੇ ਛੋਟੇ ਰਿਟੇਲ ਸਟੋਰ ਹੁੰਦੇ ਆ, ਅਤੇ ਮੈਂ ਉੱਥੇ ਜਾ ਕੇ ਅਤੇ ਇੱਕ ਛੋਟੀ ਜਿਹੀ ਲਾਟੋ ਲਈ ਸੀ। ਮੈਂ ਪੂਰੇ ਨੰਬਰ ਜਿੰਨੇ ਨੰਬਰ ਮੈਂ ਉਹਦੇ ਆਲੇ ਦੁਆਲੇ ਘੁੰਮਦੇ ਸੀ, ਉਹਦੇ ਬਰਥਡੇ ਦੇ ਸਾਰਾ ਕੁਛ, ਵਿਆਹ ਦੇ ਸਾਰਾ ਕੁਛ ਮੈਂ ਉਹ ਨੰਬਰ ਕੀਤੇ। ਅਤੇ ਮੈਂ ਉਸ ਤੋਂ ਬਾਅਦ ਅਗਲੇ ਦਿਨ ਗਈ ਅਤੇ ਮੇਰੀ ਲਾਟੋ $200 ਦੀ ਨਿਕਲੀ ਹੋਈ, ਉਹ ਸਾਰੇ ਨੰਬਰ ਮੈਚ ਕੀਤੇ ਸੀ। ਮੈਨੂੰ ਲੱਗਦਾ 1-2 ਨਹੀਂ ਹੋਏ ਹੋਣਗੇ, ਉਹਨਾਂ ਨੇ ਕਿਹਾ $200 ਨਿਕਲੇ, ਮੈਂ $200 ਲੈ ਕੇ ਘਰ ਆ ਗਈ। ਚਲੋ ਅੱਗੋਂ ਆਪਾਂ ਸਟੋਰੀ ਵੀ, ਕਿਉਂਕਿ ਮੇਰੀਆਂ ਫਰੈਂਡ ਨੇ ਕਿਹਾ ਕਿ ਕੁਛ ਰੋਮਾਂਟਿਕ ਪਲ ਵੀ ਦਿਖਾਇਆ ਕਰ, ਹੈ ਨਾ, ਮਤਲਬ ਕਿ ਹੁਣ ਦੀ ਜ਼ਿੰਦਗੀ ਦੇ ਕੁਛ। ਅਤੇ ਉਹ ਫਿਰ ਮੈਂ ਇਸ ਕਰਕੇ ਸਟੋਰੀ ਨੂੰ ਮਤਲਬ ਜਲਦੀ ਮਤਲਬ ਸ਼ੁਰੂ ਕਰਾਂ ਅਤੇ ਪਹੁੰਚ ਸਕੀ ਆਪਾਂ ਉਸ ਸਿੱਟੇ 'ਤੇ ਕਿ ਕਿਵੇਂ ਮੈਂ ਘਰੋਂ ਬਾਹਰ ਮੈਨੂੰ ਕੱਢਿਆ ਗਿਆ ਸੀ। ਅਤੇ ਇਸ ਕਰਕੇ ਚਲੋ ਚੱਲਦੇ ਹਾਂ। ਅਮਰੀਕਾ 'ਚ ਪਹੁੰਚ ਗਏ। ਅਮਰੀਕਾ 'ਚ ਪਹਿਲੋਂ ਮੈਂ LA ਪਹੁੰਚੀ ਹਾਂ। ਉੱਥੇ ਵੀ ਕਿਸੇ ਨੇ ਗਾਂ ਕਿਸੇ ਰਿਸ਼ਤੇਦਾਰਾਂ ਦੇ ਘਰ ਰਹੀ ਹਾਂ 2 ਦਿਨ, ਕਿਉਂਕਿ ਉਹ ਅੱਗੇ ਲੈਣ ਨਹੀਂ ਮੈਨੂੰ ਆਇਆ।
ਇੱਕ ਲੈਣ ਨਹੀਂ ਆਇਆ, ਇੱਕ ਪਤਾ ਨਹੀਂ ਟਿਕਟ ਦਾ ਇੰਤਜ਼ਾਮ ਨਹੀਂ ਹੋਇਆ ਜਾਂ ਕੀ ਹੋਇਆ। ਉਸ ਤੋਂ ਬਾਅਦ ਫਿਰ ਐਲੇ ਤੋਂ ਕਿੰਨੀ ਕੁ ਦੂਰ ਆ ਜਾਣਾ ਹੈਗਾ ਸੀ ਮੈਂ ਉੱਥੇ ਹੇਵਰਡ ਤੱਕ ਪਹੁੰਚਣਾ ਸੀ ਉਸ ਟਾਈਮ ਤੇ ਫਲਾਈਟ ਤੇ ਉੱਥੋਂ ਲੈਣੀ ਪੈਣੀ ਸੀ ਨਾ। ਫਿਰ 2 ਦਿਨ ਮੈਨੂੰ ਮੇਰਾ ਖਿਆਲ ਉਹਨਾਂ ਦੇ ਘਰ ਰੁਕਣਾ ਪਿਆ। ਉਹਨਾਂ ਬਹੁਤ ਹੀ ਇੱਜ਼ਤ ਪਿਆਰ ਦਿੱਤਾ ਜਿਨ੍ਹਾਂ ਦੇ ਘਰ ਰਹਿ ਗਈ। ਜਿਹੜੇ ਮੇਰੀ ਜ਼ਿੰਦਗੀ 'ਚ ਆਏ ਆ ਨਾ, ਮੈਂ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ, ਮੈਂ ਉਹਨਾਂ ਦੇ ਸਾਹਮਣੇ ਵੀ ਉਹਨਾਂ ਦੀ ਇੱਜ਼ਤ ਬਹੁਤ ਜ਼ਿਆਦਾ ਕੀਤੀ ਆ ਤੇ ਉਹਨਾਂ ਦੀ ਪਿੱਠ ਦੇ ਪਿੱਛੇ ਵੀ ਇੱਜ਼ਤ ਬਹੁਤ ਜ਼ਿਆਦਾ ਕੀਤੀ। ਜਿਵੇਂ ਮੇਰੇ ਆਂਟੀ ਅੰਕਲ ਜਿਹੜੇ ਮੈਨੂੰ ਮਤਲਬ ਕਿ ਅਮਰੀਕਾ ਤੋਂ ਇੰਡੀਆ ਤੋਂ ਪਨਾਮਾ ਤੱਕ ਆਂਦਾ। ਪਨਾਮਾ ਦਾ ਸਫ਼ਰ ਮੇਰਾ ਆਪਣਾ ਸੀ, ਇਹ ਮੇਰਾ ਸਫ਼ਰਨਾਮਾ ਆਪਣਾ ਵਾ, ਆਪਣੀ ਮਿਹਨਤ ਦੇ ਸਦਕੇ ਮੈਂ ਪਹੁੰਚੀ। ਪਰ ਉਹ ਨਾ ਮੈਨੂੰ ਉੱਥੇ ਪਹੁੰਚਾਉਂਦੇ ਤੇ ਮੈਂ ਕਦੀ ਸ਼ੁਕਰਗੁਜ਼ਾਰ ਨਹੀਂ ਹੁੰਦੀ। ਮਤਲਬ ਕਿ ਮੈਂ ਵੀ ਉਹ ਉੱਥੇ ਨਾ ਪਹੁੰਚਾਉਂਦੇ ਤੇ ਆਈ ਮੀਨ ਇੱਥੇ ਨਾ ਪਹੁੰਚਦੀ। ਮੈਂ ਹਮੇਸ਼ਾ ਕਹਿਣਾ ਇਹ ਸੀ ਕਿ ਮੈਂ ਹਮੇਸ਼ਾ ਸ਼ੁਕਰਗੁਜ਼ਾਰ ਔਰ ਹਮੇਸ਼ਾ ਉਹਨਾਂ ਦਾ ਥੈਂਕ ਯੂ ਕਰਦੀ ਰਹਿੰਦੀ। ਉਹਨਾਂ ਲੋਕਾਂ ਦਾ ਮੈਂ ਤਾਂ ਉਹਨਾਂ ਲੋਕਾਂ ਦਾ ਵੀ ਕਰਦੀ। ਮੇਰੇ ਕੰਮ ਦੇ ਹੁੰਦੇ ਕੋਈ ਬੱਚਾ ਹੁੰਦਾ ਮੇਰਾ ਪੈਨ ਥੱਲੇ ਡਿੱਗ ਜਾਂਦਾ ਤਾਂ ਉਹ ਮੈਨੂੰ ਕੋਈ ਫੜਾ ਦੇਣਾ ਥੱਲੇ ਤੇ ਮੈਂ ਉਹ ਮਹੀਨੇ ਯਾਦ ਰੱਖਦੀ ਹਾਂ। ਤੇ ਇਹ ਤੇ ਬਹੁਤ ਵੱਡਾ ਕੰਮ ਹੀ ਨਾ। ਤੇ ਇਸ ਕਰਕੇ ਮੈਂ ਉਹਨਾਂ ਲੋਕਾਂ ਦੀ ਸਾਰਿਆਂ ਦੀ ਇੱਜ਼ਤ ਕਰਦੀ ਹੁੰਦੀ ਜਿਹੜੇ ਮੇਰੀ ਜ਼ਿੰਦਗੀ 'ਚ ਆ ਕੇ ਜਿਨ੍ਹਾਂ ਨੇ ਮੇਰੇ ਲਈ ਥੋੜਾ ਬਹੁਤਾ ਵੀ ਅੱਗੇ ਵੱਧ ਕੇ ਤੇ ਮੈਨੂੰ ਸਹਾਰਾ ਦਿੱਤਾ ਜਾਂ ਸਪੋਰਟ ਦਿੱਤੀ ਉਸ ਟਾਈਮ। ਤੇ ਉਹ ਜਿਨ੍ਹਾਂ ਲੋਕਾਂ ਨੇ ਬੁਲਾਇਆ ਮੈਂ ਉਹਨਾਂ ਦੀ ਹਮੇਸ਼ਾ ਸ਼ੁਕਰਗੁਜ਼ਾਰ ਆਪਣੇ ਰੱਬ ਕੋ। ਉਹਨਾਂ ਮੈਂ ਵੱਖਰੀ ਗੱਲ ਆ ਕਿ ਉਹ ਕਿੱਦਾਂ ਦੇ ਲੋਕ ਤਾਰੀਫ ਮੰਗਦੇ ਆ, ਉਹ ਨਾ ਦੇ ਸਕੀ ਹੋਵਾਂ, ਪਰ ਮੈਂ ਆਪਣੇ ਰੱਬ ਕੋ ਹਮੇਸ਼ਾ ਉਹਨਾਂ ਲੋਕਾਂ ਦੀਆਂ ਅਰਦਾਸਾਂ ਕਰਦੀ ਹਾਂ ਕਿ ਉਹ ਚੜ੍ਹਦੀ ਕਲਾ 'ਚ ਰਹਿਣ ਜਿਹਨੇ ਮੇਰੇ ਸਹਾਰਾ ਦਿੱਤਾ, ਮੇਰੇ ਦੁਸ਼ਮਣਾਂ ਦੇ ਵੀ ਰਹਿਣ। ਚਲੋ ਅੱਗੇ ਸ਼ੁਰੂ ਕਰਦੇ ਹਾਂ ਅਮਰੀਕਾ ਦਾ ਸਫ਼ਰ। ਫਿਰ 2 ਦਿਨਾਂ ਬਾਅਦ ਮੈਂ ਪਹੁੰਚੀ ਜੀ ਸੈਨ ਫਰਾਂਸਿਸਕੋ। ਲੰਬੀ ਬਰੀਥ ਲਈ ਮੈਨੂੰ ਇੱਦਾਂ ਲੱਗਾ ਵਾਓ ਇਹ ਯੂਨਾਈਟਡ ਸਟੇਟ ਬੜਾ ਪਿਆਰਾ। ਏਅਰਪੋਰਟ 'ਤੇ ਆਉਂਦੇ ਹੀ ਉੱਥੇ ਵੀ ਉਹਨੇ ਆਉਣ 'ਤੇ ਟਾਈਮ ਲਾਤਾ ਹਮੇਸ਼ਾ ਹੀ ਦੀ ਤਰ੍ਹਾਂ। ਤੇ ਪਰ ਮੈਂ ਉੱਥੇ ਬੈਠੀ ਹੋਈ ਹਾਂ ਇੱਕ ਫੋਨ ਦੇ ਲਾਗੇ, ਪਰ ਮੈਂ ਬੈਠੀ ਨਹੀਂ ਹਾਂ, ਮੈਂ ਭੱਜੀ ਫਿਰਨ ਡਈ ਹਾਂ। ਮਤਲਬ ਕਿ ਆਲੇ ਦੁਆਲੇ ਵੇਖਣ ਡਈ ਹਾਂ ਕਿ ਮੈਂ ਕਿ ਇੱਦਾਂ ਤੁਹਾਨੂੰ ਮਹਿਸੂਸ ਹੋ ਜਾਂਦਾ ਵਾ ਕਿਹੜੇ ਦੇਸ਼ 'ਚ ਤੁਸੀਂ ਰਹਿ ਕੇ ਆਉਂਦੇ, ਜਿਸ ਦੇਸ਼ 'ਚ ਤੁਸੀਂ ਗਾਂਹ ਜਾਂਦੇ ਆ ਤੁਹਾਨੂੰ ਮਤਲਬ ਕਿ ਉਹਦੀ ਜਿਵੇਂ ਘਰ ਦੇ ਭਾਗ ਜਿਹੜੇ ਆ ਕਹਿੰਦੇ ਆ ਨਾ ਡਿਊਟੀ ਤੋਂ ਹੀ ਪਛਾਣੇ ਜਾਂਦੇ ਆ ਹੈ ਨਾ। ਹਰ ਘਰ ਦੇ ਭਾਗ ਜਿਹੜੇ ਆ ਹਰ ਘਰ ਦੇ ਅੰਦਰ ਕੀ ਹੋਣ ਡਿਆ ਉਹਦੀ ਡਿਊਟੀ ਤੋਂ ਹੀ ਪਛਾਣੇ ਜਾਂਦੇ ਆ। ਇਸੇ ਤਰ੍ਹਾਂ ਹੀ ਜਦੋਂ ਹੀ ਤੁਸੀਂ ਇਹ ਦੇਸ਼ ਵਿੱਚ ਦਾਖਲ ਹੁੰਦੇ ਨੇ, ਜਦੋਂ ਤੁਸੀਂ ਏਅਰਪੋਰਟ ਤੋਂ ਉਤਰਦੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਹੈ ਨਾ ਇੱਥੇ ਤੁਹਾਨੂੰ ਕੀ ਮਿਲਣ ਵਾਲਾ, ਜਾਂ ਇੱਥੋਂ ਦੀ ਹਵਾ ਕਿੱਦਾਂ ਦੀ ਹੈ, ਇੱਥੋਂ ਦੇ ਲੋਕ ਕਿੱਦਾਂ ਮਤਲਬ ਕਿੰਨਾ ਵਧੀਆ ਨੇ। ਉਸ ਟਾਈਮ ਬਹੁਤ ਹੁਣ ਨਾਲੋਂ ਤੇ ਜ਼ਮੀਨ ਸਮਾਨ ਦਾ ਫਰਕ ਆ ਉਸ ਟਾਈਮ ਦੇ ਅਮਰੀਕਾ 'ਚ ਬਹੁਤ ਵਧੀਆ। ਤੇ ਜਿਹੜੇ ਮੇਰੇ ਤੋਂ ਵੀ ਪਹਿਲਾਂ ਦੇ ਆਏ ਉਹ ਤੇ ਦੱਸਦੇ ਕਿ ਇੱਕ ਪਰੀਆਂ ਦਾ ਹੀ ਦੇਸ਼ ਸੀ, ਇੰਨਾ ਖੂਬਸੂਰਤ ਸੀ। ਤੇ ਜਦੋਂ ਮੈਂ ਆਈ ਉਦੋਂ ਤਾਂ ਖੈਰ ਉਹ ਕੈਲੀਫੋਰਨੀਆ ਪੂਰੇ ਸਾਡੇ ਲੋਕਾਂ ਨਾਲ, ਦੇਸੀ ਲੋਕਾਂ ਨਾਲ ਸਭ ਨਾਲ ਭਰੀ ਹੋਈ ਸੀ। ਸਾਰੇ ਇਮੀਗ੍ਰੈਂਟ ਲੋਕ ਸੀ ਉੱਥੇ ਗੋਰਾ ਕਦੀ ਵੇਖਣ ਨੂੰ ਵੀ ਨਹੀਂ ਉੱਦਾਂ ਮਿਲਿਆ ਮੈਨੂੰ। ਗੋਰੇ ਮੈਂ ਵੇਖਿਆ ਹਿਊਸਟਨ 'ਚ ਦੇਖਿਆ, ਇੱਥੇ ਦੇਖੇ ਨੇ, ਪਰ ਉੱਥੇ ਕਿਤੇ ਕੋਈ ਵਿਚਾਰਾ ਭੁੱਲਦਾ ਭੁਲਾਦਾ ਆ ਜਾਏ ਤਾਂ ਇੱਦਾਂ ਲੱਗਦਾ ਜਿਵੇਂ ਗੈਸਟ ਆਇਆ ਹੈ ਨਾ ਕੈਲੀਫੋਰਨੀਆ 'ਚ। ਖੈਰ ਮੈਂ ਆ ਗਈ ਉਸ ਰਾਤ। ਇਹ ਕਿਸੇ ਦੇ ਮੈਂ ਕਿਹਾ ਵੀ ਪਹਿਲਾਂ ਕਿ ਚੱਲ ਤੂੰ ਹੈ ਨਾ ਆਪਾਂ ਅਪਾਰਟਮੈਂਟ ਜਾਂ ਕੁਛ ਚਲੋ ਨਹੀਂ ਇੰਤਜ਼ਾਮ ਕਰੇ, ਕੋਈ ਵੀ ਨਹੀਂ ਨਵਾਂ ਕਰ ਸਕਦਾ ਤਾਂ ਕਿਸੇ ਦੇ ਘਰ ਹੀ ਆਂਦਾ ਜਿੱਥੇ ਕੰਮ ਕਰਦਾ ਸੀ ਉਹਨਾਂ ਦੇ ਘਰ ਹੀ ਰਹੇ। ਪਤਾ ਨਹੀਂ ਗਰਾਸ ਸੀ, ਉਹਨਾਂ ਨੇ ਕਮਰਾ ਸੈੱਟ ਕੀਤਾ ਸੀ, ਵਿੱਚ ਕਿਚਨ ਸੀ। ਖੈਰ ਮੈਂ ਆਈ, ਆ ਕੇ ਬਸ ਬੈਠੀ ਹਾਂ ਤੇ ਚਾਹ ਪੀਤੀ ਆ। ਤੇ ਚਾਹ ਪੀਤੀ ਹੋਣੀ ਆ ਕਿ ਨਹੀਂ, ਕਮਰੇ 'ਚ ਹੀ ਆਈ ਹਾਂ। ਸ਼ਾਮਾਂ ਪੈ ਚੁੱਕੀਆਂ ਸੀ ਉਸ ਟਾਈਮ। ਅੱਛਾ ਸ਼ਾਮਾਂ ਪੈ ਚੁੱਕੀਆਂ, ਮੈਨੂੰ ਕਹਿੰਦਾ ਮੈਂ ਆਉਣਾ ਵਾ ਤੇ ਮੈਨੂੰ ਉਸ ਕਮਰੇ 'ਚ ਇਕੱਲੇ ਹੀ ਛੱਡ ਗਿਆ। ਉੱਥੇ ਵੀ ਮੈਂ ਇਹੋ ਹੀ ਸੋਚਦੀ ਹਾਂ ਕਿ ਇਸ ਰਿਸ਼ਤੇ ਨੂੰ ਮੈਂ ਕਾਮਯਾਬ ਰੱਖਣਾ, ਇਸ ਰਿਸ਼ਤੇ ਦੇ ਨਾਲ ਹੀ ਰਹਿਣਾ, ਕੋਈ ਗੱਲ ਨਹੀਂ। ਇਸ ਰਿਸ਼ਤੇ ਦੇ ਨਾਲ ਮੈਂ ਇਸ ਰਿਸ਼ਤੇ ਦੀ ਜਿਹੜੀ ਲਾਈਨ ਚੱਲ ਰਹੀ ਨਾ ਮੇਰੀ, ਮੇਰੇ ਤੋਂ ਨਹੀਂ ਭਟਕਣਾ ਹੈ ਨਾ। ਜਿਵੇਂ ਮੈਂ ਤੁਹਾਨੂੰ ਦੱਸਿਆ ਬਹੁਤ ਮੇਰੇ ਪ੍ਰੋਜੈਕਟ ਮਨ ਵਿੱਚ ਸੀ ਹੈ ਨਾ ਕਰਨ ਲਈ। ਤੇ ਮੈਂ ਕਿਹਾ ਕਿ ਮੈਂ ਇਹ ਛੱਡਣਾ ਨਹੀਂ ਆ ਹੈ ਨਾ ਕਿ ਆਪਣੇ ਸਰੀਰ ਦੇ ਉੱਤੇ, ਆਪਣੇ ਦਿਮਾਗ ਦੇ ਉੱਤੇ, ਆਪਣੇ ਸਮਾਜ ਦੇ ਉੱਤੇ ਇੱਕ ਲਾਂਤ ਦਾ ਲਫ਼ਜ਼ ਤਲਾਕ ਨਹੀਂ ਲਿਖਣਾ। ਇਹ ਮੇਰੀ ਸੀ ਮਨ ਦੀ, ਇਹ ਮੇਰੀ ਗਲਤ ਸੋਚ ਸੀ, ਪਰ ਇਹ ਸੋਚ ਸੀ ਮਤਲਬ ਕਿ ਜੇ ਉਸ ਮਤਲਬ ਉਹ ਰਿਸ਼ਤਾ ਚੰਗਾ ਨਿਭਦਾ ਤੇ ਮੈਨੂੰ ਇਹ ਲਾਂਤੀ ਲਫ਼ਜ਼ ਮੇਰੇ ਨਾਲ ਨਾ ਲੱਗੇ। ਮੈਂ ਨਹੀਂ ਸੀ ਚਾਹੁੰਦੀ, ਹਰ ਔਰਤ ਨਹੀਂ ਚਾਹੁੰਦੀ, ਕੋਈ ਵੀ ਨਹੀਂ ਚਾਹੁੰਦੀ, ਤੇ ਮੈਂ ਵੀ ਦੋਨਾਂ ਔਰਤਾਂ ਵਿੱਚੋਂ ਹੀ ਔਰਤ ਆ ਨਾ। ਖੈਰ ਅਸੀਂ ਉੱਥੇ ਬੈਠੇ ਹਾਂ, ਆਪਾਂ ਸਟੋਰੀ ਨੂੰ ਅੱਗੇ ਕਰਦੇ ਹਾਂ। ਅਸੀਂ ਉੱਥੇ ਬੈਠੇ ਹਾਂ, ਇਹਨੂੰ ਕਾਲ ਆਇਆ, ਚਲੇ ਗਿਆ। ਮੈਨੂੰ ਨਹੀਂ ਦੱਸ ਕੇ ਗਿਆ ਇਹ ਕਿੱਥੋਂ ਆਇਆ, ਕਿੱਥੋਂ ਆਇਆ, ਕਿੱਥੇ ਗਿਆ ਵਾ। ਮੈਂ ਉੱਥੇ ਹੀ ਬੈਠੀ ਰਹੀ ਇਕੱਲੀ।
ਮੈਂ ਕਿਹਾ ਤੁਸੀਂ ਸੋਚੋ ਜੇ ਨਵੀਂ ਜਗ੍ਹਾ ਤੇ ਆਉਂਦੇ ਕਿਸੇ ਦਾ ਘਰ ਆ, ਉਹਦਾ ਇੱਕ ਕਮਰਾ ਵਾ, ਤੇ ਤੁਸੀਂ ਉੱਥੇ ਬੈਠੋਗੇ ਹੋ ਕਿਵੇਂ ਤੁਸੀਂ ਫੀਲ ਕਰੋਗੇ, ਹਨਾ। ਪਹਿਲੇ ਦਿਨ ਆਏ ਜੇ, ਜਦੋਂ ਤੁਸੀਂ ਬਾਹਰ ਦੀ ਹਵਾ ਹੁਣੇ ਏਅਰਪੋਰਟ ਤੋਂ ਸੁਣ ਕੇ ਆਏ ਹੋ ਕਿ ਇੰਨੀ ਖੂਬਸੂਰਤ ਆ, ਤੇ ਤੁਹਾਡਾ ਬਾਹਰ ਨਿਕਲਣ ਨੂੰ ਦਿਲ ਕਰੂਗਾ, ਹਨਾ ਵੀ ਕੀ, ਤੇ ਜਿਵੇਂ ਇੱਕ ਹਿਸਾਬ ਦਾ ਜੇਲ੍ਹ 'ਚ ਹੀ ਸੁੱਟ ਕੇ ਚਲੇ ਗਿਆ। ਤੇ ਆਇਆ ਨਹੀਂ, ਰਾਤ ਦੇ 11 ਵੱਜ ਗਏ, ਨਹੀਂ ਆਇਆ, ਹਨਾ। ਮੈਂ ਉੱਥੇ ਹੀ ਵੇਖੀ ਜਾਵਾਂ ਕਮਰਾ, ਮੈਂ ਕਹਾਂ ਕਿ ਉਹ ਵਾਓ ਵੀ ਇੱਕ ਕਮਰੇ 'ਚੋਂ ਨਿਕਲ ਕੇ ਆਈ ਹਾਂ ਪਨਾਮਾ ਦੇ 'ਚੋਂ, ਤੇ ਇਹ ਇੱਕ ਕਮਰਾ ਹੁਣ ਮੇਰੀ ਡੈਸਟਨੀ ਆ, ਇੱਥੇ ਹੁਣ ਮੈਂ ਰਹਿਣਾ। ਤੇ ਕਰਕੇ ਮੈਂ ਥੋੜਾ ਸਬਰ ਕਰਨ ਦੀ ਕੋਸ਼ਿਸ਼ ਕਰਨ ਡਈ ਹਾਂ, ਪਰ ਨਹੀਂ ਹੋਇਆ। ਫਿਰ ਨਾ ਇਹ ਕਿੰਨੇ ਚਿਰ ਬਾਅਦ ਆਇਆ, ਤੇ ਮੈਂ ਕਿਹਾ ਕਿੱਥੇ ਗਿਆ ਸੀ, ਨਹੀਂ ਦੱਸਿਆ ਨੇ। ਮੈਂ ਬਹੁਤ ਲੜਾਈ ਮਾਰੀ ਉਸ ਦਿਨ, ਬਹੁਤ ਜ਼ਿਆਦਾ ਮਾਰੀ। ਉਹ ਪਤਾ ਕਿੱਥੇ ਗਿਆ ਸੀ, ਉਹ ਉਸ ਜਿਸ ਤੋਂ ਮੈਂ ਕਹਿੰਦੀ ਹਾਂ ਕਿ ਇਹਨਾਂ ਨਹੀਂ ਬੋਲਣਾ ਜਾਂ ਦੇ ਕਰਕੇ ਪ੍ਰੋਬਲਮ ਹੋ ਰਹੀ ਸੀ, ਉਹਨੂੰ ਰਾਈਟ ਦੇਣ ਲਈ ਯੂਨੀਵਰਸਿਟੀ ਤੋਂ, ਇਹ ਮੇਰਾ ਖਿਆਲ ਕਿ ਕੰਪਨੀ ਹੁੰਦੀ ਹੈ ਇੱਕ ਪੇਪਰ ਦੀ, ਉੱਥੋਂ ਤੱਕ ਰਾਈਟ ਦੇਣ ਲਈ ਛੱਡਣ ਗਿਆ ਹੈ। ਮੇਰੀ ਸਮਝ 'ਚ ਇਹ ਗੱਲ ਨਹੀਂ ਆਈ ਅੱਜ ਤੱਕ ਕਿ ਜਦੋਂ ਮੈਂ ਉਸ ਚੀਜ਼ ਨਾਲ, ਤੇ ਉਹ ਕਹਿੰਦਾ ਮੈਂ ਬਹੁਤ ਲੜਾਈ ਮਾਰੀ, ਉਹਨੂੰ ਇਸ ਚੀਜ਼ ਲਈ ਬੋਲਣਾ ਪਿਆ। ਫਿਰ ਵੀ ਉਹ ਕਿੱਥੇ ਗਿਆ ਸੀ, ਉਹਨੇ ਦੱਸਿਆ ਕਿ ਉਹ ਉੱਥੇ ਛੱਡਣ ਗਿਆ ਸੀ, ਤੇ ਕਹਿੰਦਾ ਕਿ ਮੈਂ ਨਹੀਂ ਰੋਜ਼ ਛੱਡਣ ਜਾਂਦਾ, ਉਹਨੂੰ ਛੱਡਣ, ਜਿਵੇਂ ਤੁਹਾਨੂੰ ਦੱਸਿਆ ਨਾ ਪਨਾਮਾ 'ਚ ਹੋਰ ਵੀ ਲੋਕ ਆਏ ਹੋਏ ਸੀ ਜਿਹੜੇ ਰਿਸ਼ਤੇਦਾਰ ਨਹੀਂ, ਜਿਵੇਂ ਸਮਝੋ ਦੋਸਤੀ ਹੋ ਗਏ, ਜਿਵੇਂ ਆਪਣੇ ਇੰਡੀਅਨ ਹੋਏ ਆ, ਤੇ ਇੰਡੀਅਨ ਗਾਂ ਦੇ ਗਾਂ ਰਿਸ਼ਤੇਦਾਰ ਨਿਕਲ ਹੀ ਆਉਂਦੇ ਸਭ ਦੇ, ਇੱਦਾਂ ਦੇ ਕੁਛ ਹੋਰ ਲੋਕ ਇਹੋ ਜਿਹੇ ਹੈਗੇ ਸੀ, ਹਨਾ, ਥੋੜੀ ਸੋਚ ਰੱਖਣ ਵਾਲੇ। ਉਹਨਾਂ ਪਰ ਪ੍ਰਦੀਪ ਆਈ ਅੱਜ, ਤੇ ਉਹ ਇਸ ਔਰਤ ਨੂੰ ਨਫ਼ਰਤ ਕਰਦੀ ਆ, ਤੇ ਜਿਹੜਾ ਛੱਡਣ ਜਾਂਦਾ ਸੀ ਉਹਨੂੰ ਮਨਾ ਕਰਕੇ ਇਹਨੂੰ ਹੀ ਕਾਲ ਕਰਾਇਆ, ਤੇ ਮੇਰੇ ਕੋਲੋਂ ਇਹਨੂੰ ਲੈ ਕੇ, ਮੈਂ ਤੇ ਕਾਲ ਕਰਾ ਕੇ ਇਹਨੂੰ ਛੱਡਿਆ, ਇਹ ਛੱਡਣ ਗਿਆ। ਇਹ ਗੈਪ ਰਿਹਾ 3-4 ਘੰਟੇ, ਮੈਂ ਇਕੱਲੀ ਬੈਠੀ ਰਹੀ ਹਾਂ। ਰਾਤ 10 ਵਜੇ ਮੈਂ ਤੁਹਾਨੂੰ ਦੱਸਣ ਲਈ ਆਇਆ, ਫਿਰ ਆ ਕੇ ਮੇਰੇ ਸਰੀਰ ਨੂੰ ਨੋਚਣਾ ਚਾਹ ਰਿਹਾ। ਮੈਂ ਥੱਕ ਚੁੱਕੀ। ਉਹ ਕੋਈ ਪਿਆਰ ਵਾਲਾ ਤਾਂ ਰਿਲੇਸ਼ਨ ਹੈਗਾ ਨਹੀਂ, ਇੱਕ ਤੇ ਮੈਂਟਲੀ ਮੈਂ ਆਲਰੇਡੀ ਚੰਗੀ ਤਰ੍ਹਾਂ ਲੀਰੋ ਹੋਈ, ਇੱਕ ਫਿਜ਼ੀਕਲੀ ਕੋਸ਼ਿਸ਼ ਕਰ ਰਿਹਾ, ਪੂਰੀ ਤਰ੍ਹਾਂ ਫਿਜ਼ੀਕਲੀ। ਸਾਰੀ ਰਾਤ ਦੋਸਤੋ ਮੇਰੀ ਰੋਂਦਿਆਂ ਨਿਕਲੀ, ਸਾਰੀ ਰਾਤ ਮੈਂ ਰੋਂਦਿਆਂ ਨਿਕਲੀ। ਮੈਂ ਕਿਹਾ ਇੰਨੇ ਚਿਰ ਬਾਅਦ ਮਿਲੀ, ਤੇ ਇੰਨੀ ਖੁਸ਼ੀ ਨਹੀਂ ਹੋਈ ਕਿ ਉਹ ਮੇਰੇ ਕੋਲ 4 ਪਲ ਬਹਿ ਜੇ। ਬਾਅਦ ਵਿੱਚ ਉਹ ਸਾਰੀ ਮਤਲਬ ਕਿ ਉਹ ਇੱਦਾਂ ਦੀ, ਮੈਂ ਉਹਨੂੰ ਕਿਹਾ ਕਿ ਮੈਂ ਨਹੀਂ ਚਾਹੁੰਦੀ ਉਹਨੂੰ ਛੱਡਣ ਜਾਣਾ ਸੀ, ਮੈਨੂੰ ਦੱਸ ਦਿੰਦਾ ਕਿ ਮੈਂ ਉਹਨੂੰ ਛੱਡਣ ਚੱਲਿਆ, ਤੇ ਮੈਂ ਉਹਨੂੰ ਚੱਲਾਂ। ਇਹ ਪਹਿਲੇ ਦਿਨ ਦੀਆਂ ਹੀ ਗੱਲਾਂ ਨੇ, ਮੈਂ ਬਹੁਤ ਜ਼ਿਆਦਾ ਉਸ ਦਿਨ ਲੜਾਈ ਮਾਰੀ ਕਿ ਕੁਛ ਵੀ ਚੇਂਜ ਨਹੀਂ ਹੈਗਾ, ਸਾਰਾ ਕੁਛ ਉੱਦਾਂ ਹੀ ਆ। ਨਾਲ ਮੈਨੂੰ ਉਹਨੇ ਵੀ ਕਿਹਾ ਕਿ ਤੂੰ ਵੀ ਤਾਂ ਉੱਥੇ ਉਹਨਾਂ ਘਰ ਹੀ ਰਹਿ ਕੇ ਆਈ ਆ, ਤੇ ਮੈਂ ਕਿਹਾ ਮੈਂ ਕਿਹੜੀ ਦੂਜੀ ਜਗ੍ਹਾ ਸੀ ਜਿੱਥੇ ਮੈਂ ਰਹਿਣਾ ਸੀ, ਹਨਾ। ਤੇ ਫਿਰ ਮੈਂ ਕਿਹਾ ਵੀ ਦੱਸਣਾ ਹੈ, ਜਿਵੇਂ ਉਹ ਦੱਸਦਾ ਇਨਸਾਨ, ਹਰ ਕੋਈ, ਜਿਵੇਂ ਮੈਂ ਦੱਸਦੀ ਹਾਂ ਜੋ ਚੀਜ਼ ਕਰਦੀ ਹਾਂ ਤੇ ਦੱਸਦੀ ਹਾਂ, ਤੇ ਦੱਸਣਾ ਹੀ, ਪਰ ਨਹੀਂ, ਇਹ ਚੀਜ਼ ਨਹੀਂ ਹੋਈ। ਖੈਰ ਉਹ 'ਚ ਸਮਝੋ ਕਿ ਮੈਂ ਜੇ ਚੰਗੀ ਹੁੰਦੀ ਤੇ ਮੈਂ ਉਹ ਲੜਾਈ ਨਾ ਮਾਰਦੀ, ਚੁੱਪ ਕਰਕੇ ਸਹਿ ਲੈਂਦੀ, ਹਨਾ, ਕਿ ਅਮਰੀਕਾ ਤੇ ਪਹੁੰਚ ਹੀ ਗਈ ਹਾਂ, ਤੇ ਸਬਰ ਕਰ, ਹੁਣ ਬੱਬੂ ਬਹਿ ਜਾ ਇੱਥੇ, ਹਨਾ, ਕੋਈ ਗੱਲ ਨਹੀਂ, ਕਿਵੇਂ ਵੀ ਤੇਰੇ ਨਾਲ ਹੁੰਦਾ। ਪਰ ਨਹੀਂ, ਮੈਂ ਕੀਤੀ, ਯੁੱਧ ਬਹੁਤ ਕੀਤਾ, ਪਰ ਉਹ ਮੇਰੇ ਸਰੀਰ ਨੂੰ ਨੋਚੇ, ਗੱਲਾਂ ਕਰੇ, ਤੇ ਮੈਂ ਕਿਹਾ ਕੁਛ ਨਹੀਂ ਹੋਣ ਡਿਆ, ਕੁਛ ਨਹੀਂ, ਮਤਲਬ ਕਿ ਇੰਨੀ ਮੈਂ ਡਿਸਟਰਬ ਹੋ ਚੁੱਕੀ। ਤੇ ਮੈਨੂੰ ਅੱਜ ਤੱਕ ਯਾਦ ਹੈ, ਮੈਂ ਨਾ ਹਰੇ ਰੰਗ ਦਾ ਸੂਟ ਪਾਇਆ, ਪਤਾ ਕਿੱਦਾਂ ਦੇ ਰੰਗ ਦਾ ਸੀ, ਮੇਰੇ ਸਾਹਮਣੇ ਕੁਦਰਤੀ ਆ ਗਿਆ, ਇੱਦਾਂ ਦਾ ਕਲਰ ਹੀ, ਇਹਦਾ ਕਲਰ ਹੁਣ ਭਾਵੇਂ ਮੈਨੂੰ ਚੰਗਾ ਲੱਗ ਜੇ, ਤੇ ਮੈਂ ਇੰਨੀ ਮਤਲਬ ਕਿ ਥੱਕ, ਜਦੋਂ ਤੁਸੀਂ ਸਰੀਰ ਤੌਰ ਕੇ ਮਾਨਸਿਕ ਤੌਰ, ਇਨਸਾਨ ਥੱਕਦਾ ਨਹੀਂ ਹੈ, ਜਿੰਨਾ ਮਰਜ਼ੀ ਕੰਮ ਕਰ ਲੇ, ਸਰੀਰ ਉਹਦੇ ਨੂੰ ਜਿੰਨਾ ਮਰਜ਼ੀ ਯੂਜ਼ ਕਰ ਲਓ, ਜਦੋਂ ਤੁਸੀਂ ਇੱਥੋਂ ਉਹਨੂੰ ਟੌਰਚਰ ਕਰਦੇ ਜੇ, ਜਾਂ ਉਹ ਖੁਦ ਹੀ ਆਪਣੇ ਆਪ ਨੂੰ ਟੌਰਚਰ ਕਰ ਰਿਹਾ ਵਾ, ਉਹ ਥਕਾਵਟ ਇੰਨੀ ਜ਼ਿਆਦਾ ਹੋ ਜਾਂਦੀ ਆ, ਤੁਹਾਡੀ ਸ਼ਕਲ ਤੇ ਵੀ ਨਜ਼ਰ ਆਉਂਦੀ, ਜਿਹੜੀ ਮੈਂਟਲੀ ਤੋਂ ਤੁਹਾਨੂੰ ਕਈ ਵਾਰ ਨਜ਼ਰ ਆਉਂਦੀ, ਮੇਰੇ ਸ਼ਕਲ ਤੋਂ ਮਤਲਬ ਕਿ ਨਜ਼ਰ ਆਉਂਦੀ। ਮੈਂ ਸਵੇਰੇ ਉੱਠੀ, ਮੇਰਾ ਇੰਨਾ ਗੰਦਾ ਹਾਲ ਹੀ ਨਾ ਪੁੱਛੋ ਕੋਈ ਨਾ, ਤੇ ਮੈਂ ਕਮਰੇ 'ਚ ਹਿੱਦਾਂ, ਤੇ ਉਹਨਾਂ ਦਾ ਹੀ, ਜਿਨ੍ਹਾਂ ਦੇ ਘਰ ਰਹਿੰਦੇ ਉਹਨਾਂ ਦਾ ਹੀ ਲਿਵਿੰਗ ਰੂਮ ਸੀ, ਤੇ ਮੈਂ ਆਖਿਆ ਚੱਲ ਵੇਖਦੀ ਹਾਂ, ਮਤਲਬ ਕਿ ਇਹ ਅਜੇ ਉੱਥੇ ਅੰਦਰ ਪਿਆ ਸੀ, ਮੈਂ ਬਾਹਰ ਆ ਕੇ ਬਹਿ ਗਈ ਇਕੱਲੀ ਸੋਫੇ 'ਤੇ। ਮੈਂ ਸੋਚਿਆ ਕਿ ਉਹ ਘਰ ਦੇ ਨਹੀਂ ਨਿਕਲਣਗੇ ਸ਼ਾਇਦ, ਵੀ ਇੱਥੇ ਅਸੀਂ ਬਹਿ ਸਕਦੇ ਹੋਵਾਂਗੇ, ਹੈ ਨਾ, ਤੇ ਮੈਂ ਜਾ ਕੇ ਉੱਥੇ ਸੋਫੇ ਬਹਿ ਗਈ। ਉਹ ਘਰ ਦੀ ਮਾਤਾ ਵੀ ਨਿਕਲ ਕੇ ਆ ਗਈ, ਹੋ ਤੂੰ ਉਹਦੀ ਵਾਈਫ, ਉਹਨੇ ਵੀ ਮੈਨੂੰ ਅਗਨੀ ਕਰਾਰ ਕਰ ਦਿੱਤਾ, ਕਹਿੰਦੀ ਤੂੰ ਆ। ਮੈਂ ਤਾਂ ਸੋਚਿਆ ਕੋਈ ਏਡੀ, ਮਤਲਬ ਕਿ ਮੈਂ ਇੱਦਾਂ ਮੁਰਦਾ ਰੰਗ, ਮੇਰਾ ਕਾਲਾ ਹਰੇ ਰੰਗ ਦੇ ਮੇਰੇ ਉੱਤੇ ਕੱਪੜੇ, ਮੈਂ ਫਿਰ ਵੀ ਹੱਸੀ ਕੀ ਦੱਸਦੀ ਉਹਨੂੰ ਕਿ ਅੰਦਰ ਮੈਂ ਕੀ ਕੀਤਾ ਸਾਰੀ ਰਾਤ, ਤੇ ਕੀ ਹੋਇਆ ਮੇਰੇ ਨਾਲ।
ਉਹਨੇ ਕਿਹਾ ਹੋ ਤੂੰ ਆ? ਮੈਂ ਤਾਂ ਉਹ ਸੋਚਣ ਡਈ ਸੀ, ਮਤਲਬ ਕਿ ਬਜ਼ੁਰਗ ਔਰਤ ਉਹ ਸੋਚਣ ਡਈ ਸੀ ਵੀ ਪਤਾ ਨਹੀਂ ਕਿਹੜੀ ਹਨਾ ਅਸਮਾਨ ਤੋਂ ਉਤਰ ਕੇ ਆਉਣੀ ਆ। ਮੈਂ ਕਿਹਾ ਜੇ ਤੇ ਮੈਂ ਕੂੜਾ ਹੀ ਆ। ਖੈਰ ਇਦਾਂ ਕਰਦੇ ਆ, ਕੁਛ ਦਿਨ ਨਿਕਲ ਗਏ। ਫਿਰ ਮੈਨੂੰ ਕਹਿੰਦੀ ਰਹੀ ਕਿ ਆਪਾਂ ਕੁਛ ਕਰਨਾ। ਮੈਂ ਕਾਰ ਤੁਹਾਨੂੰ ਪਤਾ ਪਨਾਮਾ 'ਚ ਹੀ ਸਿੱਖ ਕੇ ਆ ਚੁੱਕੀ ਹਾਂ, ਤੇ ਜਦੋਂ ਮੈਂ ਸਿੱਖ ਕੇ ਆ ਚੁੱਕੀ ਹਾਂ ਤੇ ਕਾਰ ਹੈਗੀ ਸੀ ਇੱਕ, ਉਹਨੇ ਲਈ ਹੋਈ ਸੀ ਇੱਕ ਕਾਰ ਆਪਣੇ ਲਈ ਕੰਮ ਤੇ ਜਾਣ ਲਈ। ਤੇ ਇੱਕ ਦਿਨ ਮੈਨੂੰ ਉਹ ਵੀ ਯਾਦ ਆ, ਮੈਂ ਚੁੱਪਕੇ ਜੇ ਉੱਠੀ ਤੇ ਮੈਂ ਆਖਿਆ ਮੈਂ ਵੇਖਾਂ ਤੇ ਸੀ ਕੀ ਹਾਲ ਆ ਹਨਾ ਦੁਨੀਆ ਦਾ ਅਮਰੀਕਾ ਵਿੱਚ। ਤੇ ਮੈਂ ਚਲੇ ਗਈ, ਕਾਰ ਚਲਾਈ ਚੁੱਪਕੇ ਜੇ। ਉਦੋਂ ਮੇਰੀ ਪਹਿਲੀ ਅਡਾਰੀ ਸੀ ਤੇ ਮੈਂ ਕਾਰ ਚਲਾ ਕੇ ਤੇ ਮੈਂ ਨਿਕਲ ਗਈ ਬਾਹਰ, ਦੱਸਿਆ ਨਹੀਂ ਪੁੱਛਿਆ ਨਹੀਂ। ਤੇ ਮੈਨੂੰ ਪਤਾ ਨਹੀਂ ਹੁੰਦਾ ਸੀ ਉਦੋਂ ਵੀ ਆਹ ਫਰੀਵੇ ਆ ਸੜਕਾਂ ਨੇ। ਤੇ ਮੈਂ ਜਦੋਂ ਨਾ ਫਰੀਵੇ ਦੇ ਉੱਤੇ ਗੱਡੀ ਪਾ ਲਈ ਤੇ ਅੱਧ ਵਿੱਚ ਜਾ ਕੇ ਮੈਂ ਤੇਲ ਵੀ ਨਹੀਂ ਵੇਖਿਆ ਕਿ ਉਹਦਾ ਗੈਸ ਵੇਖਣੀ ਆ ਕੀ ਹੈਗੀ ਕਿ ਨਹੀਂ ਆ, ਅੱਧ ਵਿੱਚ ਜਾ ਕੇ ਰੁਕ ਗਈ। ਉਸ ਟਾਈਮ ਦਾ ਟਾਈਮ ਵੇਖੋ ਤੁਸੀਂ, ਹੁਣ ਕਿੰਨੀ ਫਰਸਟ੍ਰੇਸ਼ਨ ਹੈ ਦੁਨੀਆ ਵਿੱਚ, ਤੇ ਉਸ ਟਾਈਮ ਦਾ ਟਾਈਮ ਵੇਖੋ। ਤੇ ਮੈਨੂੰ ਦੋ ਕੁ ਨੇ ਧਿਆਨ ਮਾਰਿਆ ਹੋਊਗਾ ਵੀ ਇੱਥੇ ਵਿਚਕਾਰ ਕੀ ਕਰਨ ਡਈ ਆ। ਫਿਰ ਮੈਂ ਆਖਿਆ ਵੀ ਇਹ ਕੀ ਹੋ ਗਿਆ ਮੇਰੇ ਨਾਲ। ਫਿਰ ਕੋਈ ਗੋਰੇ ਪਿੱਛੋਂ ਹੋਣ ਡਿਆ ਸੀ, ਉਹਨਾਂ ਨੇ ਮੇਰੀ ਕਾਰ ਨੂੰ ਚੁੱਕ ਕੇ ਤੇ ਮਤਲਬ ਕਰਾਇਆ ਇੱਧਰ ਨੂੰ ਸਾਈਡ ਤੇ ਫਰੀਵੇ ਤੇ ਕੱਢਾ। ਮੈਨੂੰ ਕੋਈ ਪਤਾ ਨਹੀਂ, ਇਹ ਵੀ ਮੇਰਾ ਇੱਕ ਤਜਰਬਾ ਹੀ ਕਿ ਜਾ ਕੇ ਵੇਖਾਂ ਵੀ ਕੀ ਹੈਗਾ। ਫਿਰ ਤੇਲ ਆਇਆ, ਫਿਰ ਜਾ ਕੇ ਮੈਂ ਘਰ ਕਾਲ ਕੀਤੀ ਉਹਨੂੰ ਵੀ ਮੈਂ ਇੱਦਾਂ ਫਸ ਗਈ ਇੱਥੇ, ਮੈਂ ਕਾਰ ਲੈ ਗਈ ਹਾਂ ਹਨਾ। ਉਸ ਦਿਨ ਮੈਨੂੰ ਲੱਗਦਾ ਕਿ ਨਹੀਂ ਛਿੱਤਰ ਪਏ ਮੈਨੂੰ ਕਿ ਇਸ ਮੇਰੀ ਗਲਤੀ ਤੇ। ਉਸ ਤੋਂ ਬਾਅਦ ਮੈਂ ਚਲੇ ਗਈ ਹਾਂ। ਫਿਰ ਮੈਨੂੰ ਪਤਾ ਵੀ ਲੱਗਿਆ ਫਰੀਵੇ ਸੜਕਾਂ 'ਤੇ। ਫਿਰ ਹੌਲੀ ਹੌਲੀ ਇਹਨਾਂ ਚੀਜ਼ਾਂ, ਫਿਰ ਪੇਪਰ ਵਰਕ ਬਣਨੇ ਹੀ ਤੁਹਾਨੂੰ ਪਤਾ ਹਨਾ ਕਿ ਗ੍ਰੀਨ ਕਾਰਡ ਨਹੀਂ, ਪਹਿਲਾਂ ਵਰਕ ਪਰਮਿਸ਼ਨ ਲਈਦੀ ਆ ਜਾਂ ਉਹ ਸਾਰਾ ਕੁਛ, ਫਿਰ ਗ੍ਰੀਨ ਕਾਰਡ। ਇਹ ਸਾਰਾ ਪ੍ਰੋਸੈਸ ਕਾਫੀ ਲੰਬਾ ਹੁੰਦਾ ਜਦੋਂ ਤੁਸੀਂ ਇਸ ਮੁਲਕ ਵਿੱਚ ਆਉਂਦੇ ਆ। ਤੇ ਪਹਿਲਾਂ ਸਭ ਤੋਂ ਵੱਡੀ ਗੱਲ ਹੁੰਦੀ ਆ ਤੁਸੀਂ ਸੋਸ਼ਲ ਸਿਕਿਉਰਿਟੀ ਤੇ ਵਰਕ ਪਰਮਿਸ਼ਨ ਕਿ ਤੁਸੀਂ ਕੰਮ ਕਰ ਸਕੋ। ਕੁਛ ਹੀ ਦਿਨਾਂ 'ਚ ਜਲਦੀ ਇਹ ਚੀਜ਼ਾਂ ਥੋੜ੍ਹੀਆਂ ਅੱਗੇ ਲਾਈਨ 'ਤੇ ਚੜ੍ਹ ਚੁੱਕੀਆਂ ਸੀ। ਤੇ ਉਸ ਤੋਂ ਬਾਅਦ ਮੈਂ ਕੰਮ ਦੀ ਭਾਲ ਸ਼ੁਰੂ ਕੀਤੀ ਹੈਗੀ ਆ ਕਿ ਮੈਂ ਕੰਮ ਕਰਨਾ ਵਾ। ਮੈਨੂੰ ਹੁਣ ਇੱਕ ਕੰਮ ਦਾ ਤੇ ਬਹੁਤ ਚੰਗੀ ਤਰ੍ਹਾਂ ਯਾਦ ਆ, ਐਰੋਮੇਟ ਸੈਨੋਜ਼ੇ ਦੀ ਕੰਪਨੀ ਵਿੱਚ ਮੈਂ ਕੰਮ ਕੀਤਾ। ਉਹ ਤੋਂ ਪਹਿਲਾਂ ਮੈਂ ਕਿੱਥੇ ਕੀਤਾ, ਜ਼ਰੂਰ ਮੈਂ ਛੋਟੇ ਮੋਟੇ ਕੰਮ ਵੀ ਕੀਤੇ ਹੋਣਗੇ ਕਿਉਂਕਿ ਮੈਂ ਕੰਮ ਤੋਂ ਬਿਨਾਂ, ਪਰ ਇਹਦੀ ਇਹੋ ਹੀ ਚੱਲ ਰਹੀ। ਇਹ ਜਿਵੇਂ ਕੰਮ ਕਰਦਾ ਸੀ ਕਿ ਗੈਸ ਸਟੇਸ਼ਨ ਦੇ ਉੱਤੇ ਪੈਸੇ ਆਉਂਦੇ ਸੀ ਉੱਥੇ, ਤੇ ਮੈਨੂੰ ਉਹੀ ਜਿਵੇਂ ਪਨਾਮਾ ਵਿੱਚ ਰੋਟੀ ਪਾਣੀ ਮਿਲ ਰਹੀ ਸੀ। ਫਿਰ ਬਾਅਦ ਵਿੱਚ ਇੱਥੇ ਅਮਰੀਕਾ ਦੇ ਵਿੱਚ ਮੇਰੇ ਪਿੰਡ ਦੇ ਲੋਕ ਵੀ ਬਹੁਤ ਸੀ, ਕੁਛ ਸੀ, ਤੇ ਮੈਂ ਇਹਨੂੰ ਕਿਹਾ ਕਿ ਅਪਾਰਟਮੈਂਟ ਵਿੱਚ ਰਹਿਣਾ ਹੈਗਾ, ਮੈਂ ਅਲੱਗ ਰਹਿਣਾ ਚਾਹੁੰਦੀ ਹਾਂ। ਤੇ ਮੈਂ ਉੱਥੇ ਆਪਣੇ ਪਿੰਡ ਦੀ ਕੁੜੀ ਨੂੰ ਮਿਲੀ ਤੇ ਉਹਨੇ ਕਿਹਾ ਕਿ ਮੈਂ ਇੱਥੇ ਕੰਮ ਕਰਦੀ ਹੁੰਦੀ ਹਾਂ, ਤਾਂ ਇੰਡੀਅਨ ਮੈਨੇਜਰ ਹੈਗੀ ਆ, ਤੇ ਉੱਥੇ ਜਾ ਕੇ ਐਪਲੀਕੇਸ਼ਨ ਭਰ ਦੇਣਾ। ਐਪਲੀਕੇਸ਼ਨ ਭਰੀ, ਉਸ ਟਾਈਮ ਕੰਮ ਇੱਦਾਂ ਹੀ ਇਲੈਕਟ੍ਰੋਨਿਕ ਕੰਪਨੀਆਂ 'ਚ ਇੱਦਾਂ ਹੀ ਕਰੀ ਰਹੀ। ਐਪਲੀਕੇਸ਼ਨ ਭਰੀ, ਉਹਨਾਂ ਨੇ ਰੱਖ ਲਿਆ, ਉਹ ਕੰਪਨੀ ਨੇ ਰੱਖ ਲਿਆ। ਪਰ ਇੱਥੋਂ ਜਾਣਾ ਪੈਂਦਾ ਸੀ, ਇੱਥੋਂ ਹੇਵਰ ਤੋਂ ਉਹ ਕੰਪਨੀ ਦੂਰ ਪੈ ਜਾਂਦੀ ਸੀ, ਪਰ ਜਾਂਦੇ ਹਾਂ। ਤੇ ਮੈਂ ਬਾਅਦ ਵਿੱਚ ਮੈਂ ਜਾਣਾ ਸ਼ੁਰੂ ਕਰ ਦਿੱਤਾ ਸੀ, ਆਪਣੇ ਆਪ ਕਾਰ ਚਲਾਉਣਾ। ਕਾਰ ਪੁਰਾਣੀ ਲਈ ਗਈ ਸੀ ਤੇ ਉਹ ਪੁਰਾਣੀ ਕਾਰ ਦੇ ਉੱਤੇ ਮੈਂ ਉੱਥੇ ਜਾਣਾ ਸ਼ੁਰੂ ਕਰ ਦਿੱਤਾ। ਪਰ ਇਸ ਗੱਲ ਦੇ ਉੱਤੇ ਆਦਮੀ ਟਸ ਤੋਂ ਮਸ ਨਹੀਂ ਹੋ ਰਿਹਾ। ਜਦੋਂ ਮੈਂ ਕਿਹਾ ਕਿ ਹੁਣ ਆਪਣੇ ਕੰਮ ਚੱਲਣ ਲੱਗ ਪਿਆ, ਤੁਹਾਨੂੰ ਪਤਾ ਹਰ ਵੀਕ ਪੇ ਚੈੱਕ ਵੀ ਮਿਲਦਾ ਸੀ ਹਨਾ, ਤੇ ਮੈਨੂੰ ਕਿਹਾ ਕਿ ਮੈਂ ਆਪਣਾ ਅਫੋਰਡ ਕਰ ਸਕਦੀ ਹਾਂ ਕਿ ਕਿਰਾਏ ਤੇ ਆਪਣੀ ਪ੍ਰਾਈਵੇਸੀ, ਆਪਣੀ ਪ੍ਰਾਈਵੇਟ ਲਾਈਫ ਮਤਲਬ ਕਿ ਆਪਣਾ ਅਪਾਰਟਮੈਂਟ ਹੋਵੇ, ਮੈਂ ਉਹ 'ਚ ਰਹਿ ਸਕਾਂ। ਪਰ ਨਹੀਂ, ਉੱਥੇ ਜਿੱਥੇ ਮੈਂ ਕੰਮ ਕਰਨੀ ਹਾਂ ਉੱਥੇ ਇੱਕ ਕੁੜੀ ਸੀ ਹੋਰ, ਵਿਚਾਰੀ ਡਿਵੋਰਸ ਹੋਇਆ ਸੀ ਉਹਦਾ ਹਨਾ, ਤੇ ਦਿੱਲੀ ਤੋਂ ਹੀ, ਤੇ ਉਹ ਉੱਥੇ ਰਹਿੰਦੀ ਸੀ। ਤੇ ਉੱਦਾਂ ਜਿਵੇਂ ਬੈਠੇ ਹੁੰਦੇ ਬ੍ਰੇਕ ਟਾਈਮ ਤੇ ਕਹਿੰਦੀ, ਮੈਂ ਕਿਹਾ ਮੈਂ ਨਾ ਉੱਥੋਂ ਹੇਵਰ ਤੋਂ ਨਹੀਂ ਕਿਤੇ, ਤੇ ਇੱਦਾਂ ਦਾ ਕਰਦੇ। ਤੇ ਮੈਂ ਕਹਿੰਦੀ ਅੱਛਾ, ਉਹ ਕਾਫੀ ਚੁਸਤ ਸੀ ਹਨਾ, ਤੇ ਉਹ ਆਲਰੇਡੀ ਮੈਂ ਤੇ ਇਹ ਚਾਹੁੰਦੀ ਹਾਂ, ਮੈਂ ਤੇ ਮੇਰੇ ਹਸਬੈਂਡ ਦੇ ਨਾਲ ਮੈਂ ਆਪਣਾ ਇੱਕ ਅਪਾਰਟਮੈਂਟ ਲਵਾਂ ਤੇ ਜ਼ਿੰਦਗੀ ਚੰਗੀ ਤਾਂ ਕਰਾਂ ਹਨਾ। ਪਰ ਮੈਂ ਜਿਵੇਂ ਇਸ ਚੀਜ਼ ਦੀ ਮੈਨੂੰ ਬਹੁਤ ਜ਼ਿਆਦਾ ਲਾਲਸਾ ਸੀ ਕਿ ਮੈਨੂੰ ਜਗ੍ਹਾ ਮਿਲੇ, ਕੋਈ ਆਪਣੀ ਜਗ੍ਹਾ। ਪਰ ਉਹ ਜਿਵੇਂ ਔਰਤ ਆਲਰੇਡੀ ਲੱਭਣ ਡਈ ਸੀ ਕੋਈ। ਮੈਂ ਤੁਹਾਨੂੰ ਇਹ ਦੱਸਣ ਲੱਗੀ, ਉਹ ਦੱਸਣਾ ਜ਼ਰੂਰੀ ਵੀ ਨਹੀਂ ਹੈਗਾ ਕਿ, ਪਰ ਮੈਂ ਤੁਹਾਨੂੰ ਦੱਸਣ ਲਈ ਕਿਵੇਂ ਮੈਂ ਸਟੈਪ ਬਾਈ ਸਟੈਪ ਉਸ ਅਪਾਰਟਮੈਂਟ ਤੱਕ ਪਹੁੰਚੀ ਹਾਂ। ਤੇ ਉਹ ਕਹਿੰਦੀ ਮੈਂ ਵੀ ਲੱਭਣ ਡਈ ਹੈਗੀ ਹਾਂ, ਤੇ ਮੈਂ ਉਹ ਵੀ ਉਸੇ ਕੰਪਨੀ ਕੰਮ ਕਰਦੀ, ਤੇ ਪਰ ਮੈਂ ਚਾਹੁੰਦੀ ਮੇਰੇ ਨਾਲ ਕੋਈ ਰਹਿ ਲੇ ਹਨਾ। ਮੈਂ ਇਹਦੇ ਨਾਲ ਗੱਲ ਕੀਤੀ, ਮੈਂ ਕਿਹਾ ਇੱਦਾਂ। ਉਹ ਔਰਤ ਕਹਿੰਦੀ ਆ ਕਿ ਆਪਾਂ ਇਕੱਠੇ ਲੈ ਲੈਂਦੇ ਹਾਂ ਹਨਾ, 2 ਬੈਡਰੂਮ ਸੰਤਾ ਕਲਾਰਾ ਵਿੱਚ। ਉਹਨੇ ਤੇ ਉਹਨੂੰ ਆਲਰੇਡੀ ਅਪਾਰਟਮੈਂਟ ਪਤਾ ਸੀ, ਉਹਨੂੰ ਪਤਾ ਸੀ, ਪਰ ਜਿਵੇਂ ਉਹ ਕਹਿੰਦੀ ਕਿ ਮਤਲਬ ਤੁਸੀਂ ਮਤਲਬ ਕਿ ਮੇਰੇ ਨਾਲ ਸ਼ੇਅਰ ਕਰ ਲਓ ਜਾਂ ਕੁਛ ਆ, ਉਹਦੇ ਨਾਲ ਸ਼ੇਅਰ ਕਰ ਲਿਆ। ਉਹ ਸੰਤਾ ਕਲਾਰਾ ਤੋਂ ਮੇਰੀ ਕੰਪਨੀ ਇੰਨੀ ਜ਼ਿਆਦਾ ਦੂਰ ਨਹੀਂ ਉੱਥੋਂ ਹੈਗੀ। ਉੱਥੇ ਕੰਮ
मतलब कि काम कर रही हाँ। ये भी वो जी औरत ही कोई कार नहीं हैगी, तो वो तो ही इकट्ठे रहन लग पे। वो फिर साडे नाल ही आ जाती ही काम ते साडे नाल ही मतलब कि वापस जाती ही, मतलब सेम ही स्कैड्यूल हैगा ही। पर जो मैं साडे नाल किया ना काम कर ली, ये थोड़ा जहा ये भी गैप, मतलब मैं तुहानूं जिवें कहानी पूरी दी पूरी दसना चाहन डई हां दिन ब दिन दी, पर जिवें कुछ ना कुछ रिकॉल करदियां कुछ ना कुछ इधर रह जाता। जिस कंपनी च मैं काम करन लगी हाँ, फिर वेख्या रह जानी ही, तो फिर मैं तुहानूं कल वापस मोड़ना ही इस चीज़ तो। जिस कंपनी च मैं काम करन लगी हाँ, तो मैं काम करना शुरू कर दिता है ना, तो उदों जिवें जिथे रहन डे हाँ किसी के घर उदां ही रहने हाँ, तो उत्थों मैं काम ते आउणा शुरू कर दिता है। जे मैं कार ना सीखी हुंदी शायद डिले हो जाता है सब काम। ये मैं कार सीख के आई हाँ, मैनूं पता ही, तो मैं पूरी तरह उत्थों ही सीख के आई हाँ। ना वो भी वो अंकल ने सिखाई ही मैनूं कार उत्ते, तो मैं मतलब सीख वो मतलब मैं आउंदे ही फड़ लिया ही, तुहानूं दस्सिया स्टेज, मैं तो आप ही चोरी चोरी भज्ज गई ही भी कार चला के फ्री वे ते फिर मैं ना जो उन्होंने मैं मैनेजर नूं कहा मैं की करना हैगा वा भी मेरा हसबैंड नूं भी काम दे दो। वो उत्थे गैस स्टेशन ते जिवें काम कर रही किसी दे, ते मैं क्या मेरे हसबैंड नूं भी काम दे दो, तो उन्हें कहा ठीक है है ना, एप्लीकेशन भर दे, तो उन्होंने इनू काम ते रखना ही, तो मतलब कि ऑलरेडी कर दिता ही, पर स्टार्ट अजे होया नहीं। तो उस दिन ही मेरे पिंड दे लोग ही उन्होंने घर आके रहे हुए हाँ रात नूं, उत्थों मैनूं इन्हें छड्डन जाना ही। अच्छा काम दे उत्ते है ना, जो मैनूं ये छड्डन गया काम ते ही जान डे एरोमैट वाल जान डे घर दे उत्ते, मैं कुछ नहीं किया। मैं क्या मैं यो कहा कि असीं इन्नी दूर इदां कदी घर बघर इदां लोकां दे तुरे फिरदे हाँ, तो काम उही जिवें मेरा मन उत्थे स्टक होया भी कोई जगह ते। अजे मैं इन्ना क्या, वो कहंदा कि नहीं अजे तो मैं मतलब कि सारे पैसे अपने इंडिया, जिवें पैसा पता किन्ना जांदा ही इंडिया च, जिवें वीक बाद पे चैक मिलता ही जां कुछ मिलता ही, हर 2 वीक जिन्ने पैसे आउंदे ही सारे उत्ते, ना कोई कपड़ा ना कुछ, बस जिहड़ा रोटी ਲਈ बचदा सारा उहदे भरा नूं उत्थे जांदा ही, इंडिया विच जांदा ही सारा पैसा उत्थे यूपी च। मतलब कोई ना कोई हुंदा ही सी जिन्हें अमेरिका डॉलर मंगाउणे आ जां कुछ आ इदां भी जिन्हों डॉलर चाहिए जिन्हों इंडिया चाहिए, इदां दा कोई हिसाब किताब ही, इदां को हैगे ही सी लोग कि किवें इन्हें पैसे पहुँचाने आ, तो ये उदां जांदे ही। इस करके मतलब मैं कहनी हाँ कि उत्थे जान, मैं कदी रोक नहीं पाई भी, मतलब मैनूं पता है कि हर बंदा बुढ़ी इत्थे काहदे लिए आए हैं, इस लिए आए अपने परिवारां नूं खुश करन लई प्रफुल्लित करन लई, मैं उस चीज़ लई कदी रोक नहीं पाई। बस इन्ना क अपना अधिकार मंगिया कि अपार्टमेंट सिर्फ एक छत, वो भी घर नहीं मंगन दी, छत मंगनी, छोटा जिहा अपार्टमेंट निक्का जिहा, अपना स्टूडियो ही ले ले, स्टूडियो ही इदां करदे। अच्छा गल होण डई है, ये कहना तेनों हुणे लैके देना, इन्हें कार की स्पीड इन्नी तेज़ की कि ना राइट हैंड ते ना निकलने मेरी कंपनी वाल मुड़ना ही, इन्नी इन्हें जान के हुणे तेन मैं मारदा। अगे हैड रेंट ही उत्थे ओहदे इन्हें मोड़ी गड्डी ते वो टुट गया, पानी पूरा पानी मतलब कि उत्थे दरिया बन गया पूरा, अंदरों मैनेजर भी इदा हथ रख के पिछे आउण दिया, तो उन्हें वेख्या किन्ना ने कीता, मैं खलोती मैनेजर दे लागे, तो ये वाल भी उन्हें पूरी तरह वेख्या है ना। मैं कहा ये होंदा नहीं कोई भी इदा एक्सीडेंट, इन्नी स्पीड होगी तो ही आगे सोचो छोटा मोटा बजदा, सारा कुछ काम अंदरों हो गया, सारे अंदरों इदा निकला जिवें बंब फट गया, बाथरूम जिवें तुहानूं पता टैंपरेरी आ जाते कंपनी च, वो सारे आ गए, वो आ गए, तो मैं फिर भी उत्थे रही काम ते, पर मैं किसी नूं दस्सिया नहीं। फिर बाद विच ना वो मैनूं इंडियन मैनेजर कहंदी कि ये वो कहंदे आ भी ये काम तो नहीं, पर मैं कोशिश करूँगी, वो आंदे इनू नहीं हुण रखना काम ते इस बंदे नूं। मैं क्या भी है ना, मैं क्या थोड़ा कसूर है, एक्सीडेंट हो गया वा, एक्सीडेंट नाल ये कार वज गई इधर, तो वो कहंदी हाँ मैं गल करूँगी, पर फिर उन्होंने रख लिया ही। पर वो दिन जिहड़ा ही ना एरोमेट इदां ही निकलिया भी, पानी रिपेयर करने वाले आ गए, बाथरूम बाहर रखे गए, सारा कुछ, पर इनू कोई संग नहीं, मैं उत्थे बैठी रही उस हिसाब नाल। ये वो कार भी मेरा ख्याल टुटी, तो जी फार्मर है कुछ इंश्योरेंस सी है ना, उन्होंने मैनू नहीं पता कि होर दी कार लैके मैनू लैन आया होगा भी, मैं तो काम ते ही हाँ, फिर कि काम तो काम उत्थे काम ही सी, भावें नहीं उस दिन काम कुछ भी करना, क्योंकि हर चीज़ रुक चुकी सी। उत्थे कोयल बनते ही छोटे छोटे छोटिया मशीनां होंदियां ही, तो ये काम ही हैगा उत्थे। फिर मैं कोशिश करनी याद करनी, फिर हो गया ये हो गया, फिर भी मैं
मैं कि चीज़ां छोटियां छोटियां मेरी जिंदगी च होण दियां वा, पर मैं ये नहीं सोचन दी कि ये सारियां चीज़ां दे पिछे ये आ कि छुटकारा मेरा पाउणा चाहुंदे, पर छुटकारा मेरा पाउणा भी नहीं चाहुंदे। ਤੁਸੀਂ ਸੋਚੋ ਜਿਵੇਂ ਮੇਰਾ ਮੈਂ ਜਾਂ ਤੁਸੀਂ ਆ ਜਾਂ ਮੇਰੇ ਸਾਡਾ ਹੁਣ ਰਿਲੇਸ਼ਨ ਆ ਤਾਂ ਅਸੀਂ ਇੱਕ ਦੂਜੇ ਲਾਈਕ ਕਰਾਂਗੇ, ਕਵਾਂਗੇ ਬਾਏ ਵੀ ਹਨਾ ਕਿ ਸਾਡੀ ਨਹੀਂ ਬਣ ਹੋ ਰਹੀ, ਤੂੰ ਚਲੇ ਜਾ ਨਾ, ਇਦਾਂ ਵੀ ਨਹੀਂ। ਮਤਲਬ ਇਸ ਤਰ੍ਹਾਂ ਦਾ ਰਿਲੇਸ਼ਨ ਸੀ ਕਿ ਮੇਰੀ ਸਮਝ ਤੋਂ ਬਾਹਰ ਹੈ ਦੋਸਤੋ। ਲੋਕ ਮੈਨੂੰ ਸਾਰੇ ਪੁੱਛਦੇ ਕਿ ਤੂੰ ਇੰਨਾ ਟਾਈਮ ਕਿਵੇਂ ਤੇਰਾ ਵੇਸਟ ਹੋਇਆ, ਕਿਵੇਂ ਤੂੰ ਬੇਵਕੂਫ ਹਾਂ ਜਾਂ ਕੁਛ ਸੀ ਹਨਾ ਜੇ ਨਹੀਂ ਤੇਰੀ ਬਣ ਆਉਣ ਡਈ। ਮਤਲਬ ਨਾ ਤੇ ਉਹ ਮੈਨੂੰ ਕੱਢਣਾ ਚਾਹ ਰਹੇ ਸੀ, ਮਤਲਬ ਉਹ ਆਪ ਹੀ ਡਬਲ ਮਾਈਂਡਡ ਸੀ ਕਿ ਇਹਨੂੰ ਕਿੰਨਾ ਚਿਰ ਰੱਖ ਕੇ ਆਪਾਂ ਯੂਜ਼ ਕਰਨਾ, ਕਿ ਕੰਮ ਕਰੂਗੀ ਪੈਸੇ ਕਮਾਊਗੀ, ਕਿੰਨਾ ਚਿਰ ਅਸੀਂ ਘਰ ਦੇ ਆਪਣੇ ਦੇ ਕਰਜ਼ੇ ਉਹਦੇ ਲਾਉਣੇ ਆ, ਕਿੰਨਾ ਚਿਰ ਮਤਲਬ ਕਿ ਸਾਰਾ ਕੁਝ ਸੈੱਟ ਕਰਕੇ ਕਿਦੋਂ ਕੱਢਣਾ। ਇਹ ਉਹਨਾਂ ਦਾ ਇੱਕ ਪਲਾਨ ਸੀ। ਪਰ ਉਹ ਜਿਵੇਂ ਛੋਟੀਆਂ ਛੋਟੀਆਂ ਕਰਨ ਡੇ, ਪਰ ਮੈਨੂੰ ਇਹ ਨਹੀਂ ਫੀਲ ਹੋਣ ਡਿਆ ਕਿ ਮੈਨੂੰ ਬਾਏ ਵੀ ਨਹੀਂ ਕਰਨ ਡਿਆ, ਮੈਨੂੰ ਬਾਏ ਵੀ ਨਹੀਂ ਕਰਨ ਡਿਆ ਕਿ ਇੱਥੋਂ ਤੂੰ ਟਿਪਦੀ ਬਣ। ਉਹ ਚੀਜ਼ ਹੋਈ। ਉਸ ਤੋਂ ਬਾਅਦ ਮੈਂ ਉੱਥੇ ਕੰਮ ਕਰਦੀ ਰਹੀ। ਇਹਦਾ ਕੁਛ ਦਿਨ ਸੀ ਜਦੋਂ ਇਹਨੇ ਕਰਨਾ ਸੀ, ਠੀਕ ਹੈ ਨਾ। ਜਦੋਂ ਇਹਨੂੰ ਵੀ ਬਾਅਦ ਵਿੱਚ ਕੰਮ ਮਿਲ ਗਿਆ, ਉਹ ਕੁੜੀ ਵੀ ਸਾਨੂੰ ਮਿਲ ਗਈ, ਸੰਤਾ ਕਲਾਰਾ ਹੀ ਉਹਨਾਂ ਵੀ ਰਹਿਣ ਲੱਗ ਪਏ ਆ। ਪਰ ਮੈਂ ਬਾਅਦ ਵਿੱਚ ਫਿਰ ਮੈਂ ਕਿਚਨ 'ਚ ਪਰੌਂਠੇ ਬਣਾਉਂਦੀ ਹਾਂ ਤੇ ਉਹਦੀ ਵੀ ਜਿਵੇਂ ਪਰੌਂਠੇ ਬਣਾਉਣੇ ਗਾ ਓਕੇ ਪ੍ਰਦੀਪ ਉਹ ਵੀ ਬਣਾਉਂਦੀ, ਉਹ ਮੈਨੂੰ ਦੇ ਦਿੰਦੀ, ਮੈਂ ਉਹਨੂੰ ਦੇ ਦਿੰਦੀ। ਫਿਰ ਵੀ ਮੈਂ ਉਸ ਤੋਂ ਬਾਅਦ ਉਹਦੀ ਇੱਕ ਬੇਟੀ ਵੀ ਸੀ ਤੇ ਉਹਨੇ ਆਪਣੇ ਇੰਡੀਆ ਤੋਂ 2 ਭਰਾਵਾਂ ਨੂੰ ਵੀ ਸੱਦ ਲਿਆ ਸੀ ਉੱਥੇ। ਮਤਲਬ ਕਿ ਉਹ ਰਹਿੰਦੇ ਦਿੱਲੀ ਵਿੱਚ ਹੀ ਸੀ, ਉਹਨਾਂ ਨੂੰ ਉੱਥੇ ਰਹਿਣਾ ਨਹੀਂ ਉਹਨਾਂ ਅਮਰੀਕਾ 'ਚ। ਪਰ ਜਿਵੇਂ ਇਮੀਗ੍ਰੇਸ਼ਨ ਜਿਵੇਂ ਤੁਹਾਨੂੰ ਪਤਾ ਕਿ ਆਪਣਾ ਇਨ ਆਊਟ ਕਰਨਾ ਹੁੰਦੇ ਲੋਕ ਹਨਾ, ਜਦੋਂ ਉਹਨਾਂ ਕੋਲ ਗ੍ਰੀਨ ਕਾਰਡ ਹੁੰਦੇ, ਇੱਦਾਂ ਦਾ ਕੋਈ ਹਿਸਾਬ ਕਿਤਾਬ ਸੀ। ਇਹਨਾਂ ਚੀਜ਼ਾਂ ਮੈਨੂੰ ਇੰਨਾ ਜ਼ਿਆਦਾ ਨਹੀਂ ਹੈਗਾ, ਪਰ ਉਹਦੇ ਭਰਾ ਤੇ ਪਰ ਮੈਂ ਕਿਹਾ ਕਿ 2 ਕਮਰੇ ਤੇ ਬਾਥਰੂਮ ਇੱਕ ਹੀ ਸੀ ਤੇ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਬਾਥਰੂਮ ਜਾਵਾਂ ਤੇ ਹਨਾ ਕਦੀ ਉਹਦਾ ਕੋਈ ਹੋਵੇ, ਕਦੀ ਕੋਈ ਉੱਥੇ ਬੰਦਾ ਹੋਵੇ। ਤੇ ਮੈਂ ਇਹਨੂੰ ਕਿਹਾ ਕਿ ਮੈਂ ਨਹੀਂ। ਫਿਰ ਮੈਂ ਲੱਭਦੀ ਰਹੀ ਅਪਾਰਟਮੈਂਟ। ਇੱਕ ਅਪਾਰਟਮੈਂਟ ਮਿਲਪੀਟਸ 'ਚ ਕੈਲੀਫੋਰਨੀਆ 'ਚ ਮਿਲ ਗਿਆ। ਬਹੁਤ ਅਪਾਰਟਮੈਂਟ ਠੀਕ ਸੀ ਨਾ, ਜ਼ਿਆਦਾ ਬਹੁਤ ਵਧੀਆ ਸੀ। ਉਹਦੀ ਸਭ ਤੋਂ ਵਧੀਆ ਚੀਜ਼ ਮੈਨੂੰ ਇੱਦਾਂ ਲੱਗਦੀ, ਜੋ ਮੈਂ ਸਵੇਰੇ ਉੱਠਦੀ ਸੀ ਨਾ ਤੇ ਇੱਦਾਂ ਬਾਰੀ ਸੀ, ਬਾਰੀ ਦੇ ਸਾਹਮਣੇ ਇੱਕ ਪਹਾੜੀ ਸੀ ਤੇ ਜਦੋਂ ਅਸਮਾਨ ਤੇ ਉਹ ਮੀਂਹ ਪੈਣ ਡਿਆ ਹੁੰਦਾ ਇੰਨਾ ਬਿਊਟੀਫੁਲ ਲੱਗਦਾ। ਉਹ ਚੀਜ਼ ਸੀ। ਅਪਾਰਟਮੈਂਟ ਤੇ ਓਕੇ ਸੀ, ਪਰ ਮੈਨੂੰ ਇਹ ਸੀ ਕਿ ਚਲੋ ਠੀਕ ਹੈ ਮਿਲ ਗਏ। ਤੇ ਤੁਹਾਨੂੰ ਪਤਾ ਸਮਾਨ ਇਹ ਸਮਾਨ ਵੀ ਕੁਛ ਨਹੀਂ ਲੈਂਦਾ ਕਿ ਅਪਾਰਟਮੈਂਟ ਤੇ ਮੈਂ ਲਿਆ ਹੀ ਲਿਆ ਜਦੋਂ ਜਦ ਕਰਕੇ ਕਿ ਲੈਣਾ ਹੀ ਆ। ਤੇ ਜਿਹੜੀ ਮੈਨੇਜਰ ਆ ਮੈਂ ਉਹਨੂੰ ਕਿਹਾ ਵੀ ਨਹੀਂ ਮੈਨੂੰ ਸਮਾਨ ਦੇ ਜਾਂ ਕੁਛ ਆ, ਤੇ ਮੈਂ ਉਹਨੂੰ ਕਿਹਾ ਕਿ ਉਹ ਫਾਈਨਲੀ ਅਸੀਂ ਅਪਾਰਟਮੈਂਟ ਲੈ ਲਿਆ। ਮੈਂ ਇਹ ਥੋੜਾ ਦੱਸਦੀ ਹਾਂ ਕਿ ਕੀ ਇਹ ਪੈਸੇ ਹੈਗੇ ਆ ਪਰ ਸਾਰੇ ਇੰਡੀਆ ਭੇਜੀ ਜਾਂਦਾ, ਪਰ ਇੱਥੇ ਰਹਿਣ ਲਈ ਇੱਕ ਛੱਤ ਨਹੀਂ ਤਿਆਰ ਕਰ ਸਕਣ ਡਿਆ ਮੇਰੇ ਲਈ ਵੀ। ਇੱਕ ਛੱਤ ਵੀ ਮੇਰੇ ਲਈ ਤਿਆਰ ਕੀ ਕਰਨੀ, ਮੈਂ ਤਾਂ ਖੁਦ ਕਮਾਈ ਕਰਨ ਡਈ ਹਾਂ ਤੇ ਵੀ ਅਸੀਂ ਸਾਰੇ ਦੋਵੇਂ ਪੈਸੇ ਵੀ ਆਪਣਾ ਇੱਕ ਅਪਾਰਟਮੈਂਟ ਲੈ ਸਕੀਏ। ਤੇ ਇਦਾਂ ਦਾ ਕੁਛ ਨਹੀਂ ਹੋ ਰਿਹਾ। ਪਰ ਮੈਂ ਕੀ ਕਵਾਂ, ਮੈਂ ਉਹਨੂੰ ਕਿਹਾ ਕਿ ਅਸੀਂ ਨਾ ਅਪਾਰਟਮੈਂਟ ਲੈ ਲਿਆ ਤੇ ਉਹ ਕਹਿੰਦੀ ਉਹ ਅੱਛਾ ਤੁਸੀਂ ਲੈ ਲਿਆ। ਤੇ ਤੁਹਾਨੂੰ ਪਤਾ ਹੀ ਇਸ ਅਮਰੀਕਾ ਦੇ ਵਿੱਚ ਹਰ ਚੀਜ਼ ਜਿਵੇਂ ਹੁਣ ਮੇਰੇ ਕੋਈ ਸੀ ਕੰਪਿਊਟਰ ਸੀ, ਮੈਂ ਕਿੰਨੀਆਂ ਚੀਜ਼ਾਂ ਹੁਣੇ ਅਜੇ ਕੱਢੀਆਂ ਨੇ। ਤੁਹਾਨੂੰ ਪਤਾ ਕਿ ਲੈਣ ਵਾਲਾ ਨਹੀਂ ਕੋਈ ਹੁੰਦਾ ਉਹਨਾਂ ਚੀਜ਼ਾਂ ਨੂੰ ਇਸ ਅਮਰੀਕਾ ਦੇ ਵਿੱਚ, ਕਿ ਹਰ ਇਨਸਾਨ ਪ੍ਰਫੁੱਲਤ ਆ। ਹਰ ਕੋਈ ਇਹ ਚੀਜ਼ਾਂ ਕੋਈ ਨਹੀਂ ਚਾਹੁੰਦਾ ਕਿਸੇ ਦੀਆਂ ਪੁਰਾਣੀਆਂ ਯੂਜ਼ ਹੋਈਆਂ ਲੈਣਾ ਚਾਹਵੇ ਕੋਈ ਚੀਜ਼ਾਂ, ਤੇ ਇੱਥੇ ਸੁੱਟਣੀਆਂ ਹੀ ਪੈਂਦੀਆਂ ਨੇ ਹਨਾ, ਮਤਲਬ ਕਿ ਜਾਂ ਉਹਨਾਂ ਨੂੰ ਗੁੱਡਵਿਲ ਵਾਲਿਆਂ ਨੂੰ ਦੇਣੀਆਂ ਪੈਂਦੀਆਂ ਜਾਂ ਕੁਛ ਆ। ਪਰ ਮੈਂ ਹੈਰਾਨ ਹੋਈ। ਮੈਂ ਕਿਹਾ ਮੈਨੂੰ ਕਹਿੰਦੀ ਇੱਕ ਨਾ ਮੇਰੇ ਕੋਲ ਨਾ ਸੋਫਾ ਵਾ, ਅਸੀਂ ਤੇ ਤੇਲ ਵੀ ਨਹੀਂ ਲਾਉਂਦੇ, ਅਸੀਂ ਤੇ ਇੰਨਾ ਪੁਰਾਣਾ, ਪਰ ਮੈਂ ਨਵਾਂ ਲੈਣਾ ਤੇ ਤੂੰ ਲੈ ਲਾ ਤੇ ਤੂੰ ਦੇ ਜੇ ਹੁਣ ਆਈ ਆ। ਤੇ ਅਸੀਂ ਵੀ ਇਦਾਂ ਹੀ ਆਂਦੀ ਲਿਆ ਸੀ, ਮਤਲਬ ਕਿ ਨਾਲ ਹੀ ਉਹਨੇ ਮੈਨੂੰ ਦਿਖਾ ਦਿੱਤਾ ਵੀ ਇਦਾਂ ਹੁੰਦਾ ਵਾ ਇੱਥੇ ਜੋ ਨਵੀਂ ਜਗ੍ਹਾ ਤੇ ਆਈਦਾ ਵਾ। ਤੇ ਮੈਂ ਇਹਨੂੰ ਦੱਸਿਆ ਕਿ ਉਹ ਇੱਕ ਸੋਫਾ, ਇੱਕ ਮੈਨੂੰ ਯਾਦ ਆ ਹੈਗਾ ਹੀ ਮਤਲਬ ਕਿ ਥੋੜਾ ਡਾਰਕ ਜਿਹੇ ਕਲਰ ਦਾ ਹੀ, ਮਤਲਬ ਕਿ ਠੀਕ ਸੀ ਹੈ ਨਾ ਜੀ। ਰਹਿ ਜਾਊਗਾ, ਅਗਲੇ ਨੇ ਕਿੰਨਾ ਆਪਣੀ ਵਿਚਾਰੇ ਨੇ ਦਿਲ ਨਾਲ ਪਿਆਰ ਨਾਲ ਦਿੱਤਾ ਹੋਊਗਾ। ਤੇ ਉਹਨੇ ਕਿਹਾ ਸੋਫਾ ਲੈ ਲਾ ਤੇ ਇੱਕ ਕੈਬਨਿਟ ਦੇ ਦਿੱਤੀ ਸਾਹਮਣੇ, ਇੱਕ ਸੋਫਾ ਦੇਤਾ। ਫਿਰ ਉਹ ਅਸੀਂ ਜਾ ਕੇ ਉਹਦੇ ਘਰੋਂ ਲੈ ਆਂਦਾ ਕਿ ਜਾਂ ਉਹਨੇ ਪਹੁੰਚਾਇਆ, ਇਹ ਮੇਰੇ ਜਾਨ ਨਹੀਂ, ਪਰ ਸੋਫਾ ਆ ਗਿਆ ਸਾਡੇ ਘਰ ਹੈ ਨਾ। ਉੱਤੇ ਉਹ ਅਪਾਰਟਮੈਂਟ ਵੀ ਮੈਂ ਤੁਹਾਨੂੰ ਦੱਸਿਆ ਕਿ ਔਰਤ ਤੋਂ ਲੈ ਕੇ ਉਹ ਮੇਰੇ ਕੰਮ ਹੋਰ ਨੇੜੇ ਹੋ ਗਿਆ। ਮਿਲਪੀਟਸ ਚੋਂ ਮੇਰੀ ਜੋਬ ਬਹੁਤ ਨੇੜੇ ਹੀ, ਸਾਰੇ 10-15 ਮਿੰਟ ਲੱਗਦੇ ਸੀ। ਉੱਥੇ ਮਿਲ ਗਿਆ। ਉੱਥੇ ਮੈਂ ਇੱਕ TV ਲੈਣ ਦਾ, ਤੁਹਾਨੂੰ ਦੱਸਿਆ ਮੈਂ ਕਮਾਈ ਕਰਨ ਲੱਗ ਪਈ ਹਾਂ ਸਾਰਾ ਕੁਝ। ਮੈਂ ਆਪਣਾ TV ਲੈਣ ਦਾ ਉੱਥੇ ਦੱਸਿਆ, ਮੇਰੇ ਭਰਾ ਭਾਬੀ ਉਹ ਵਿਆਹ ਹੋ ਗਿਆ, ਮੇਰੇ ਭਰਾ ਦੇ ਭਤੀਜੇ ਹੋ ਗਏ। ਮੈਂ ਉੱਥੇ ਫੋਟੋਆਂ ਲਾਤੀਆਂ ਉਹਨਾਂ ਦੀਆਂ ਸਜਾ ਕੇ ਹੈ ਨਾ ਉਹਦੇ ਕੈਬਨਿਟ ਦੇ ਉੱਤੇ। ਉਹ ਸਹੀ ਭਾਬੀ ਦੀਆਂ ਜਿਹੜੀਆਂ ਉੱਥੇ ਹੁਣ ਉਹਦੇ ਫੋਟੋਆਂ ਲਾਤੀਆਂ, ਭਤੀਜੇ ਦੀਆਂ ਲਾਤੀਆਂ। ਉਹਨਾਂ ਨੂੰ ਮੈਂ ਚੁੰਮਿਆ ਕਰਨਾ, ਬਹਿ ਜਾਣਾ ਸੋਫੇ ਤੇ। ਸੋਫੇ ਦੇ 2 ਪੀਸ ਸੀ, ਇੱਕ ਪੂਰਾ ਲੰਬਾ ਸੀ, ਇੱਕ ਚੇਅਰ ਸੀ। ਪਰ ਮੈਂ ਮਤਲਬ ਕਿ ਤੁਹਾਨੂੰ ਪਤਾ ਹੀ ਮੈਂ ਕਿਸ ਤਰ੍ਹਾਂ ਦੇ ਸਟਰਗਲ ਚੋਂ ਨਿਕਲੀ ਹਾਂ। ਤੇ
कई बार बंदे का दिल नहीं करता इदां चीज़ां लैन नूं जां कुछ आ, पर कई बार तुहानूं जिंदगी किहड़े किहड़े रंग दिखाउंदी आ ये ओही जानदा, ये ओहदे कोल ही आ, है ना। कई बार आप मैं अपनी किताब लिखन लगदी अपनी जिंदगी दी कि मैं अपनी जिंदगी च सब चीज़ां अपनी बुक विच चंगियां चंगियां ही रखनियां ने, चंगियां चंगियां करनियां ने, पर ये चीज़ां करदियां करदियां भी कुछ ड्रामा होर हुंदा जिंदगियां दे विच। मैं रहन लग पई आराम नाल, लागे एक इंडियन स्टोर आ, पिछे वॉक करके चले जाइदा, लागे एक दमीनो पिज़्ज़ा वा घर दे पिछे, ये बंदा भी उत्थे मेरी कंपनी ते काम करन लग पिया, लागे डोमिनो पिज़्ज़ा ते भी पार्ट टाइम करदे। फिर उत्थे डोमिनो पिज़्ज़ा दे बाद च लगा सच एरोमेट लगा, तो गैस स्टेशन ही उन्हां दा थोड़ा छड्डना ही कि उन्हां ने इन्ना चिर आउंदे ही कम्म दित्ता ही, उत्थे लगा। मैं एरोमेट कंपनी च कम्म ते घर आके मैनूं नींद आई होनी दोस्तों, मैनूं नींद आई होनी, अपना मैं कोट लाउणा ते चाह पी के, बस एक कप चाह पी के ते मैं भी डबल जॉब शुरू की। इस करके की कि जिहड़ा हुण अपार्टमेंट लिया वा मैं कि मेरा रेंट अफोर्ड कर सकां, एदा रेंट दे सकां, क्योंकि मेरी अपनी चॉइस आ कि मैं अकल्ली रहना, कि ओहदा पैसा जिहड़ा वा ओहदे पैसे नूं कुछ ना होवे, ओहदे पैसे विच कोई हिल जुल ना होवे, ओहदा पैसा पूरा यूपी दे विच जा सके, ते मेरे पैसे नाल अहीं ओह जिहड़ा अपार्टमेंट चले। ते मतलब इस करके मैं 8 घंटे वो जॉब करनी, 8 घंटे घर आना, क्योंकि जॉब भी पहलों यही रस्ते च आउंदा। उस तो बाद असी एक कार दे विच ही इन्हें ड्राइव करदा ही उदों, ते मतलब कि जदों असीं फ्री मोटर जाना, उत्थे जाना फ्री मोटर, मैं बर्गर किंग ते काम कीता। मैं उत्थे इनू पहलों मेरी जॉब बर्गर किंग फ्री मोट पहलों आ जाती हुंदी ही, इहदी अगे हुंदी ही, मैनू छड्ड के उस जॉब ते आउणा। मगर जो मैं कार च इदां बैठी होनी हाँ काम तो गर्मियां दे दिन हुंदे ही, ते मैनू नींद भी आई होनी, ते मैं कि इन्ना थकी होना मैं, पर मैं कहना कि मैं अपने निशाने ते, मेरे को निशाना मेरा उस टाइम ये हुई सी कि मैं अपनी प्राइवेट मेरी लाइफ होवे, प्राइवेट अपार्टमेंट होवे, अपना जो मतलब कि अपना आराम नाल कल्ली रह सकां, इन्नी कि बस खास सी, कोई ज़्यादा खास नहीं हैगी। उस काश लिए भी मैनू बहुत ज़्यादा स्ट्रगल करना पिया। फिर वो 2 जॉबां काफ़ी 1 साल तक चलदियां रही ने। उस मिलपीटस दे विच अपार्टमेंट च रहिंदे आ, एरोमेट च होना, एरोमेट च आके मैं बर्गर किंग मतलब जाना हुंदा, पर मेरा रस्ते च पहलों आउंदा ही, पर मैनू छड्ड के फिर मैं कार ले आउणी। फिर मैं रात नूं इनू कम तो इन्हें कहना इन्ने बजे बंद हो जाना, ते उन्ने बजे मैं कम छड्डना, ये नहीं मैं पहलों छड्ड के ते उत्थे मैं इहदी शक्ल वेखण नहीं हुंदी जां बैठी मैं उन्ना चिर ही उत्थे आवर बनाउणे बर्गर किंग ते, जिन्ना चिर तन मैं दसां मैं बर्गर किंग ते एक चीज़ वेखी ही, मतलब कि तुसीं बाहरों घट तो घट खाना खाया करो। बर्गर जो मैं काम किया ही ना बर्गर किंग ते कुड़ी नूं जुकाम लगा ही, ते जुकाम लगा ही, ते वो कहंदी मैनूं छुट्टी दे, मैं जाना नहीं रहन दे करी जा काम, है ना कोई नहीं। बर्गर किंग ते नक्क थल्ले वगड़िया ही, ते ब्रैड इदां पई ही, ते उहदे विच ओहदा सीन जाई जांदा, ओहदे उदां ही पैक करी जांदे। आई स्वेयर टू गॉड कि मैं अपने अखीं वेखिया, मैं कि चीज़ां वेखिया, मैं उत्थे काम कर लिया, नहीं तो मैनूं किवें पता लगना ही कि इदां हो सकदा। तो हुण असीं कदी मैं जसपाल खाना खान जाइए ना, तो मैं जसपाल नूं कहंदी कि किसे ना कुछ ना मतलब जी बात च ना कहना कि पता नहीं हुंदा कि खाने तुहाडे च की पा दे, कि किस तरह दे लोग हैगे आ। मैं कि मैं हैरान आ भी चल ठीक है, उन्होंने छुट्टी नहीं दी, कुछ होर काम भांडे धोण वाला काम कर ला कुछ, पर वो बर्गर जिवें लाइन ते हुंदे एक ने इत्थे बर्गर फड़िया हुंदा इदां। चलो वो मेरी कहानी दे विचों मैनूं वो चीज़ याद आ गई, है ना, कि थोड़ा तुहानूं पता थोड़ा सकून जिहा भी सी, पर मैं थकी बड़ी हुंदी हाँ। जाना वापस आना, फिर 10 बजे जदों इन्हें मतलब कि वो बंद करना हुंदा स्टोर, सारे इन्ना पैसे गिनदिया होना, जदों मैं जाना बस ये पैसे ही, मैं ज्यों ही इन्हूं वेखिया पनामा तो लैके मेरा तक बस इदां डॉलर ही इदां इनू ही बस गिनदिया, उत्थे वो गिनदिया हुंदा। मैं इनू लैन जाना, मैं उत्थे बाहर कार च बैठी रहना, ठीक है। एक दिन फिर हुण डिपार्टमेंट भी ले लिया ही, काम भी असीं दोवें करन हाँ, कोई गल नहीं। ते पर मैं जदों ही इनू इदां बेहदी ते ये किहड़ी गल कोई चलो हुण असीं दोवें बैठे हाँ, कोई गल ते करनी आ, जिहड़ी गल मेरे मूँहों निकलदी सी, जिहड़ी मेरी गल मूँहों मिलदी ही, उही छित्तर दा कंन बनदी ही। ते मैनूं हुण ये नहीं याद कि मैं किहड़ी गल कीती ही, कि मतलब कि जां ते एकदम गूंगी बन के उत्ते बहिंदी जां कुछ सी। मैं उत्थे कार च बैठी हाँ, ते अंदर ही,
ਤੇ ਉਸ ਦਿਨ ਮੈਂ ਥੋੜਾ ਜਿਹਾ ਪਹਿਲੋਂ ਚਲੇ ਗਈ ਹਾਂ ਤੇ ਮੈਂ ਉੱਤਰ ਕੇ ਬਾਥਰੂਮ ਕਿਤੇ ਮੈਨੂੰ ਆਇਆ, ਫਿਰ ਮੈਂ ਅੰਦਰ ਗੈਸ ਸਟੇਸ਼ਨ ਤੇ ਵੀ ਚਲੇ ਜਾਂਦੀ ਹਾਂ ਤੇ ਇਹਨੇ ਕਹਿਣਾ ਉਹ ਉੱਥੇ ਨਾ ਕੈਮਰਾ ਲੱਗਾ ਹੈਗਾ ਵਾ ਉਹਨਾਂ ਦਾ ਤੇ ਉਹ ਵੇਖਦੇ ਹੋਣਗੇ ਤੇ ਮੈਂ ਕਿਹੜਾ ਕੁਛ ਚੋਰੀ ਕਰਨ ਡਈ ਆ ਵੀ ਕੁਛ ਲੈਣ ਲੱਗੀ ਵੀ ਮੈਂ ਮਤਲਬ ਤੂੰ ਉੱਥੇ ਬਹਿ ਰਾ ਜਾ ਕੇ ਕਾਰ 'ਚ। ਮੈਂ ਠੀਕ ਆ ਤੇ ਮੈਨੂੰ ਕਾਰ ਵਿੱਚ ਨਾ ਮੈਂ ਬੈਠੀ ਰਹਿਣਾ ਤੇ ਜਦੋਂ ਇਹਨੇ ਕੀ ਕੀਤਾ, ਇਹ ਆਇਆ, ਇਹਨੇ ਚਾਬੀ ਫੜੀ ਕਾਰ ਦੀ, ਮੈਨੂੰ ਧੱਕਾ ਮਾਰ ਕੇ ਤੇ ਕਾਰ ਭਜਾ ਕੇ ਚਲੇ ਗਿਆ। ਯਾਰ ਰਾਤ ਦਾ ਟਾਈਮ ਉਹ ਮੈਨੂੰ ਅੱਜ ਤੱਕ ਨਹੀਂ ਭੁੱਲਾ। ਉਸ ਏਰੀਏ ਦੇ ਕੋਈ ਲਾਗੇ ਨਹੀਂ ਹੈਗਾ ਜਿੱਥੇ ਉਹ ਗੈਸ ਸਟੇਸ਼ਨ ਸੀ, ਕੁਛ ਨਹੀਂ, ਕਾਲੇ ਥੋੜੇ ਬਹੁਤੇ ਟਾਵੇਂ ਕਈ ਵਾਰ ਮੈਂ ਵੇਖਦੀ ਹੁੰਦੀ ਹਾਂ ਕਿ ਤੁੰਡੇ ਉੱਥੇ ਵੱਡਾ ਗਾਰਬੇਜ ਦਾ ਇੱਕ ਵੱਡਾ ਡੱਬਾ, ਵੱਡਾ ਜਿੱਥੇ ਕੂੜਾ ਸੁੱਟਦੇ, ਵੱਡਾ ਲੋਹੇ ਵਾਲਾ ਹੁੰਦਾ ਵਾ। ਮੈਂ ਉਹਦੇ ਪਿੱਛੇ ਲੋਕ ਕੇ ਬੈਠ ਗਈ, ਮੈਨੂੰ ਕੋਈ ਪਤਾ ਹੀ ਨਹੀਂ, ਮੈਨੂੰ ਕੋਈ ਮੰਜ਼ਲ ਹੀ ਨਹੀਂ ਕਿ ਬੰਦਾ ਮੈਨੂੰ ਹੁਣ ਲੈਣ ਆਊਗਾ ਜਾਂ ਮੇਰਾ ਕੀ ਬਣੂਗਾ, ਮੈਨੂੰ ਕੁਛ ਨਹੀਂ ਪਤਾ। ਵੇਖੋ ਇੰਨਾ ਕੁਛ ਹੋਣ ਡਿਆ ਤੇ ਪਰ ਮੈਂ ਸ਼ੇਅਰ ਨਹੀਂ ਕਿਸੇ ਨਾਲ ਕਰਨ ਡਈ, ਮੈਂ ਸ਼ੇਅਰ ਨਹੀਂ ਕਰਦੀ। ਇਵਨ ਆਪਣੀ ਔਨ ਮਾਂ ਨਾਲ, ਆਪਣੇ ਭਰਾ ਨਾਲ ਤੇ ਕਰ ਸਕਦੀ ਹਾਂ ਨਾ, ਉਦੋਂ ਤੇ ਫੋਨ ਹੈਗੇ ਹੀ, ਫੋਨ ਕਰਕੇ ਮੈਂ ਗੱਲ ਦੱਸ ਸਕਦੀ ਹਾਂ ਵੀ ਵੇਖੋ ਮੇਰੇ ਨਾਲ ਕੀ ਹੋਣ ਡਿਆ। ਨਾ ਆਪਣੇ ਆਪ ਤੇ ਜਰਿਆ ਜਾਂ ਉਹਨੂੰ ਪਤਾ ਹੀ ਹੋਊਗਾ, ਉਹਨੇ ਜਿਹਨੇ ਲਿਖ ਕੇ ਭੇਜਿਆ ਇਦਾਂ ਦਾ ਕੁਛ ਸਾਰਾ ਕੁਛ। ਮਤਲਬ ਕਿ ਮੈਂ ਨਾ ਇਦਾਂ ਬੈਠੀ ਰਹੀ ਕੂੜੇ ਦੇ ਪਿੱਛੇ ਵੀ ਮੈਂ ਡਰਾਂ ਵੀ ਕੋਈ ਬੰਦਾ ਨਾ ਆ ਜਾਏ, ਕੋਈ ਕਾਲਾ ਹੈ ਨਾ ਆ ਨਾ ਜਾਏ, ਤੇ ਮੈਂ ਡਰ ਕੇ ਤੇ ਉੱਥੇ ਬੈਠੀ ਰਹੀ। 20 ਮਿੰਟ ਬਾਅਦ ਵਾਪਸ ਆਇਆ, ਫਿਰ ਮੈਂ ਚੜੀ, ਫਿਰ ਮੈਂ ਕੁਛ ਵੀ ਨਹੀਂ ਬੋਲੀ, ਘਰ ਪਹੁੰਚੀ। ਸਵੇਰੇ ਆਏ, ਸਵੇਰੇ ਜਿਵੇਂ ਮੇਰੀ ਅਰਲੀ ਜੋਬ ਹੀ, ਜਿਵੇਂ ਅਰਲੀ ਸੀ, ਜਿਵੇਂ ਮੇਰੇ ਖਿਆਲ ਮੈਂ ਕਿ 8 ਤੋਂ 5 ਸੀ, ਇੱਦਾਂ ਹੀ ਕੋਈ ਸਵੇਰੇ ਚਲੇ ਜਾਈਦਾ ਸੀ। ਸਵੇਰੇ ਫੇਰ ਉੱਠੀ, ਸਵੇਰੇ ਫੇਰ ਐਰੋਮੇਟ ਗਈ। ਉੱਥੇ ਕਰਦਿਆਂ ਮੈਂ ਇੰਡੀਆ ਵੀ ਇੱਕ ਵਾਰੀ ਆਈ ਹਾਂ ਕਿ ਮੇਰੇ ਕੰਮ ਵੀ ਕਰਨਾ ਪਿਆ ਤੇ ਪੇਪਰ ਵੀ ਮੇਰੇ ਬਣ ਗਏ ਸੀ। ਉਦੋਂ ਮੈਨੂੰ ਲੱਗਦਾ ਗ੍ਰੀਨ ਕਾਰਡ ਤੱਕ ਆ ਗਿਆ ਸੀ ਕਿ ਮੈਂ ਇੰਡੀਆ ਆ ਸਕਦੀ ਹਾਂ। ਤੇ ਮੈਂ ਕਿਹਾ ਕਿ ਹੁਣ ਮੇਰੇ ਕੋਲ ਇੰਨੇ ਕੁ ਪੈਸੇ ਹੈਗੇ, ਮੈਂ ਟਿਕਟ ਲੈ ਸਕਦੀ ਹਾਂ, ਮੈਂ ਇੰਡੀਆ ਜਾਣਾ ਹੈਗਾ। ਤੇ ਕਿਉਂਕਿ ਮੈਂ ਆਪਣੇ ਭਰਾ ਨੂੰ ਨਹੀਂ ਵੇਖਿਆ, ਆਪਣੀ ਭਾਬੀ ਨੂੰ ਵੇਖਿਆ, ਆਪਣੇ ਭਤੀਜਿਆਂ ਨੂੰ ਨਹੀਂ ਵੇਖਿਆ, ਤੇ ਮੈਂ ਜਾਣਾ। ਉਦੋਂ ਉਹ ਖੇਡਣ ਡਿਆ ਸੀ, ਚਿੱਟਾ ਉਹਨੇ ਪਾਇਆ ਹੋਇਆ ਸੀ, ਕਾਟਨ ਦਾ ਸੂਟ ਗਿਰਨ ਡਿਆ ਸੀ। ਮੈਂ ਜੋ ਗਈ ਹਾਂ, ਮੈਂ ਵੱਡਾ ਸਾਰਾ ਟੈਡੀ ਬੇਅਰ ਲੈ ਕੇ ਗਈ, ਖਿਡੌਣੇ ਲੈ ਗਈ, ਪਰ ਉਹ ਖਿਡੌਣੇ ਬ੍ਰਾਂਡਡ ਨਹੀਂ ਸੀ। ਮੈਨੂੰ ਚੀਜ਼ਾਂ ਲੈਣ ਦਾ ਨਹੀਂ ਪਤਾ ਹੁੰਦਾ ਕਿ ਕਿੱਦਾਂ ਦੇ ਗਿਫਟ ਲੈਣੇ ਆ। ਲੋਕਾਂ ਨੂੰ ਬਸ ਸੋਨੇ ਡਾਇਮੰਡ ਹੀ ਪਸੰਦ ਆ। ਇਸ ਨਾਲ ਪਹਿਲੀ ਵਾਰ ਮੇਰਾ ਮੇਲ ਜੋਲ ਹੋਣਾ ਸੀ ਕਿਸੇ ਨਾਲ, ਤੇ ਮੈਂ ਜਾਂਦੀ ਹਾਂ, ਮੈਂ ਮੰਮੀ ਬ੍ਰਦਰ ਸਾਰੇ ਜਾਣੇ ਦਿੱਲੀ ਆਏ ਹੋਏ ਸੀ, ਮੰਮੀ ਨਹੀਂ ਆਏ ਮੇਰਾ ਖਿਆਲ। ਤੇ ਮੈਂ ਉੱਥੇ ਮਤਲਬ ਕਿ ਦਿੱਲੀ 2 ਦਿਨ ਰੁਕਣਾ ਹੈ, ਉੱਥੇ ਵੀ ਰਿਸ਼ਤੇਦਾਰ ਸੀ। ਉਸ ਤੋਂ ਬਾਅਦ ਮੈਨੂੰ ਬਹੁਤ ਖਾਲੀ ਸੀ ਆਪਣੀ ਮਾਂ ਨੂੰ ਮਿਲਣ ਦੀ। ਮਿਲੀ ਮੈਂ, ਪਰ ਮੈਂ ਕੁਛ ਨਹੀਂ, ਇੰਨੇ ਬਹੁਤ ਸਾਲ ਮਿਲੀ, ਪਰ ਮੈਂ ਇੱਕ ਵਾਰੀ ਨਹੀਂ ਦੱਸਿਆ ਕਿ ਕਿਵੇਂ ਗੁਜ਼ਰੀ ਮੇਰੀ ਉਸ ਪਨਾਮਾ 'ਚ, ਕਿਵੇਂ ਗੁਜ਼ਰੀ ਮੇਰੀ। ਮੈਂ ਕਿਹਾ ਹੁਣ ਕਿਵੇਂ ਗੁਜ਼ਰੀ, ਤੇ ਮੈਂ ਕਿੰਨਾ ਜ਼ੋਰ ਲੈ ਕੇ ਇੱਕ ਅਪਾਰਟਮੈਂਟ ਤੱਕ ਮਹਾਂ ਤੱਕ ਪਹੁੰਚ ਚੁੱਕੀ ਹਾਂ। ਇੰਨੇ ਸਾਲਾਂ 'ਚ ਸਿਰਫ ਇੱਕ ਅਪਾਰਟਮੈਂਟ ਤੱਕ ਹੀ ਮੇਰੀ ਹੋ ਸਕੀ ਆ। ਮੈਂ ਨਹੀਂ ਦੱਸਿਆ, ਪਰ ਮੈਂ ਇਹ ਦੱਸਦੀ ਰਹੀ ਮੈਂ ਬਹੁਤ ਖੁਸ਼ ਹਾਂ, ਮੇਰਾ ਪੇਪਰ ਬਣ ਗਿਆ। ਤੇ ਉਹ ਵੀ ਮੇਰੀ ਮੰਮੀ ਵੀ ਬਹੁਤ ਖੁਸ਼ ਸੀ। ਬਸ ਰੋਜ਼ ਸ਼ਹਿਰ ਅੰਮ੍ਰਿਤਸਰ ਸਟੋਰਾਂ 'ਤੇ ਮੰਮੀ ਨੇ ਬਹੁਤ ਸਾਰੇ ਕੱਪੜੇ ਲੈ ਕੇ ਦਿੱਤੇ, ਸੂਟ, ਹਰ ਚੀਜ਼ ਜੋ ਵੀ ਮੈਂ ਲੈਣਾ ਚਾਹੁੰਦੀ ਹਾਂ ਸਭ ਕੁਝ ਉਹਨਾਂ ਲੈ ਕੇ ਦਿੱਤਾ। ਪਰ ਜਦੋਂ ਹੋਰ ਮੈਂ ਤੁਹਾਨੂੰ ਸਾਰੇ ਰਿਸ਼ਤਿਆਂ ਦੀ ਗੱਲ ਆ ਰਹੀ, ਜੋ ਮੈਂ ਪਹਿਲੀ ਵਾਰ ਗਈ ਹਾਂ ਤੇ ਸਿਰਫ ਹੋਰ ਸਾਰਿਆਂ ਨੂੰ ਤੇ ਥੋੜ੍ਹਾ ਬਹੁਤਾ ਕਿਸੇ ਨੂੰ ਚੀਜ਼ਾਂ ਦਾ ਹੀ ਹੋਊਗਾ ਕਿ ਕੀ ਚੀਜ਼ ਹੈ ਤੇ ਕੀ ਨਹੀਂ, ਬ੍ਰਾਂਡਡ ਨਹੀਂ ਲੈ ਕੇ ਆਉਂਦੀ ਹੈ ਨਾ। ਮੈਂ ਜਿਵੇਂ ਟੈਂਪਰੇਰੀ ਸਾਰਾ ਕੁਛ ਮਤਲਬ ਸਸਤੀਆਂ ਚੀਜ਼ਾਂ ਹੀ ਲੈ ਕੇ ਗਈ ਹਾਂ। ਮੈਨੂੰ ਅੱਜ ਤੱਕ ਯਾਦ ਆ ਕਿ ਜੇ ਮੈਨੂੰ ਕਿਸੇ ਨੇ ਮੇਰਾ ਹਾਲ ਪੁੱਛਿਆ ਤੇ ਮੈਂ ਜੋ ਆਪਣੇ ਨਾਨਕੇ ਗਈ ਹਾਂ ਤੇ ਮੇਰੇ ਨਾਨਾ ਜੀ, ਰਾਤ ਦਾ ਟਾਈਮ ਸੀ ਤੇ ਬਾਕੀ ਸਾਰੇ ਉਸ ਘਰ ਵਿੱਚ ਸਾਰੇ ਅੰਦਰ ਚਲੇ ਗਏ ਸੀ। ਤੇ ਉਹ ਮੈਨੂੰ ਕਹਿੰਦੇ ਬੱਬੂ ਤੂੰ ਮੇਰੇ ਕੋਲ ਬਹਿ। ਮੈਂ ਬੈਠੀ ਹਾਂ ਮੰਜੀ ਤੇ, ਉਹ ਇੱਧਰ ਮੇਰੇ ਸਾਹਮਣੇ ਬੈਠੀ, ਮੈਂ ਇੱਧਰ ਬੈਠੀ ਹਾਂ। ਉਹਨਾਂ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਵਾ ਹੈ ਨਾ, ਤੇ ਉਹ ਬੈਠੇ ਆ ਤੇ ਮੈਨੂੰ ਕਹਿੰਦੇ ਤੂੰ ਤੇ ਪਨਾਮਾ ਗਈ ਹਾਂ ਤੇ ਤੂੰ ਅਮਰੀਕਾ ਕਿਵੇਂ ਚਲੇ ਗਈ ਹਾਂ ਹੈ ਨਾ।
ਤੇ ਆਂਦੇ ਵੀ ਤੂੰ ਅਮਰੀਕਾ ਗਈ ਆ ਤੇ ਵੀ ਉੱਥੇ ਕਿਹੜਾ ਤੈਨੂੰ ਅਮਰੀਕਾ ਨੇ ਵੀਜ਼ਾ ਭੇਜਿਆ, ਜਿਵੇਂ ਤੂੰ ਗਈ ਮੈਨੂੰ ਦੱਸ। ਉਹਨਾਂ ਨੇ ਮੈਨੂੰ ਇਹ ਨਹੀਂ ਪੁੱਛਿਆ ਤੇਰੀ ਸ਼ਾਦੀ ਵਾਲਾ ਕਿਵੇਂ, ਨਾ ਕਿਉਂਕਿ ਉਹਨੂੰ ਪਤਾ ਨਹੀਂ ਹੋਣਾ ਚਿੱਠੀਆਂ ਵਿੱਚ ਤੇ ਮੈਂ ਸਾਰਾ ਕੁਝ ਚੰਗਾ ਚੰਗਾ ਲਿਖਣ ਡਈ ਹਾਂ ਨਾ। ਤੇ ਕਰਕੇ ਉਹਨਾਂ ਨੇ ਇਹ ਪੁੱਛਿਆ ਕਿ ਤੂੰ ਅਮਰੀਕਾ ਕਿਵੇਂ ਪਹੁੰਚੀ ਆ। ਦੋਸਤੋ ਮੈਂ ਜਿਵੇਂ ਹੀ ਸੁਣਾਉਣ ਲੱਗੀ ਉਹਨਾਂ ਨੂੰ ਕਹਾਣੀ, ਮੈਂ ਕਿਹਾ ਸ਼ੁਕਰ ਕਿਸੇ ਨੇ ਪੁੱਛਿਆ ਹੈ ਨਾ ਮੈਨੂੰ। ਮੈਂ ਕਿ ਇੱਕੋ ਇਨਸਾਨ ਨੇ ਉਸ ਪੂਰੇ ਪੰਜਾਬ ਦੇ ਵਿੱਚੋਂ ਮੈਨੂੰ ਪੁੱਛਿਆ ਕਿ ਮੈਨੂੰ ਦੱਸ ਕਿ ਤੂੰ ਅਮਰੀਕਾ 'ਚ ਕਿਵੇਂ ਪਹੁੰਚੀ ਆ। ਮੈਂ ਜਦੋਂ ਕਹਾਣੀ ਸੁਣਾਉਣ ਲੱਗੀ ਤੇ ਮੇਰੇ ਨਾਨਾ ਜੀ ਦੇ ਲੂਈ ਕੰਢੇ ਖੜੀ ਹੋਈ ਜਾਂਦਾ ਤੇ ਉਹ ਮੈਨੂੰ ਕਹਿੰਦੇ ਕਿ ਮੇਰੇ ਨਾਨਾ ਹੀ ਖਾਲਸਾ ਕਾਲਜ ਜੋਬ ਕਰਦੇ ਸੀ, ਪੜ੍ਹੇ ਲਿਖੇ ਹੀ ਸਾਰੇ। ਤੇ ਮੈਨੂੰ ਕਹਿੰਦੇ ਕਿ ਤੂੰ ਨਾ, ਉਹਨਾਂ ਨੇ ਆਪ ਹੀ ਮੈਨੂੰ ਕਿਹਾ ਸੁਣਾ, ਉਹਨਾਂ ਮੈਨੂੰ ਸ਼ਾਦੀ ਦੀ ਲਾਈਫ ਬਾਰੇ ਨਹੀਂ ਕੁਛ ਕਿਹਾ, ਉਹਨਾਂ ਮੈਨੂੰ ਕਿਹਾ ਕਿ ਤੂੰ ਅਮਰੀਕਾ 'ਚ ਕਿਵੇਂ ਗਈ ਹਾਂ, ਮੈਨੂੰ ਇਹ ਦੱਸ ਕਹਾਣੀ। ਜਦੋਂ ਹੀ ਮੈਂ ਕਹਾਣੀ ਮੈਂ ਲੱਭਣ ਡਈ ਹਾਂ ਕੋਈ ਹੈ ਨਾ, ਕੋਈ ਮੈਨੂੰ ਪੁੱਛੇ ਨਾ ਕੁਛ ਤੇ ਮੈਂ ਨਾ ਸ਼ੁਰੂ ਹੋ ਗਈ ਮੈਂ ਕਿ ਪੂਰਾ, ਕਿਉਂਕਿ ਤੁਹਾਨੂੰ ਪਤਾ ਮੈਂ ਤੁਹਾਨੂੰ ਵਿੱਚੋਂ ਮੈਂ ਸ਼ਾਇਦ ਮਿਸਿੰਗ ਕਰ ਗਈ ਹੋਊਂਗੀ ਕਿ ਦੱਸਦਿਆਂ ਵੀ ਮੈਂ ਕਈ ਕੁਛ ਗੰਦ ਵਿੱਚ ਇਸ ਟਾਈਮ ਦੇ ਵਿੱਚ ਕਿ ਅਗਰ ਮੈਂ ਬੋਲਣਾ ਵੀ ਚਾਹਾਂ ਤਾਂ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਊਗੀ। ਕੁਛ ਗੱਲਾਂ ਇਹੋ ਜਿਹੀਆਂ ਜ਼ਿੰਦਗੀ 'ਚ ਹੁੰਦੀਆਂ ਕਿ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਊਗੀ ਕਿ ਮੈਂ ਇੱਦਾਂ ਬੋਲਾਂ। ਪਰ ਮੈਂ ਸਾਰਾ ਕੁਛ ਬੋਲ ਵੀ ਰਹੀ ਹਾਂ, ਪਰ ਕੁਛ ਅਜੇ ਵੀ ਬਹੁਤ ਸਾਰੇ ਧੱਬੇ ਜਿਹੜੇ ਆ ਅਜੇ ਵੀ ਕਈ ਖੂਹ ਅੰਦਰ ਡੁੱਬੇ ਹੋਏ ਆ ਜਿਹੜੇ ਮੈਂ ਬੋਲਿਆ। ਤੇ ਪਰ ਮੈਂ ਉਹਨਾਂ ਨੂੰ ਮੈਂ ਦੱਸਿਆ ਆਪਣੇ ਨਾਨਾ ਜੀ ਨੂੰ ਸਾਰਾ ਕੁਛ। ਇਹ ਮਤਲਬ ਕਿ ਜਿਵੇਂ ਮੈਂ ਪਹਿਲੀ ਵਾਰ ਆਈ ਤੇ ਕਿਵੇਂ ਮੈਂ ਫੇਲ ਹੋਈ, ਮੈਂ ਪਹੁੰਚ ਨਹੀਂ ਸਕੀ, ਫਿਰ ਮੈਂ ਵਾਪਸ ਚਲੇ ਗਈ, ਕਿਵੇਂ ਮੈਂ ਬੱਸ 'ਚ ਬੈਠੀ ਹਾਂ, ਕੀ ਮੈਂ ਸੋਚਣ ਨਹੀਂ ਹਾਂ, ਫਿਰ ਮੈਂ ਦੂਜੀ ਵਾਰ ਕਿਵੇਂ ਨਿਕਲੀ, ਕਿਵੇਂ ਮੈਂ ਭੱਜੀ, ਕੀ ਕੀਤਾ। ਤੇ ਉਹ ਨਾ ਅਖੀਰ ਤੱਕ ਅਜੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਨਾ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਨਾ ਚੁੱਪ ਕਰ ਜਾ ਪਲੀਜ਼। ਮੈਂ ਕਿਹਾ ਤੇ ਮੇਰਾ ਹਾਰਟ ਅਟੈਕ ਹੋ ਚੱਲਿਆ, ਮੈਂ ਨਹੀਂ ਸੁਣਨੀ। ਤੇ ਮੈਂ ਫਿਰ ਵੀ ਸੁਣਾਉਂਦੀ ਆ, ਪਰ ਫਿਰ ਵੀ ਉਹਨੇ ਕਹਾ ਕਿ ਨਹੀਂ ਬੱਬੂ ਪਲੀਜ਼ ਮੈਂ ਨਹੀਂ ਸੁਣਨੀ। ਇਹ ਤੋਂ ਬਾਅਦ ਨਹੀਂ ਮੈਂ ਸੁਣਨੀ, ਉਹ ਸੁਣ ਨਹੀਂ ਸਕੇ ਮੇਰੀ ਕਹਾਣੀ। ਇਹੋ ਹੀ ਕਹਾਣੀ ਬਸ, ਇਹ ਕਹਾਣੀ ਮੇਰੀ ਜ਼ਿੰਦਗੀ ਦੀ ਨਹੀਂ, ਸਿਰਫ ਕਹਾਣੀ ਅਮਰੀਕਾ ਤੋਂ, ਪਨਾਮਾ ਤੋਂ ਅਮਰੀਕਾ 'ਚ ਮੈਂ ਕਿਵੇਂ ਦਾਖਲ ਹੋਈ ਹਾਂ, ਸਿਰਫ ਅਮਰੀਕਾ ਦੀ ਐਂਟਰੀ ਦੀ ਕਹਾਣੀ। ਤੇ ਮੈਂ ਦਿਲ ਵਿੱਚ ਕਿਹਾ ਕਿ ਤੁਹਾਨੂੰ ਪਨਾਮਾ ਤੋਂ ਅਮਰੀਕਾ ਦੀ ਐਂਟਰੀ ਤੱਕ ਦੀ ਕਹਾਣੀ ਸੁਣਾਉਣ ਡਈ ਆ ਤੇ ਤੁਹਾਡੇ ਲੂਈ ਕੰਢੇ ਖੜੇ ਹੋ ਗਏ ਆ। ਤੇ ਮੈਂ ਦਿਲ ਵਿੱਚ ਕਹਿੰਦੀ ਹਾਂ ਵੀ ਇਸ ਧਰਤੀ ਦੇ ਕੌਣ ਹੋਊਗਾ ਕੋਈ ਜਿਹੜਾ ਮੇਰਾ ਕਹਾਣੀ ਸੁਣੇ। ਇਹ ਨਹੀਂ ਪਤਾ ਕਿ ਰੱਬ ਨੇ ਕੁਛ ਹੋਰ ਹੀ ਲਿਖਿਆ ਹੈਗਾ ਕਿ ਮੈਂ ਇਸ ਕਹਾਣੀ ਨੂੰ ਕਿਹਦੇ ਸਾਹਮਣੇ ਤੇ ਕਿਦੋਂ ਤੇ ਕਿਹੜੇ ਟਾਈਮ, ਮੈਂ ਸੋਚਿਆ ਨਹੀਂ। ਇਹ ਮੇਰੀ ਪਿਕਚਰ, ਇਹ ਮੇਰੇ ਪ੍ਰੋਜੈਕਟ ਦਾ ਹਿੱਸਾ ਨਹੀਂ, ਜਿਹੜਾ ਮੈਂ ਹੁਣ ਕਰ ਰਹੀ ਹਾਂ ਇਹ ਮੇਰੇ ਪ੍ਰੋਜੈਕਟ ਦਾ ਹਿੱਸਾ ਬਿਲਕੁਲ ਨਹੀਂ ਆ, ਇਹ ਉਹਦੀ ਆ। ਫਿਰ ਨਾ ਮੈਂ ਉਹਨਾਂ ਨੂੰ ਦੱਸਿਆ, ਸਿਰਫ ਉਹਨਾਂ ਨੇ ਸੁਣਿਆ, ਹੋਰ ਕਿਸੇ ਨੇ ਨਹੀਂ ਮੈਨੂੰ ਪੁੱਛਿਆ। ਇੱਕ ਨੇ ਨਹੀਂ ਪੁੱਛਿਆ। ਮੰਮੀ ਨੇ ਮੈਨੂੰ ਤੇ ਲੋ ਮੈਂ ਚਿੱਠੀ ਲੈ ਲਈ, ਮੈਂ ਇੱਥੇ ਆ ਗਈ ਉੱਥੇ ਆ ਗਈ ਆ, ਪਰ ਏਦਾਂ ਕੋਲ ਬਿਠਾ ਕੇ ਮੈਨੂੰ ਸੁਣਾ ਗੱਲ ਵੀ ਤੂੰ ਕਿਵੇਂ ਪਹੁੰਚੀ ਤੇ ਕਿਉਂ, ਮਤਲਬ ਕਿਉਂ ਜਾਣਾ ਸੀ ਤੇ ਵੀ ਮਤਲਬ ਕਿ ਭੇਜਿਆ ਤੇ ਇੱਥੇ ਹੀ ਆ ਨਾ, ਇੱਥੇ ਗਈ ਹਾਂ। ਤੇ ਮੈਂ ਦੱਸਿਆ ਕਿ ਸਾਰਿਆਂ ਨੇ ਚਲੇ ਜਾਣਾ ਸੀ, ਵੀ ਕਿਸੇ ਨੇ ਵੀ ਨਹੀਂ ਉੱਥੇ ਰਹਿਣਾ, ਸਾਰੇ ਲਾਈਕ ਕਰਦੇ ਕਿ ਅਮਰੀਕਾ ਹੀ ਸੈਟਲ ਹੋਣਾ ਸੀ। ਤੇ ਇਹ ਕਰਕੇ ਉਹ ਵੀ ਇੱਕ ਮਤਲਬ ਸੀ। ਤੇ ਪਰ ਮੈਂ ਕਿਵੇਂ ਪਹੁੰਚੀ ਹਾਂ ਉਹ ਉਹਨਾਂ ਦੇ ਲੂਈ ਕੰਢੇ ਖੜੇ ਕਰਨੇ। ਫਿਰ ਚਲੋ ਠੀਕ ਆ, ਉੱਥੇ ਮੈਂ ਰਹੀ ਹਾਂ ਕੁਝ ਚਿਰ, ਥੋੜਾ ਚਿਰ। ਤੇ ਸਭ ਨੂੰ ਬਸ ਇੰਨਾ ਕਿ ਹਾਂ ਅਮਰੀਕਾ 'ਚ ਰਹਿੰਦੀ ਹਾਂ, ਇਹ ਤੋਂ ਜ਼ਿਆਦਾ ਨਹੀਂ ਆ। ਬਸ ਇੱਕ ਮਾਂ ਦਾ ਪਿਆਰ ਤੇ ਹੈ ਹੀ ਤੇ ਭਰਾ ਦਾ ਹੈਗਾ ਹੀ ਸੀ। ਤੇ ਮੈਂ ਕਿ ਮੇਰੇ ਨਾਨਾ ਜੀ ਨੇ ਜਿਹੜੀ ਮੇਰੀ ਸਟੋਰੀ ਸੁਣੀ ਉਹ ਗਵਾਹ ਗਏ ਹੈ ਨਾ ਉਸ ਸਟੋਰੀ ਦੇ ਕਿ ਮੈਂ ਕਿਵੇਂ ਪਹੁੰਚੀ ਹਾਂ ਹੈ ਨਾ ਇਸ ਅਮਰੀਕਾ ਦੇ ਵਿੱਚ। ਫਿਰ ਮੈਂ ਆ ਜਾਂਦੀ ਹਾਂ, ਫਿਰ ਮੈਂ ਆਪਣੇ ਕੰਮ 'ਤੇ ਚਲੇ ਜਾਂਦੀ ਹਾਂ। ਉਹ ਮੈਂ ਆਪਣੇ ਪੈਸੇ ਆਪਣੀ ਟਿਕਟ ਆਪੇ ਲੈ ਸਕਦੀ ਹਾਂ, ਕੋਈ ਮੈਨੂੰ ਹੈ ਨਹੀਂ। ਮੈਂ ਥੋੜ੍ਹੀ ਬਹੁਤੀ ਆਜ਼ਾਦੀ ਮੈਨੂੰ ਆਉਣ ਲੱਗ ਪਈ ਸੀ। ਫਿਰ ਉਸੇ ਐਰੋਮੇਟ 'ਚ ਫਿਰ ਮੈਂ ਆਪਣਾ ਕੰਮ ਕਰਨਾ ਪੈਂਦੀ ਹਾਂ ਹੈ ਨਾ ਆਰਾਮ ਨਾਲ। ਤੇ ਮੇਰੀ ਮੰਮੀ ਉਦੋਂ ਵੀ ਅਜੇ ਜੋਬ ਤੇ ਹੀ, ਪਰ ਮੇਰਾ ਦਿਲ ਕਰਦਾ ਕਿ ਮੈਂ ਉਹਨਾਂ ਨੂੰ ਅਮਰੀਕਾ ਦਿਖਾਊਂਗੀ ਇੱਕ ਦਿਨ। ਤੇ ਪਰ ਮੈਂ ਸੋਚਦੀ ਹਾਂ ਕਿ ਆਪ ਵੀ ਮੇਰੇ ਚੰਗੀ ਤਾਂ ਪੇਪਰ ਹੈ ਨਾ ਹੋ ਜਾਣ। ਇਹਦਾ ਕੰਮ ਕੁਛ ਏਡਾ ਨਹੀਂ ਉਦੋਂ ਕਿ ਇਹਨੂੰ ਨਹੀਂ ਕੋਈ ਇਹਦਾ ਸੱਦਣ ਸਦਾਉਂਦਾ ਕਿਸੇ ਨੂੰ। ਇਹਦਾ ਇਹੀ ਕਿ ਨੋਟਾਂ 'ਤੇ ਨੋਟ ਭੇਜਣੇ ਉੱਥੇ, ਤੇ ਬਸ ਉਹ ਵੀ ਬੈਠੇ ਹੋਏ ਸੀ ਸਾਰੇ ਜਾਣੇ ਮੂੰਹ ਅੱਡ ਕੇ ਪੂਰੀ ਤਰ੍ਹਾਂ 24 ਆਵਰ ਵੀ ਪੈਸੇ। ਤੇ ਮੈਨੂੰ ਨਹੀਂ ਪਤਾ ਕਿ ਮੈਨੂੰ ਕਿਹੜੇ ਬੇਸ 'ਤੇ ਰੱਖ ਰਿਹਾ ਸੀ, ਨਾ ਤੇ ਮੈਨੂੰ ਕੱਢ ਰਿਹਾ ਸੀ ਤੇ ਨਾ ਹੁਣ ਮੈਂ ਉਹ ਸਾਰੇ ਕਲੂ ਇਕੱਠੇ ਕਰਨੇ ਆ। ਕਦੀ ਮੈਨੂੰ ਲੱਗਦਾ ਕਿ ਇਹ ਆਂਦੇ ਨੇ ਵੀ ਤੂੰ ਆਪੇ ਚੱਲ ਜਾ, ਫਿਰ ਮੈਂ ਕਿਹਾ ਜੇ ਆਪੇ ਕਹਿੰਦੇ ਸੀ ਤੇ ਇਹਨਾਂ ਕੋਲ ਤੇ ਬਹੁਤ ਫਾਰਮੂਲੇ ਸੀ ਕਿ ਮੈਨੂੰ ਕੱਢਣ ਦੇ, ਪਰ ਫਿਰ ਇਹਨਾਂ ਕੱਢਿਆ ਕਿਉਂ ਨਹੀਂ। ਤੇ ਉਹ ਕੱਢਦੇ
ਤੇ ਹੋਰ ਕਿਸੇ ਨੂੰ ਕਰਦੇ ਜਾਂ ਕੁਛ ਕਰਦੇ ਤਾਂ ਪੈਸਿਆਂ 'ਚ ਫਿਰ ਰੁਕਾਵਟ ਆਉਂਦੀ, ਜਿਹੜੇ ਉੱਥੇ ਉਹ ਜਿਹੜਾ ਪੈਸੇ ਦਾ ਚੱਲਣ ਡਿਆ ਸੀ ਦੇਣ, ਉਹ ਕੰਮ ਨਹੀਂ ਹੋਣਾ। ਤਾਂ ਉਹਨਾਂ ਨੇ ਸੋਚਿਆ ਕਿ ਉਹ ਸਾਰੇ ਕੰਮ ਕਰਨ ਤੋਂ ਬਾਅਦ ਮੈਂ ਦੱਸੂਗੀ ਕਿ ਕਿਵੇਂ ਇੱਕ ਖਾਲੀ ਘਰ ਤੋਂ, ਇੱਕ ਟੁੱਟੇ ਛੱਪੜ ਤੋਂ, ਛੱਪੜ ਸੀ ਜਿਹੜੀ ਕਿਚਨ ਸੀ, ਛੱਪੜ ਜਿਵੇਂ ਯੂਪੀ ਜਿੰਨੇ ਰਹਿੰਦੇ ਉਹਨਾਂ ਨੂੰ ਪਤਾ ਹੋਊਗਾ, ਛੱਪੜ ਹੁੰਦੇ ਪਰਾਲੀ ਦੇ ਬਣੇ ਹੋਏ, ਇੱਦਾਂ ਬਣੇ, ਉਸ ਕਿਚਨ ਦੇ ਵਿੱਚ ਮੈਂ ਆਈ ਹਾਂ। ਉਹ ਕਿਚਨ ਸੀ 5 ਸਾਲ ਤੱਕ, ਉਹੀ ਕਿਚਨ ਸੀ ਉੱਥੇ, ਹੈ ਨਾ। ਫਿਰ ਇਹਨਾਂ ਘਰ ਵੀ ਮੈਂ ਜਾ ਕੇ ਉੱਥੇ ਵੀ ਨੈਚੁਰਲੀ ਜਾਣਾ ਹੀ, ਮੇਰੇ ਸਹੁਰੇ ਆ, ਹੈ ਨਾ, ਮਤਲਬ ਕੁਛ ਵੀ ਕਹੋ। ਫਿਰ ਮੈਂ ਇੱਥੇ ਜਦੋਂ ਪਹੁੰਚ ਗਈ ਹਾਂ, ਜੋਬ ਕਰਦੀ ਹਾਂ। ਫਿਰ ਮੈਂ ਤੁਹਾਨੂੰ ਦੱਸਦੀ ਹਾਂ, ਇੱਥੇ ਨਾ ਇੱਕ ਕੁੜੀ ਸੀ, ਉਹਦਾ ਨਾਂ ਸੀ ਨੀਰੂ, ਮੈਨੂੰ ਮਿਲੀ। ਮੇਰੇ ਨਾਲ ਮੈਂ ਆਪਣੇ ਘਰ ਦੀ ਗੱਲ ਅੱਜ ਦੱਸਣ ਨਹੀਂ, ਸਾਰੀ ਦੁਨੀਆ ਤੇ ਇੱਕ ਟੋਕਰੇ ਦੱਸਣ ਨਹੀਂ, ਕੋਈ ਗੱਲ ਨਹੀਂ, ਕੋਈ ਡਰ ਨਹੀਂ ਆਪਾਂ ਨੂੰ। ਡਰ ਇਸ ਕਰਕੇ ਨਹੀਂ ਕਿਉਂਕਿ ਮੈਂ ਨਹੀਂ ਦੱਸਣੀ, ਮੈਂ ਉਹ ਆ, ਮੈਨੂੰ ਰੱਬ ਨੇ ਬਣਾਇਆ ਕਿ ਮੈਂ ਆਪਣੇ ਘਰ ਦੀ ਇੱਕ ਇੰਨੀ ਗੱਲ ਵੀ ਬਾਹਰ ਕੱਢਣਾ ਨਹੀਂ ਰੱਖਦੀ। ਪਰ ਇਹ ਇੰਨਾ ਅੰਤ ਹੋ ਗਿਆ, ਉੱਪਰੋਂ ਓਵਰ ਹੋ ਗਿਆ ਕੰਮ, ਕਿ ਰੱਬ ਹੀ ਆਂਦਾ ਹੋਣਾ ਕਿ ਫੇਰ ਹੀ ਦਿਨ ਮੈਂ ਖੜੂੰਗਾ, ਇਹ ਕੰਮ ਨਿਬੇੜਿਆ ਹੁਣ ਤੂੰ, ਹੈ ਨਾ। ਸਾਰੇ ਜਿਹੜੇ ਰਹਿ ਗਏ ਆ ਨਾ ਕੰਮ ਹਿਸਾਬ ਕਿਤਾਬ, ਉਹ ਨਿਬੇੜਿਆ, ਉਹ ਨਿਬੇੜ ਰਹੀ ਹਾਂ ਮੈਂ ਦੋਸਤੋ। ਫਿਰ ਮੈਂ ਜਦੋਂ ਮੈਂ ਇੱਥੇ ਆ ਗਈ ਹਾਂ ਤਾਂ ਉੱਥੇ ਕੁੜੀ ਨੀਰੂ, ਉਹ ਉੱਥੇ ਸੈਨੋਜ ਰਹਿੰਦੀ ਸੀ। ਵੇਖੋ ਮੇਰੀ ਜ਼ਿੰਦਗੀ 'ਚ ਕਿਵੇਂ ਆਈ। ਮੇਰਾ ਮਾਰਨਿੰਗ ਸ਼ਿਫਟ ਹੀ ਤੇ ਸਵਿੰਗ ਸ਼ਿਫਟ ਮੈਂ ਕਰਦੀ ਹਾਂ, ਤੇ ਸਵਿੰਗ ਸ਼ਿਫਟ ਉਹ ਕਰਦੀ ਸੀ। ਤੇ ਉਹ ਜਿਵੇਂ ਆ ਕੇ ਤੇ ਮੈਂ ਇੱਕ ਛੋਟੀ ਜਿਹੀ ਇੱਕ ਹੁੰਦੀ ਸੀ ਮਸ਼ੀਨ, ਛੋਟੀ ਜਿਹੀ ਮਸ਼ੀਨ ਹੁੰਦੀ, ਉਹ 'ਚ ਇੱਦਾਂ ਕੋਇਲ ਪਾਈਦਾ ਸੀ, ਇੱਦਾਂ ਉਹਨੂੰ ਬਟਨ ਨੱਪੀਦਾ, ਉਹਦੇ ਵਿੱਚ ਵਾਇਰ ਹੁੰਦੀ, ਉਹ ਜਿਹਾ ਕੰਮ ਕਰਨ ਡਈ ਹੁੰਦੀ ਹਾਂ ਮੈਂ ਬੈਠੀ, ਹੈ ਨਾ। ਉਹਨੇ ਆ ਜਾਣਾ 15 ਮਿੰਟ ਪਹਿਲਾਂ ਹੀ ਜਿਵੇਂ, ਹੈ ਨਾ, ਮੈਨੂੰ ਕਹਿਣਾ, ਹਾਏ ਦੀਦੀ ਤੁਹਾਡੇ ਤੁਸੀਂ ਤੇ ਇੰਡੀਆ ਤੋਂ ਆ ਕੇ ਤੁਹਾਡੇ ਕੋਲ 2 ਇੰਸ਼ੋਰੈਂਸ ਆ, ਜਿਵੇਂ ਉਹਦੇ ਕੋਲ ਇੰਸ਼ੋਰੈਂਸ ਆ, ਹੈ ਨਾ, ਮੈਂ ਤੇ ਹੈਲਥ ਇੰਸ਼ੋਰੈਂਸ ਹੁੰਦੀ ਤੁਹਾਨੂੰ ਪਤਾ, ਤੇ ਮੇਰੇ ਕੋਲ ਇੰਸ਼ੋਰੈਂਸ ਨਹੀਂ ਹੈ, ਤੇ ਤੁਸੀਂ ਆਪਣੀ ਇੰਸ਼ੋਰੈਂਸ ਮੈਨੂੰ ਦੇ ਦਿਓ। ਹਾਂ, ਤੁਸੀਂ ਯਕੀਨ ਕਰਦੇ, ਮੈਂ ਆਪਣੇ ਮੈਨੇਜਰ ਨੂੰ ਕਿਹਾ, ਉਹਦਾ ਮੈਨੂੰ ਨਾਮ ਹੀ ਯਾਦ, ਮੈਨੇਜਰ ਪੌਲ ਗੋਰਾ, ਮੈਨੂੰ ਕਿਹਾ ਤੂੰ ਨਾ ਇਹਨੂੰ ਦੇ ਦੇ, ਮੇਰੀ ਕੋਈ ਗੱਲ ਨਹੀਂ, ਮੈਨੂੰ ਨਹੀਂ ਚਾਹੀਦੀ। ਤੁਸੀਂ ਸੋਚਿਆ ਕਦੀ ਕੰਪਨੀਆਂ 'ਚ ਇੱਦਾਂ ਹੁੰਦਾ, ਮੈਨੂੰ ਇੱਦਾਂ ਦੀਆਂ ਗੱਲਾਂ ਕਰਨੀ। ਫਿਰ ਮੈਨੂੰ ਕਹਿੰਦੀ, ਉਹਦੀ ਆਪਣੀ ਬੇਟੀ, ਆਪਣੀ ਸੱਸ ਸਹੁਰਾ ਨਹੀਂ ਹੈਗਾ ਤੇ ਆਪਣੇ ਹਸਬੈਂਡ ਨਾਲ ਰਹਿੰਦੀ। ਉਹ ਕੁੜੀ ਰੋਜ਼ ਮੈਨੂੰ ਆ ਕੇ, ਹਿੰਦੂ ਹੀ ਜਲੰਧਰ ਤੋਂ, ਮੈਨੂੰ ਰੋਜ਼ ਦੱਸੇ ਮੇਰੇ ਹਸਬੈਂਡ ਨੇ ਮੈਨੂੰ ਰਾਤ ਕੁੱਟਿਆ, ਮੇਰੇ ਹਸਬੈਂਡ ਨੇ, ਤੇ ਉਹ ਮੈਨੂੰ ਦੱਸੇ ਤੇ ਮੈਂ ਰੋਣਾ, ਤੇਰੇ ਹਸਬੈਂਡ ਨੇ ਇਦਾਂ ਕੀਤਾ, ਹਾਏ ਮਾੜਾ। ਮੇਰੇ ਘਰ ਆਉਣ ਲੱਗ ਪਈ, ਹੈ ਨਾ, ਮੇਰੇ ਘਰ ਆਉਣ ਲੱਗ ਪਈ, ਤੇ ਜਿਵੇਂ ਮੈਂ ਕੋਈ ਸ਼ੋਪਿੰਗ ਕਰਨੀ ਆ ਤੇ ਮੈਨੂੰ ਕਹਿੰਦੇ ਤੂੰ ਮੈਨੂੰ ਦੱਸਣਾ, ਮੈਂ ਤੇਰੇ ਨਾਲ ਜਾਊਂਗੀ, ਹੈ ਨਾ। ਉਹ ਮੈਂ ਇੱਕ ਵਾਰੀ ਉਹਦੇ ਘਰ ਗਈ ਹਾਂ ਬਸ, ਹੈ ਨਾ। ਉਹ ਮੇਰਾ ਪਾਰਟਨਰ, ਮੈਂ ਤੇ ਉੱਥੇ ਇਕੱਲੀ ਰਹਿੰਦੀ ਹਾਂ, ਤੇ ਉਹਨੇ ਮਤਲਬ ਆਉਂਦੀ ਰਹਿੰਦੀ, ਜੇ ਮੈਂ ਕੋਈ ਮੇਰਾ ਹੋਰ ਵੀ ਗੈਸਟ ਆਇਆ ਮੈਂ ਉਹਨੂੰ ਸਾਦੀ ਹਾਂ, ਤੇ ਉਹਨੂੰ ਮਤਲਬ ਕਿ ਮੈਂ ਇੱਕ ਦੋਸਤ ਹੀ ਬਣ ਗਈ। ਤੂੰ ਆਪਣੇ ਦੁੱਖ ਦੱਸਣ ਲਈ, ਤਾਂ ਹੀ ਮੈਂ ਰੋਂਦੀ ਹਾਂ ਜੇ ਮੈਂ ਦੁਖੀ ਹੋਣੀ ਹਾਂ ਦੋਸਤੋ। ਪਰ ਦਰਅਸਲ ਤਾਂ ਮੈਂ ਅਸਲੀ ਰੂਪ ਦਿਖਾਉਂਦੀ ਹਾਂ ਕਿ ਇਸ ਦੁਨੀਆ ਦੇ ਵਿੱਚ ਰਹਿੰਦੇ ਹਾਂ, ਤੁਹਾਨੂੰ ਇੱਕ ਤਾਂ ਆਪਣੀਆਂ ਦੀਆਂ ਪੀੜਾਂ ਸਹਿਣੀਆਂ ਪੈਂਦੀਆਂ, ਆਪਣਿਆਂ ਤੋਂ ਜੁੱਤੀਆਂ ਦਾ ਸ਼ਿਕਾਰ ਹੋਣਾ ਪੈਂਦਾ। ਉਸ ਟਾਈਮ ਇਹ ਚੀਜ਼ ਸੀ ਕਿ ਜਿਹੜੇ ਅਫੇਅਰ ਲੋਕ, ਸ਼ਾਦੀशुदा ਅਫੇਅਰ ਕਿਵੇਂ ਬਾਹਰ ਹੋ ਜਾਂਦੇ ਆ। ਦੱਸਦੀ ਹਾਂ ਤੋਂ ਬਾਅਦ ਕੀ ਹੋਇਆ। ਉਹ ਕੁੜੀ ਮਤਲਬ ਕਿ ਬਹੁਤ ਜ਼ਿਆਦਾ ਮੇਰੀ ਜ਼ਿੰਦਗੀ, ਸਾਲ ਇੱਕ ਦੋਸਤੀ, ਉਹ ਮੈਨੂੰ ਰੋਜ਼ ਦੱਸੇ ਇੱਦਾਂ ਦੀਆਂ ਗੱਲਾਂ, ਹੈ ਨਾ, ਫੋਨ ਕਰਕੇ। ਮੈਂ ਕਿਹਾ ਮੈਨੂੰ ਇੱਦਾਂ ਦੋਸਤੀ ਕਰਨੀ ਨਹੀਂ ਪੈਂਦੀ ਨਾ, ਮੈਂ ਤਾਂ ਆਲਰੇਡੀ ਥੱਕੀ ਹੋਈ ਇਹਨਾਂ ਚੀਜ਼ਾਂ ਤੋਂ ਕਿ ਮੈਂ ਆਪਣੇ ਘਰ 'ਚ ਨਹੀਂ ਸੁਖੀ, ਤਾਂ ਕੀ ਮਤਲਬ ਕਿਸੇ ਨੂੰ ਕਹਿਣਾ ਜਾਂ ਨਹੀਂ ਆ। ਪਰ ਉਹ ਆਪਣੀ ਰੋਜ਼ ਸਟੋਰੀ ਉਹਨੇ ਮੈਨੂੰ ਮੇਰੇ ਅੱਗੇ ਬਹਿ ਜਾਣਾ, ਉਹ ਸੁਣਾਉਂਦੀ ਰਹੀ। ਚਲੋ ਮੈਂ ਕਿਹਾ ਦੋਸਤੀ ਆ, ਹੈ ਨਾ, ਸੁਣਾਉਂਦੀ ਦੁੱਖ, ਤੇ ਮੈਂ ਰੋਣਾ ਜਦੋਂ ਜਿਸ ਤਰ੍ਹਾਂ ਦੀ ਉਹਨੇ ਮੇਰੇ ਸਾਹਮਣੇ ਦੱਸਣਾ ਕਿ ਉਹਨੇ ਮਤਲਬ ਕਿ ਉਹਨੇ ਮੈਨੂੰ ਕੁੱਟਿਆ। ਤੇ ਮੈਂ ਕਿਹਾ ਤੂੰ ਮਤਲਬ ਇੰਨਾ ਨਨਾਣ ਵੀ ਉਹਦੀ ਮੇਰੇ ਘਰ ਕਈ ਵਾਰ ਆਉਂਦੀ, ਉਹਦੇ ਨਾਲ ਨਾਨ ਭਰਜਾਈ ਵੀ ਇਕੱਠੀਆਂ ਆਉਂਦੀਆਂ, ਤੇ ਉਦੋਂ ਮੈਨੂੰ ਇਕੱਠੀਆਂ ਮੇਰੇ ਕੋਲ ਘਰ ਆਉਂਦੀਆਂ, ਤੇ ਉਹ ਵੀ ਮੈਨੂੰ ਭੋਲੀ ਜੀ ਲੱਗਣੀ, ਤੇ ਕਹਿੰਦੀ ਨਹੀਂ ਇਹ ਚੰਗੀ ਆ, ਘਰ ਵਾਲਾ ਹੀ ਇੱਦਾਂ ਵਾ ਕਿ ਉਹ ਇੱਦਾਂ ਕੁੱਟਦਾ ਵਾ। ਤੇ ਮੈਂ ਚਲੋ ਠੀਕ ਆ ਵੀ ਜਿੰਨੀ ਕਿ ਮੈਂ ਹਮਦਰਦੀ ਕਰ ਸਕਦੀ ਉਹ ਵੀ ਕਰਦੀ। ਤੇ ਉਹ ਮੇਰੇ ਨਾਲ ਸਟੋਰਾਂ ਤੇ, ਜਿਵੇਂ ਮੈਨੂੰ ਏਰੀਆ ਦਾ ਨਹੀਂ ਪਤਾ ਉੱਥੇ, ਹੈ ਨਾ, ਜਾਂ ਕੁਛ ਆ, ਤੇ ਉਹ ਬਹੁਤ ਪਹਿਲੋਂ ਦੀ ਗਈ ਹੋਈ ਸੀ, ਤੇ ਉਹਦੇ ਨਾਲ ਮੇਰੇ ਨਾਲ ਜਾਂਦੀ ਹੁੰਦੀ ਸੀ, ਹੈ ਨਾ। ਕੋਈ ਲੈਣਾ ਬਾਥਰੂਮ ਦੇ ਲਈ ਸੈੱਟ ਲੈਣਾ ਹੈਗਾ ਵਾ, ਜਿਵੇਂ ਟਾਵਲ ਲੈਣੇ ਆ, ਹੈ ਨਾ, ਸਜਾਉਣਾ, ਡੈਕੋਰੇਟ ਕਰਨਾ, ਕਰਟਨ ਦਾ ਸਾਰਾ ਕੁਛ, ਤੇ ਉਹਦੇ ਨਾਲ ਮੈਂ ਕਈ ਵਾਰ ਚਲੇ ਜਾਂਦੀ ਹਾਂ।
ਫਿਰ ਕੀ ਹੋਇਆ ਦੋਸਤੋ, ਮੈਂ ਇਸ ਤਰ੍ਹਾਂ ਨਾ ਲਾਗੇ ਮੇਰੇ ਨਾ ਇੱਕ ਲੌਂਗ ਡਰੱਗ ਸਟੋਰ ਹੁੰਦਾ, ਤੇ ਜੇ ਮੈਂ ਕਦੀ ਕੋਈ ਦਵਾਈ ਲੈਣ ਜਾਂਦੀ, ਕੋਈ ਸਿਰ ਪੀੜ ਦੀ ਐਡਵਲ ਜਾਂ ਕੁਛ ਆ, ਮੈਂ ਮਾਈਗ੍ਰੇਨ ਬਹੁਤ ਜ਼ਿਆਦਾ ਮੇਰੀ ਪ੍ਰੋਬਲਮ ਮੈਨੂੰ ਦਿੰਦਾ ਹੁੰਦਾ ਸੀ, ਤੇ ਮੈਂ ਕਰਕੇ ਬਹੁਤ ਗੋਲੀਆਂ ਖਾਂਦੀ ਹੁੰਦੀ ਕਿ ਸਿਰ ਪੀੜ ਦੀਆਂ। ਤੇ ਮੈਂ ਉੱਥੇ ਜਾਂਦੀ ਹਾਂ ਨਾ, ਤੇ ਮੈਂ ਵੇਖਦੀ ਹੁੰਦੀ ਹਾਂ ਕਿ ਲੋਕਾਂ ਨੇ ਚਿੱਟੇ ਕੋਟ ਪਾਏ ਆ, ਲਿਪਸਟਿਕ ਲਾਈ ਆ, ਬਹੁਤ ਸੋਹਣੇ ਸੱਜੀਆਂ ਕੁੜੀਆਂ ਹੈ ਨਾ, ਬਹੁਤ ਸੋਹਣੇ ਇੱਦਾਂ ਤੇ ਕੰਮ ਕਰਨੀਆਂ ਹੁੰਦੀਆਂ। ਤੇ ਮੈਂ ਮਤਲਬ ਕਿ ਮੈਨੂੰ ਇੱਦਾਂ ਲੱਗਾ ਕਿੰਨੀ ਪ੍ਰੋਫੈਸ਼ਨਲ ਜੋਬ ਹੈਗੀ ਆ ਹੈ ਨਾ, ਤੇ ਕਿੰਨੀ ਵਧੀਆ ਜੋਬ ਹੈਗੀ ਆ। ਤੇ ਮੈਂ ਨਾ ਪੁੱਛਿਆ ਤੁਸੀਂ ਕੀ ਆ, ਫਾਰਮੇਸੀ ਟੈਕਨੀਸ਼ੀਅਨ ਫਾਰਮਾਸਿਸਟ ਚਲੋ ਮੈਂ ਨਹੀਂ ਬਣ ਸਕਦੀ ਹੈ ਨਾ, ਮੇਰਾ ਕੁਛ ਹੋਰ ਲੈਣੇ ਆ, ਤੇ ਫਾਰਮੇਸੀ ਟੈਕਨੀਸ਼ੀਅਨ ਆ ਮੈਂ, ਤੇ ਇੱਦਾਂ ਤੇ ਮੈਨੂੰ ਇੱਦਾਂ ਲੱਗਣਾ ਬੜੀ ਪ੍ਰੋਫੈਸ਼ਨਲ ਜੋਬ ਹੈਗੀ ਹੈ, ਮੈਨੂੰ ਇੱਦਾਂ ਲੱਗਣਾ। ਤੇ ਪਲੱਸ ਮੈਂ ਸੋਚਾਂ ਬਾਬਾ ਇੱਜ਼ਤਦਾਰ ਅੰਦਰ ਆਰਾਮ ਨਾਲ ਖੜੇ ਹੋਣਾ ਵਾ, ਤੇ ਦਵਾਈਆਂ ਨਾਲ ਹੀ ਕੰਮ ਆ, ਤੇ ਕੁਛ ਨਹੀਂ ਆ। ਤੇ ਮੈਂ ਨਾ ਇਹਨੂੰ ਕਿਹਾ ਕਿ ਮਤਲਬ ਮੈਨੂੰ ਲੱਗਦਾ ਮੇਰੀ ਜੋਬ ਇੰਡੀਆ ਮੈਂ ਜ਼ਿਆਦਾ ਟਾਈਮ ਰਹਿ ਗਈ ਹਾਂ, ਤੇ ਮੇਰੀ ਜੋਬ ਵੀ ਥੋੜੀ ਡਾਊਨ ਹੋਣ ਡਈ, ਛੱਡਣ ਵਾਲੇ ਹਾਲ ਸੀ। ਉਹ ਵੀ ਚਾਹੁੰਦੇ ਸੀ ਕਿ ਪਹਿਲਾਂ ਉਹਨਾਂ ਨੇ ਮੈਨੂੰ ਫੇਰ ਰੱਖ ਲਿਆ ਸੀ ਜੋ ਮੈਂ ਇੰਡੀਆ ਤੋਂ ਆਈ ਹਾਂ। ਮੈਨੂੰ ਲੱਗਦਾ ਮੈਂ ਜ਼ਿਆਦਾ ਟਾਈਮ ਰਹੀ ਹਾਂ 3 ਮਹੀਨੇ, ਤੇ ਮੈਂ ਇਹਨੂੰ ਹੀ ਰੋਟੀ ਦੇਣ ਜਾਂਦੀ ਹਾਂ। ਇਹ ਵੀ ਉੱਥੇ ਹੀ ਕੰਮ ਕਰਦਾ ਸੀ ਨਾ, ਤੇ ਜਦ ਮੈਂ ਇੰਡੀਆ ਤੋਂ ਆ ਗਈ ਹਾਂ, ਤੇ ਮੈਂ ਇਹਨੂੰ ਰੋਟੀ ਦੁਪਹਿਰੇ ਗਰਮ ਗਰਮ ਬਣਾ ਕੇ ਤੇ ਇਹਨੂੰ ਮੈਂ ਦੇਣ ਜਾਣੀ ਹੈ ਨਾ, ਰੋਟੀ ਦੇਣ ਜਾਣੀ। ਤੇ ਮੇਰਾ ਮੈਨੇਜਰ ਨੇ ਵੇਖਿਆ, ਉਹ ਕਹਿੰਦਾ ਤੂੰ ਇੰਡੀਆ ਤੋਂ ਆ ਗਈ, ਤੂੰ ਦੱਸਿਆ ਹੀ ਨਹੀਂ ਸਾਨੂੰ ਹੈ ਨਾ। ਮੈਂ ਕਿਹਾ ਇੱਦਾਂ ਮੈਨੂੰ ਕੋਈ ਉਹ ਨਹੀਂ ਹੈਗਾ ਹੈ ਨਾ, ਕਿ ਮਤਲਬ ਮੈਂ ਸੋਚਿਆ ਮੈਂ ਛੱਡ ਦਿੱਤੀ ਜੋਬ ਵੀ ਜ਼ਿਆਦਾ ਟਾਈਮ ਹੋ ਗਿਆ। ਤੇ ਮੈਂ ਕਿਹਾ ਹਾਂਜੀ ਮੈਂ ਆ ਗਈ ਹਾਂ, ਤੇ ਹੁਣ ਮੈਨੂੰ ਪਤਾ ਨਹੀਂ ਤੁਸੀਂ ਹੈ ਨਾ ਵੀ ਰੱਖਣਾ ਨਹੀਂ। ਕਹਿੰਦਾ ਨਹੀਂ ਲੋੜ ਆ, ਹੁਣੇ ਹੀ ਆ ਜਾ। ਤੇ ਮੈਂ ਸੂਟ ਕਰ ਬਦਲ ਕੇ ਤੇ ਫਿਰ ਮੈਂ ਮੁੜਦੇ ਪੈਰੀ ਮੈਨੂੰ ਕੰਮ ਤੇ ਰੱਖ ਲਿਆ। ਪਰ ਉਹਨਾਂ ਨੂੰ ਉਸ ਟਾਈਮ ਲੋੜ ਹੀ ਮੇਰੀ, ਤੇ ਉਹਨਾਂ ਨੇ ਫਿਰ ਰੱਖ ਲਿਆ, ਪਰ ਉਹਨਾਂ ਨੇ ਕੱਢ ਹੀ ਦੇਣਾ ਸੀ ਉਹਨਾਂ ਨੂੰ ਟੈਂਪਰੇਰੀ। ਉਹ ਵੀ ਮੈਨਾਂ ਮਤਲਬ ਕਿ ਜਿਵੇਂ ਸਮਾਰਟ ਕੀਤੀ, ਤੇ ਮੈਂ ਕਿਹਾ ਠੀਕ ਹੈ ਆ ਜਾਂਦੀ ਹਾਂ। ਤੇ ਮੈਂ ਆ ਕੇ ਇਹਨੂੰ ਖਾਣਾ ਦੇਣਗੇ, ਤਾਂ ਮੈਨੇਜਰ ਹੋ ਗਿਆ। ਫਿਰ ਮੈਂ ਮੇਰੇ ਖਿਆਲ ਮੇਰਾ ਰਹੀ ਉਸ ਤੋਂ ਬਾਅਦ 6 ਮਹੀਨੇ ਮੇਰੀ ਜੋਬ ਰਹੀ, ਫਿਰ ਦੁਬਾਰਾ ਇਸੇ ਚੀਜ਼ 'ਤੇ। ਫਿਰ ਬਾਅਦ ਵਿੱਚ ਮੇਰਾ ਖਿਆਲ ਉੱਥੋਂ ਲੈ ਹੋਈਆਂ, ਉਦੋਂ ਵੀ ਮੈਂ ਬਹੁਤ ਘਰ ਆ ਕੇ ਰੋਈ ਹਾਂ। ਤੇ ਫਿਰ ਮੈਂ ਦੱਸਿਆ ਤੁਹਾਨੂੰ ਲੌਂਗ ਡਰੱਗ 'ਤੇ ਜੇ ਮੈਂ ਜਾਂਦੀ ਹੁੰਦੀ ਹਾਂ ਦਵਾਈ ਲੈਣ, ਉਹ ਲਾਗੇ ਹੀ ਮਿਲਪੀਟਸ 'ਤੇ ਥੋੜ੍ਹਾ ਜਿਹਾ ਦੂਰੀ 'ਤੇ ਮੈਂ ਉੱਥੇ ਵੇਖਦੀ ਹਾਂ ਕਿ ਲੋਕਾਂ ਨੇ ਵਾਈਟ ਕੋਟ ਪਾਉਂਦੀਆਂ ਸੀ, ਟੈਕਨੀਸ਼ੀਅਨ ਵੀ ਵਾਈਟ ਕੋਟ ਪਾਏ ਹੋਣੇ, ਤੇ ਸੋਹਣਿਆ ਸਾਰਾ ਕੁਝ ਸਾਫ ਸੁਥਰਾ ਵਧੀਆ ਸੱਜੇ ਹੋਣਾ। ਤੇ ਮੈਂ ਆਖਿਆ ਕਿ ਓਕੇ ਮੈਂ ਹੁਣ ਜੋਬ ਮੇਰੀ ਹੋਣੀ ਆ, ਤੇ ਮੈਂ ਕੁਛ ਇੱਦਾਂ ਦਾ ਕਰਦੀ ਹਾਂ। ਤੇ ਮੈਂ ਸਰਚ ਕਰਨੀ ਸ਼ੁਰੂ ਕੀਤੀ, ਤੇ ਮੈਨੂੰ ਇੱਕ ਸਕੂਲ ਲੱਭਿਆ, ਸੋਇਰ ਕਾਲਜ ਫਾਰਮੇਸੀ ਟੈਕਨੀਸ਼ੀਅਨ। ਇੱਥੇ ਤੇ ਅੱਜ ਕੱਲ੍ਹ ਉੱਦਾਂ ਹੀ ਲੋਕੀ ਟੈਕਨੀਸ਼ੀਅਨ ਬਣ ਜਾਂਦੇ ਆ ਅੱਜ ਦੇ ਟਾਈਮ ਵਿੱਚ, ਵੀ ਤੁਸੀਂ ਇੱਕ ਰਿਟੇਲ ਵਿੱਚ ਕੈਸ਼ੀਅਰ ਦੀ ਜੋਬ ਕਰਨੇ ਆ, ਤੇ ਉਸ ਤੋਂ ਬਾਅਦ ਤੁਸੀਂ ਟੈਕਨੀਸ਼ੀਅਨ ਬਣ ਜਾਂਦੇ। ਪਰ ਉਸ ਟਾਈਮ ਮੈਨੂੰ ਇਹਨਾਂ ਸਭ ਚੀਜ਼ਾਂ ਦਾ ਪਤਾ ਨਹੀਂ। ਮੈਂ ਲੋਨ ਲਿਆ 5000, ਜਿਹੜਾ ਓ ਮਾਈ ਗॉड ਲੋਨ ਮੈਂ ਪਤਾ ਕਿੱਦੋਂ ਪੂਰਾ ਕੀਤਾ, ਤੁਸੀਂ ਵੇਖ ਲਓ। ਉਹ ਲੋਨ ਉਦੋਂ ਦਾ ਲਿਆ ਹੋਇਆ ਮੈਂ ਲੋਨ ਜਸਪਾਲ ਨੂੰ ਮਿਲਣ ਤੋਂ ਬਾਅਦ ਮੈਂ ਪੂਰਾ ਕੀਤਾ ਕੈਲੀਫੋਰਨੀਆ ਜੀ। ਲੋਨ ਮਤਲਬ ਕਿ ਲੈ ਕੇ ਤੇ ਮੈਂ ਕੋਰਸ ਸ਼ੁਰੂ ਕੀਤਾ। ਉਹ ਹੈਗਾ ਸੀ 8-9 ਮਹੀਨੇ ਦਾ ਹੀ। ਫਿਰ ਮੈਨੂੰ ਪੈਸੇ ਲਈ ਜੋਬ ਵੀ ਤੇ ਚਾਹੀਦੀ ਸੀ ਨਾ, ਤੇ ਨਾਲ ਮੈਂ ਉਦੋਂ ਮੈਂ ਬਹੁਤ ਆਪਣਾ ਖਿਆਲ ਰੱਖਣ ਲੱਗ ਪਈ, ਬਹੁਤ ਮੈਂ ਸੱਜਣ ਸਬਰ ਲੱਗ ਪਈ ਹਾਂ। ਤੇ ਮੈਂ ਆਪਣੇ ਆਪ ਵਿੱਚ ਇੱਦਾਂ ਮਤਲਬ ਕਿ ਠੀਕ ਵੀ ਮੈਂ ਆਪਣੇ ਆਪ ਨੂੰ ਹੈਲਥੀ ਰੱਖਣਾ ਸ਼ੁਰੂ ਕਰ ਦਿੱਤਾ ਸੀ ਕਿ ਮਤਲਬ ਕਿ ਮੈਨੂੰ ਇੱਦਾਂ ਲੱਗਾ ਜੇ ਮੈਂ ਜੋ ਚਾਹੁੰਦੀ ਹਾਂ ਉਹ ਮੈਂ ਕਰ ਸਕਦੀ ਹਾਂ। ਤੇ ਮੈਂ ਜੋ ਉਹ ਕੋਰਸ 'ਤੇ ਫਿਰ ਮੈਂ ਕਿਹਾ ਕਿ ਪੈਸੇ ਜਿਵੇਂ ਤੁਹਾਨੂੰ ਦੱਸਿਆ ਕਿ ਚਾਹੀਦੇ ਮੈਨੂੰ, ਤੇ ਮੈਂ ਨਾਲ ਸਿਕਿਉਰਿਟੀ ਦੀ ਜੋਬ ਕਰਨ ਲੱਗ ਪਈ। ਉਹ ਸੀਗੇਟ ਕੰਪਨੀ ਹੀ ਕਿਤੇ ਫਰੀਮੌਂਟ ਹੀ ਮੈਨੂੰ ਲੱਗਦਾ ਹੈਗੀ ਸੀ, ਉੱਥੇ ਸਿਕਿਉਰਿਟੀ ਜੋਬ ਇਹ ਨਹੀਂ ਕਿ ਕੋਈ ਪਿਸਤੌਲ ਫੜ ਕੇ ਮੈਂ ਆਲੇ ਦੁਆਲੇ ਤੋਂ, ਨਹੀਂ, ਇੱਕ ਆਫਿਸ ਹੁੰਦਾ ਸੀ, ਉਹਦੇ ਵਿੱਚ ਮੈਂ ਬੈਠੀ ਹੁੰਦੀ ਹਾਂ ਤੇ ਆਪਣੀਆਂ ਕਿਤਾਬਾਂ ਵੀ ਲੈ ਜਾਂਦੀ ਹਾਂ, ਤੇ ਰਾਤ ਨੂੰ ਮੈਂ ਉਹ ਜੋਬ ਕਰਦੀ ਹੁੰਦੀ ਹਾਂ। ਸਵੇਰੇ ਮੈਂ ਜਾਣਾ ਹੁੰਦਾ ਸੀ ਇੱਥੇ, ਤੇ ਸਵੇਰੇ ਮੈਂ ਪੜ੍ਹਨ ਜਾਣਾ ਹੁੰਦਾ ਸੀ 8 ਵਜੇ, ਤੇ ਮੈਂ 8 ਵਜੇ ਤੋਂ ਮੇਰਾ ਖਿਆਲ 6 ਵਜੇ ਆ ਜਾਂਦੀ ਹੁੰਦੀ ਹਾਂ। 12 ਵਜੇ ਰਾਤ ਨੂੰ ਸ਼ੁਰੂ ਕਰਦੀ ਹਾਂ, ਤੇ ਸਵੇਰੇ ਆਪਣੇ ਸਕੂਲ ਜਾਣ ਤੋਂ ਪਹਿਲਾਂ ਘਰ ਆ ਕੇ ਤਿਆਰ ਹੋ ਕੇ ਉਹ ਕੱਪੜੇ ਲਾ ਕੇ, ਤਾਂ ਮੈਂ ਨੀਲਾ ਸੂਟ ਕੋਟ ਪਾਇਆ ਹੋਣਾ ਮੈਂ, ਤੇ ਉੱਥੇ ਇੰਡੀਅਨ ਹੀ ਕੰਮ ਕਰਦੇ, ਅੰਦਰ ਵੀ ਕੁੜੀਆਂ ਹੀ ਇੰਡੀਅਨ ਕੰਮ ਕਰਦੀਆਂ ਉਹ ਸੀਗੇਟ 'ਚ। ਤੇ ਜਿਹੜੇ ਸਿਕਿਉਰਿਟੀ ਵਾਲੇ ਹੀ ਇੱਕ ਬਜ਼ੁਰਗ ਸਨ, ਮੈਨੂੰ ਯਾਦ ਆ ਪਤਾ ਕਿੱਥੇ ਹੋਣਗੇ ਉਹ, ਮੈਨੂੰ ਨਾਮ ਵੀ ਨਹੀਂ ਯਾਦ ਉਹਨਾਂ ਦੇ। ਉਹ ਆਲੇ ਦੁਆਲੇ ਘੁੰਮਦੇ ਸੀ, ਉਹ ਵੀ ਇੰਡੀਅਨ ਸੀ। ਇੱਕ ਡਾਕਟਰ ਮੁੰਡਾ ਸੀ ਇੰਡੀਆ ਤੋਂ ਆਇਆ ਵਿਆਹ ਕਰਕੇ ਕੁੜੀ ਨਾਲ, ਉਹ ਵੀ ਉੱਥੇ ਹੁੰਦਾ ਸੀ। ਉਹ ਵੀ ਮੈਂ ਉਹਦੇ ਨਾਲ ਵੀ ਗੱਲਾਂ ਬਾਤਾਂ ਕਰਦੀ ਰਹਿੰਦੀ ਹਾਂ। ਉਹ ਵੀ ਸੁਣਾਉਂਦਾ ਕਿ ਉਹ ਡਾਕਟਰ ਆ, ਤੇ ਇੱਥੇ ਵੀ ਅਜੇ ਥੋੜ੍ਹੇ ਜਿਹੇ ਟੈਸਟ ਦੇਣ ਡਿਆ, ਫਿਰ ਹੁਣ ਸਿਕਿਉਰਿਟੀ ਦੀ ਜੋਬ ਕਰਨ ਡਿਆ ਨਾਲ। ਤੇ ਮੈਂ ਵੀ ਕਰਨੀ ਹਾਂ ਕਿ ਮੈਂ ਫਾਰਮੇਸੀ ਵਿੱਚ ਸੋਚਦੀ ਹਾਂ ਕੋਰਸ ਕਰ ਲਾਂ। ਤੇ ਮੈਂ ਨਾ ਮੇਰੀ ਜੋਬ ਮੈਂ ਐਵੇਂ ਕਹਾਂ ਝੂਠ ਮਾਰਾਂ, ਮੇਰੀ ਬੁਰੀ ਨਹੀਂ ਸੀ ਸਿਕਿਉਰਿਟੀ ਦੀ, ਕਹਿਣ ਨੂੰ ਸਿਕਿਉਰਿਟੀ ਹੀ ਤੇ ਸਿਕਿਉਰਿਟੀ ਗਾਰਡ, ਪਰ ਇੱਦਾਂ ਹੀ ਮੈਂ ਨੀਲਾ ਕੋਟ ਪਾ ਕੇ, ਇੱਕ ਮੇਰਾ ਨਿੱਕਾ ਜਿਹਾ ਲੱਕੜ ਦਾ ਆਫਿਸ ਬਣਿਆ ਹੁੰਦਾ ਸੀ, ਤੇ ਮੈਂ ਉਹ 'ਚ ਬੈਠੀ ਬਸ ਇਹੋ ਹੀ ਕਹਿਣਾ ਹੁੰਦਾ ਸੀ
ਮਿਸਟਰ ਥੋਮਸ ਕੋਲ ਪਾਰਕ 101 ਹੈ ਨਾ, ਬਸ ਮੈਨੂੰ ਉਹਨਾਂ ਦੀ ਕੋਲ ਹੀ ਟ੍ਰਾਂਸਫਰ ਕਰਨੀ ਹੁੰਦੀ, ਹੋਰ ਮੈਨੂੰ ਕੁਛ ਕੰਮ ਨਹੀਂ, ਤੇ ਬਾਕੀ ਟਾਈਮ ਗੱਪਾਂ ਚੱਪਾਂ ਮਾਰਦੀ ਰਹਿੰਦੀ ਹਾਂ, ਤੇ ਜਾਂ ਆਪਣੀਆਂ ਕਿਤਾਬਾਂ ਤੇ ਮੈਂ ਇੱਦਾਂ ਬੈਠੀ ਪੜ੍ਹਦੀ ਹਾਂ। ਪਰ ਮੈਂ ਉੱਥੇ ਵੀ ਇੰਡੀਅਨ ਬਹੁਤ ਸੀ, ਮੈਂ ਇੰਡੀਅਨ ਨੂੰ ਉਹ ਵੀ ਸਟੋਰੀ ਰਿਲੇਟਡ ਸੈਕੰਡ ਮੈਰਿਜ ਦੇ ਵਿੱਚ ਜਾਣ ਵਾਲੀ ਹੈ, ਤੁਸੀਂ ਵੇਖਿਓ ਕਿੰਨੀ ਕਨੈਕਟਡ ਹੁੰਦੀਆਂ ਚੀਜ਼ਾਂ। ਜਿਹੜੀਆਂ ਚੀਜ਼ਾਂ ਇਹ ਜਿਹੜੀਆਂ ਕਨੈਕਟਡ ਮੈਂ ਤੁਹਾਨੂੰ ਤਾਂ ਦੱਸਣ ਡਈ ਹਾਂ ਦੋਸਤੋ, ਇਹ ਚੀਜ਼ਾਂ ਇਸ ਕਰਕੇ ਕਨੈਕਟਡ ਆ ਕਿ ਹਵਾ ਦੇ ਵਿੱਚ ਉਹ ਜਿਹੜੀ ਪਾਵਰ ਆ, ਤੁਹਾਨੂੰ ਪਤਾ ਨਹੀਂ ਆ ਕਿ ਤੁਹਾਡੇ ਨਾਲ ਜੋ ਕੁਛ ਤੁਹਾਡੀ ਜ਼ਿੰਦਗੀ 'ਚ ਹੋਣ ਡਿਆ ਨਾ, ਏਦਾਂ ਲੱਗਦਾ ਇੱਕ ਸੁਪਨਾ ਵਾ। ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਇੱਕ ਸ਼ਾਦੀशुदा ਇੱਕ ਜੌਬ ਕਰਨਾ ਜੇ, ਇੱਕ ਪੜ੍ਹਾਈ ਕਰਨਾ ਜੇ, ਤੁਸੀਂ ਇੰਨੀ ਮਿਹਨਤ ਕਰਨਾ ਜੇ ਆਪਣੇ ਘਰ ਨੂੰ ਵਸਾਉਣ ਲਈ, ਆਪਣੇ ਘਰ ਵਾਲੇ ਦੇ ਨਾਲ ਰਹਿਣ ਲਈ, ਪਰ ਤੁਹਾਨੂੰ ਨਹੀਂ ਪਤਾ ਕਿ ਰੱਬ ਨੇ ਆਲੇ ਦੁਆਲੇ ਤੁਹਾਡੇ ਨਾਲ ਕੀ ਰਚਾਇਆ। ਇਹ ਕਹਾਣੀ ਜਦੋਂ ਮੈਂ ਦੂਜੀ 'ਚ ਸੁਣਾਉਂਗੀ ਤੇ ਤੁਸੀਂ ਵੇਖਿਓ ਬਹੁਤ ਸਾਰੇ ਚਾਨਣੇ ਹੋਣਗੇ। ਤਾਂ ਮੈਂ ਸਿਕਿਉਰਿਟੀ ਦੀ ਇੱਦਾਂ ਜੋਬ ਦੱਸਿਆ ਨਾ, ਅੰਦਰ ਬੈਠ ਜਾਂਦੀ ਹਾਂ ਕੇ ਬਸ ਇੱਕ ਬੈਚ ਨੂੰ ਆਪਣਾ ਕਰਨਾ, ਤੇ ਜਦੋਂ ਮੈਂ ਆਉਣਾ ਤੇ ਲੋਕਾਂ ਨੇ ਅੰਪਲਾਈ ਜਿਹੜੇ ਹੁੰਦੇ ਸੀ, ਕੁੜੀਆਂ ਹੁੰਦੀਆਂ ਹਿੰਦੀਆਂ ਨੂੰ, ਬਸ ਉਹਨਾਂ ਨੇ ਦਿਖਾਉਣਾ ਇੱਦਾਂ ਬੈਚ ਆਪਣਾ ਨਿਕਲ ਜੀ ਜਾਣਾ, ਬੈਚ ਦਿਖਾਉਣਾ, ਬਸ ਮੈਂ ਉਹ ਵੇਖਣਾ। ਮਤਲਬ ਉਹ ਵੀ ਮੈਂ ਤੁਹਾਨੂੰ ਪਤਾ ਕਿੰਨਾ ਕੁ ਵੇਖਦੀ ਹੋਊਗੀ ਨਾ, ਬਸ ਦਿਖਾਉਣਾ ਕਿ ਉਹ ਆਪਣੀਆਂ ਹੀ ਹੁੰਦੀਆਂ ਹਿੰਦੀਆਂ ਹੈ ਨਾ, ਇੱਧਰ ਦੁਕਾਨ ਨਿਕਲੀ ਜਾਣਾ, ਬਸ ਜੇ ਕਾਲ ਟ੍ਰਾਂਸਫਰ ਦੈਟਸ ਇਟ। ਉਹ ਕਰਦੀ ਰਹੀ। ਮੇਰਾ ਕੋਰਸ ਵੀ ਉਹਨੇ ਜਿਹਨੂੰ ਹੋਣਾ ਹੀ ਸੀ ਪੂਰਾ, ਪਰ ਉਹ ਚੱਲਣਾ ਸੀ 8-9 ਮਹੀਨੇ ਜਿਵੇਂ, ਤੇ ਮੈਂ ਲੋਨ ਲਾ ਕੇ ਆਪਣੀ ਕਲਾਸਾਂ ਪੂਰਾ 4 ਵਜੇ ਤੱਕ ਉਹ ਕਰ ਦਿੰਦੀ ਹਾਂ। 4 ਤੋਂ ਮੈਨੂੰ ਜਿਹੜਾ ਰੈਸਟ ਦਾ ਟਾਈਮ ਮਿਲਦਾ ਸੀ ਨਾ, 4 ਤੋਂ ਮੈਨੂੰ ਲੱਗਦਾ 11 ਵਜੇ ਤੱਕ ਦਾ ਹੀ, ਕਿ ਸਕੂਲ ਜਿਵੇਂ 8 ਤੋਂ 4, ਤੇ ਫਿਰ ਮੇਰਾ ਸਕੂਲ ਇਹ ਜਿਹੜਾ ਟਾਈਮ ਸੀ ਉਹ ਮੇਰਾ ਹੁੰਦਾ ਸੀ ਰੈਸਟ ਦਾ, ਤੇ ਉਹ ਤੇ ਮੈਂ ਇਹਨੂੰ ਖਾਣਾ ਬਣਾ ਕੇ ਦਿੰਦੀ ਹਾਂ ਜਾਂ ਕੁਛ ਆ। ਦੋਸਤੋ ਜਿਸ ਤਰ੍ਹਾਂ ਹੁਣ ਮੇਰੀ ਸਿਕਿਉਰਿਟੀ ਜੋਬ ਹੋਈ, ਤੇ ਮੈਂ ਜਿਵੇਂ ਇੱਕ ਦਿਨ ਇਹਦੀ ਕਾਰ ਘਰੇ ਰਹਿ ਗਈ ਹੈ ਨਾ, ਤੇ ਮੈਂ ਕਿਹਾ ਚੱਲ ਸਫਾਈ ਕਰ ਦਿੰਦੀ ਹਾਂ ਹੈ ਨਾ, ਕਿ ਉਦੋਂ ਮੈਨੂੰ ਛੁੱਟੀ ਸੀ, ਸਕੂਲ ਤੋਂ ਛੁੱਟੀ ਸੀ, ਤੇ ਮੈਂ ਕਿਹਾ ਘਰ ਉਹ ਤੋਂ ਵੀ ਛੁੱਟੀ ਸੀ, ਤੇ ਮੈਂ ਨਾ ਕਾਰ ਸਫਾਈ ਕਰਦੀ ਹਾਂ। ਤੇ ਮੈਂ ਜੋ ਕਾਰ ਦੀ ਸਫਾਈ ਕੀਤੀ, ਤੇ ਸਾਰੀ ਕਾਰ ਉਹ ਜਿਹੜੀ ਨੀਲੂ ਹੀ ਨਾ, ਨੀਲੂ ਪਤਾ ਨੀਲੂ ਕਿ ਨੀਲੂ ਹੀ, ਉਹਦੀ ਸਾਰਾ ਸਮਾਨ ਉਹਦਾ ਪਿਆ ਹੋਇਆ ਮੇਰੀ ਕਾਰ 'ਚ। ਮੇਰੀ ਕਾਰ 'ਚ ਨਹੀਂ, ਉਹਦੀ ਕਾਰ ਵਿੱਚ, ਬਲਦੇਵ ਦੀ ਕਾਰ 'ਚ ਸਾਰਾ ਸਮਾਨ ਉਹਦਾ ਪਿਆ ਹੋਇਆ। ਮੈਂ ਕਾਰ ਸਾਰੀ ਸਾਫ਼ ਕਰਕੇ ਐਂਡ ਤੇ ਆ ਕੇ ਉਹਦੇ ਉੱਥੇ ਪਹੁੰਚੀ, ਤੇ ਮੈਂ ਵੇਖਿਆ ਸਾਰਾ ਸਮਾਨ ਉਹਦਾ ਪਿਆ, ਉਹਦੇ ਪੇਪਰ ਵਰਕ, ਉਹਦੇ ਬੈਂਕ, ਉਹਦੀਆਂ ਸਾਰੀਆਂ ਚੀਜ਼ਾਂ। ਹਾਏ ਮੇਰੇ ਰੱਬਾ, ਮੇਰੇ ਤੇ ਜ਼ਮੀਨ ਨਿਕਲ ਗਈ ਪੈਰਾਂ ਤੋਂ। ਮੈਂ ਕਿਹਾ ਇਹ ਕੁੜੀ ਮੇਰੀ ਦੋਸਤ, ਤੇ ਇਹ ਆਦਮੀ ਦੇ ਨਾਲ ਮਤਲਬ ਕਿ ਇਹਨਾਂ ਨੂੰ ਪਤਾ ਇਹਦੇ ਨਾਲ ਉਹਦੇ ਨਾਲ ਬੋਲ ਚਾਲ, ਕੋ ਮੇਰੀ ਸਹੇਲੀ ਆ, ਮੇਰੀ ਸਹੇਲੀ ਦੇ ਥਰੂ ਮੇਰੇ ਹਸਬੈਂਡ ਦੇ ਨਾਲ ਬੋਲ ਚਾਲਿਆ। ਪਰ ਮੈਂ ਕਿਹਾ ਇਹ ਇੱਥੇ ਕੀ ਕਰਨ ਡਈ ਆ। ਤੇ ਜਦੋਂ ਇਹ ਘਰ ਆਇਆ, ਤੇ ਮੈਂ ਉਹ ਸਾਰਾ ਸਮਾਨ ਉੱਤੇ ਮੈਂ ਪੂਰਾ ਲੈ ਕੇ ਇੱਦਾਂ ਖਿਲਾਰਿਆ ਹੋਇਆ, ਤੇ ਮੈਂ ਆਊਟ ਆਫ ਕੰਟਰੋਲ ਹੋਈ ਪਈ। ਮਤਲਬ ਕਿ ਮੈਂ ਆਖਿਆ ਕਿ ਇਹ ਕੀ ਹੋ ਰਿਹਾ ਵਾ। ਮੈਂ ਨਾ ਉਹ ਸਾਰਾ ਸਮਾਨ ਨਾਲ, ਪਰ ਮੇਰੀ ਗਲਤੀ ਇਹ ਹੋ ਗਈ, ਮੈਂ ਉਹਨੂੰ ਕੁੜੀ ਨੂੰ ਫੋਨ ਕੀਤਾ, ਮੈਂ ਕਿਹਾ ਇਹ ਕੀ ਆ। ਮੈਂ ਕਿਹਾ ਮੈਂ ਉੱਥੋਂ ਜੌਬ ਤੋਂ ਲੱਡੀ ਆ, ਤੂੰ ਮੇਰੀ ਦੋਸਤ ਆ, ਪਰ ਇਹ ਕੀ ਚੱਲ ਰਿਹਾ ਹੈਗਾ ਵਾ ਵੀ ਤੇਰਾ ਸਾਰਾ ਸਮਾਨ ਤੇ ਇੱਥੇ ਡੇਰੇ ਲੱਗੇ ਹੋਏ ਆ। ਉਹ ਕਹਿੰਦੀ ਤੈਨੂੰ ਕੀ ਤਕਲੀਫ। ਵੇਖੋ ਉਹੀ ਕੁੜੀ ਜਿਹੜੀ ਰੋਣ ਵਾਲੀ ਸੀ, ਮੈਨੂੰ ਕਹਿੰਦੀ ਤੈਨੂੰ ਕੀ ਤਕਲੀਫ, ਤੂੰ ਉੱਥੇ ਥੋੜਾ ਕੰਮ ਕਰਦੀ ਆ, ਉਹ ਮੇਰੇ ਨਾਲ ਕੰਮ ਕਰਦਾ, ਉਹ ਮੇਰਾ ਦੋਸਤ ਆ। ਮੈਂ ਨਾਲ ਉਹਨੂੰ ਕਹਿਤਾ ਕਿ ਮੈਂ ਤੇਰਾ ਸਮਾਨ ਲੱਗੀ ਭੇਜਣ ਤੇਰੇ ਘਰਦਿਆਂ ਨੂੰ ਪਤਾ ਲੱਗੇ ਕਿ ਤੂੰ ਕੀ ਆ। ਮੈਂ ਮੇਲ ਕਰ ਦਿੱਤਾ। ਉਸ ਤੋਂ ਬਾਅਦ ਤੁਹਾਨੂੰ ਪਤਾ ਉਹ ਘਰ 'ਚ ਕੌਣ ਵਿਚਾਰੀ ਸੱਸਾਂ ਕੀ ਕਰ ਲੈਣਾ ਸੀ ਜਾਂ ਕੀ ਕਰਨਾ ਸੀ ਉਹਨੇ ਵਿਚਾਰੀ ਨੇ, ਤੇ ਬਾਕੀ ਤੇ ਸਾਰਾ ਕੁਛ ਉਹਨੂੰ ਪਤਾ ਹੀ। ਨਾਲ ਮੈਂ ਦੱਸ ਦਿੱਤਾ ਸੀ, ਤੁਹਾਨੂੰ ਪਤਾ ਮੈਂ ਇੰਨੀ ਖਫਾ ਹਾਂ ਕਿ ਮੈਂ ਇੰਨੀ ਜ਼ਿਆਦਾ ਗੁੱਸੇ 'ਚ ਹਾਂ, ਤੇ ਮੈਂ ਸਾਰਾ ਸਮਾਨ ਪਾਇਆ। ਤੇ ਫਿਰ ਮੈਨੂੰ ਇੱਕ ਦਿਨ ਫੋਨ ਆਉਂਦਾ ਵਾ, ਜਿੱਦਣ ਮੈਨੂੰ ਬਲੱਡ ਪ੍ਰੈਸ਼ਰ ਸ਼ੁਰੂ ਹੋਇਆ ਵਾ, ਜਿੱਦਣ ਮੈਨੂੰ ਹੁਣ ਤੱਕ ਮੈਂ ਬਲੱਡ ਪ੍ਰੈਸ਼ਰ ਦੀ ਗੋਲੀ ਖਾਣ ਡਈ ਹਾਂ, ਪਹਿਲਾਂ ਮੈਨੂੰ ਬਲੱਡ ਪ੍ਰੈਸ਼ਰ ਨਹੀਂ ਹੈਗਾ। ਜਦੋਂ ਮੈਂ ਚਲਿਆ, ਤੇ ਜਦੋਂ ਮੈਨੂੰ ਬੜੀ ਮੈਂ ਦੁਖੀ ਹੋਈ, ਮੈਂ ਕਿਹਾ ਮੈਂ ਤੇਰੀ ਦੋਸਤ, ਤੇ ਮੈਂ ਕਿਹਾ ਉਹ ਤੇਰਾ ਦੋਸਤ ਆ, ਮੈਨੂੰ ਕੋਈ ਇਤਰਾਜ਼ ਨਹੀਂ ਆ, ਹੁਣ ਮੈਂ ਨਹੀਂ ਕੰਮ ਕਰਦੀ, ਉਹ ਕੰਮ ਕਰਦਾ, ਪਰ ਇੱਕ ਰਿਲੇਸ਼ਨ ਤੇ ਰੱਖ ਮੇਰੇ ਨਾਲ ਵੀ ਤੇ ਬੋਲਣਾ। ਮੈਂ ਕਿਹਾ ਮੇਰੇ ਨਾਲ ਤੂੰ ਕਿਉਂ ਨਹੀਂ ਬੋਲਦੀ ਹੈ ਨਾ, ਮਤਲਬ ਕਿ ਉਹਦੇ ਨਾਲ ਹੀ ਕਿਉਂ ਤੇਰਾ, ਮਤਲਬ ਕਿ ਉਹਦੇ ਨਾਲ ਇਕੱਲੇ ਨਾਲ ਕਿਉਂ ਬੋਲਣ ਨਹੀਂ ਆਂਦੀ। ਨਹੀਂ ਮਤਲਬ ਕਿ ਤੂੰ ਉੱਥੇ ਕੰਮ ਨਹੀਂ ਕਰਦੀ, ਉਹ ਮੇਰਾ ਕੰਮ ਹੈ, ਉਹ ਮੇਰਾ ਦੋਸਤ ਹੈ। ਸਿੱਧੇ ਲਫ਼ਜ਼ਾਂ ਉਸ ਟਾਈਮ 'ਚ ਕੋਈ ਕਵੇ ਨਾ, ਬੜਾ ਅਜੀਬ ਹੋ ਗਿਆ। ਉਦੋਂ ਮੈਨੂੰ ਪਤਾ ਲੱਗ ਗਿਆ ਵੀ ਓਕੇ, ਇਹਦਾ ਪਤਾ ਕਿ ਇੱਥੇ ਵੀ ਰਿਲੇਸ਼ਨ ਹੈ ਚੱਲ ਰਹੇ ਹੈਗੇ ਆ, ਹੈ ਨਾ। ਇੱਥੇ ਕੁਛ ਸਿਲਸਿਲਾ ਕੰਮ ਨਹੀਂ ਹੁੰਦਾ, ਈਜ਼ੀ ਹੈ ਇੱਥੇ, ਹੈ ਨਾ, ਸਭ ਕੁਛ ਕਰਨਾ।
ਮੈਂ ਉਹਨੂੰ ਕੁੜੀ ਨੂੰ ਕਿਹਾ ਕਿ ਮੈਂ ਤੈਨੂੰ ਭੇਜਦੀ ਆ, ਉਹਨੇ ਬਾਅਦ ਵਿੱਚ ਖਿਆਲ ਰੱਖਿਆ ਹੋਣਾ ਹਨਾ, ਕਦੋਂ ਮੇਲ ਆਉਂਦੀ ਆ ਉਹ ਕੋਈ ਪਹੁੰਚਾ ਨਹੀਂ, ਉਹ ਆਂਦੀ ਤੂੰ ਜੋ ਮਰਜ਼ੀ ਕਰ ਲਾ ਹਨਾ, ਤੇ ਕੁਛ ਨਹੀਂ ਮੈਨੂੰ ਪਰਵਾਹ ਹੈਗੀ ਤੇਰੀ, ਤੇ ਨਾ ਆਂਦੀ ਤੂੰ ਮੈਨੂੰ ਰੋਕ ਨਹੀਂ ਸਕਦੀ ਬੋਲਣਾ, ਮੈਂ ਤਾਂ ਰੋਕਦੀ ਵੀ ਨਹੀਂ ਆ, ਮੈਂ ਬਸ ਇੰਨਾ ਕਹਿੰਦੀ। ਫਿਰ ਮੈਂ ਇੱਕ ਦਿਨ ਆਇਆ, ਫਿਰ ਜਿਵੇਂ ਉਹਨਾਂ ਦਾ ਰਿਲੇਸ਼ਨ ਖੁੱਲਾ ਹੋ ਗਿਆ, ਮਤਲਬ ਕਿ ਫਿਰ ਜਿਵੇਂ ਸਮਝੋ ਇਹ ਵੇਖੋ, ਫਿਰ ਨਾ ਜਿਵੇਂ ਹਿੰਦੂ ਤੇ ਜਿਵੇਂ ਕੋਈ ਪੂਜਾ ਉਹਨੇ ਕਰਾਈ ਹੋਗੀ ਹਨਾ ਆਪਣੇ ਉੱਥੇ, ਤੇ ਫਿਰ ਵੀ ਨਹੀਂ ਮੈਨੂੰ ਸੱਦਿਆ, ਫਿਰ ਵੀ ਇਹਨੂੰ ਸੱਦਿਆ, ਤੇ ਇਹ ਆਪਣੇ ਕੰਮ ਤੋਂ ਬਾਅਦ ਉੱਥੇ ਪੂਜਾ ਤੇ ਸ਼ਾਮ ਨੂੰ ਹਾਜ਼ਰ ਹੋਇਆ, ਮੈਨੂੰ ਫਿਰ ਵੀ ਨਹੀਂ ਕਦੀ ਸੱਦਿਆ, ਮੈਨੂੰ ਬਸ ਉਦੋਂ ਤੱਕ ਹੀ ਸੱਦਿਆ ਜਦੋਂ ਤੱਕ ਉਹ ਆਪਣਾ ਰੋਣ ਡਈ, ਮੈਨੂੰ ਕੁੱਟਣ ਡਿਆ ਆਦਮੀ, ਇੱਦਾਂ ਦੀਆਂ ਸਟੋਰੀਆਂ ਮੈਨੂੰ ਸੁਣਾਉਣ ਡਈ, ਤੇ ਉਸ ਤੋਂ ਬਾਅਦ ਇੱਥੋਂ ਤੱਕ ਹੀ ਰਿਲੇਸ਼ਨ ਮੇਰੇ ਨਾਲ ਰੱਖਿਆ। ਤੇ ਜਿਹੜਾ ਹੋਰ ਕੋਈ ਜਿਹੜੇ ਹਾਸੇ ਵਾਲੇ ਜਾਂ ਚੰਗੇ ਪ੍ਰੋਗਰਾਮ ਹੁੰਦੇ, ਹੈਲਥੀ ਕੋਈ ਚੀਜ਼ ਹੁੰਦੀ ਘਰ ਵਿੱਚ, ਉਹ 'ਚ ਮੈਨੂੰ ਕੋਈ ਇਨਵੋਲਵ ਨਹੀਂ ਉਹ 'ਚ ਇਹਨੂੰ। ਤੇ ਫਿਰ ਇਹਨੇ ਇਹ ਕੰਮ ਤੋਂ ਬਾਅਦ ਗਿਆ, ਤੇ ਮੈਨੂੰ ਕਿਵੇਂ ਪਤਾ ਲੱਗਣਾ ਸੀ ਕਿ ਉਸ ਉਹਦੇ ਪ੍ਰੋਗਰਾਮ ਦੇ ਉੱਤੇ ਗਿਆ ਹੋਏਗਾ ਹਨਾ। ਤੁਸੀਂ ਸੋਚੋ, ਮੈਨੂੰ ਥੋੜਾ ਪਤਾ ਲੱਗਣਾ ਜਿੱਥੇ ਮਰਜ਼ੀ ਕੋਈ ਕੰਮ ਤੇ ਗਿਆ, ਕਿਉਂਕਿ ਮੇਰੀ ਹੁਣ ਕੰਮ ਲੱਗ ਗਿਆ, ਉਹਦਾ ਉੱਥੇ ਦਾ ਉੱਥੇ ਹੀ ਉਹੀ ਐਰੋਮੇਟ 'ਚ ਕੰਮ ਕਰ ਰਿਹਾ ਵਾ, ਤੇ ਮੈਨੂੰ ਹਨਾ ਮੈਨੂੰ ਕੀ ਪਤਾ ਲੱਗਣਾ। ਉਹਦੇ ਮੈਨੂੰ ਕਾਰ, ਮੈਂ ਸਫਾਈ ਕਰਨ ਲੱਗੀ ਹਾਂ ਕਾਰ ਦੀ, ਤੇ ਤਾਂ ਮੈਨੂੰ ਪਤਾ ਲੱਗਾ ਸੀ। ਤੇ ਜਿਹਨੂੰ ਨਾ ਇਹ ਆਇਆ ਘਰ, ਤੇ ਇਹਨੇ ਹੱਥ ਵਿੱਚ ਇੱਕ ਫੜਿਆ ਹੋਇਆ ਗਲਾਸ ਵਿੱਚ ਪਤਾ ਨਹੀਂ ਕੀ ਪ੍ਰਸ਼ਾਦ ਜਿਵੇਂ ਦਾ ਹਨਾ ਹੋ। ਤੁਸੀਂ ਸੋਚੋ, ਫਿਰ ਮੈਨੂੰ ਸਾੜਨ ਲਈ, ਤੇਜ਼ਾਬ ਪਾਉਣ ਲਈ, ਨਹੀਂ ਤੇ ਤੁਸੀਂ ਸੋਚੋ ਚਲੇ ਗਿਆ ਤੂੰ, ਮਤਲਬ ਕਿ ਉਹਨੇ ਜਾਣ ਕੇ ਦਿੱਤਾ, ਉਸ ਔਰਤ ਨੇ ਫਿਰ ਹਨਾ ਦਿੱਤਾ, ਤੇ ਤੁਹਾਨੂੰ ਲੱਗਦਾ ਕਿ ਮੈਂ ਉਹ ਪ੍ਰਸ਼ਾਦ ਜਾਂ ਉਹਦੀਆਂ ਪੂੜੀਆਂ ਛੋਲੇ ਉਹ ਖਾਊਂਗੀ, ਉਹ ਚੀਜ਼ਾਂ ਦਿੱਤੀਆਂ ਜਾਣ ਕੇ, ਉਹਨੂੰ ਨਾਲ ਸੱਦਿਆ। ਬਸ ਬਾਅਦ ਵਿੱਚ ਮੈਂ ਇਹਨੂੰ ਉੱਦਾਂ ਹੀ ਮੈਂ ਇਹਨੂੰ ਕਿਹਾ ਕਿ ਤੂੰ ਨਾ ਆਈ ਇੱਕ ਦਿਨ ਘਰ ਹਨਾ ਮੇਰੇ ਕੋਲ, ਕਿ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦੀ, ਤੂੰ ਪਲੀਜ਼ ਆਈ ਹਨਾ, ਕਿ ਤੂੰ ਮੇਰੀ ਦੋਸਤ ਆ, ਹਾਂ, ਤੇ ਮੈਂ ਤੇਰਾ ਕੀ ਵਿਗਾੜਿਆ ਸੀ ਵੀ ਤੂੰ ਮੇਰੇ ਨਾਲ ਬੋਲ ਛਾਲ ਛੱਡ ਕੇ ਤੇ ਇਹਦੇ ਨਾਲ ਕੀਤਾ, ਤੇ ਇਹਨਾਂ ਕਰ, ਪਰ ਮੇਰੇ ਨਾਲ ਕਿਉਂ। ਉਹ ਆ ਗਈ ਇੱਕ ਦਿਨ, ਤੇ ਮੇਰੇ ਲਈ ਇੱਕ ਆਈਲਾਈਨਰ ਪੈਨਸਲ ਇੱਕ ਸੜੀ ਜੀ ਚੁੱਕੀ ਆਵੇ ਹਨਾ, ਜਿਵੇਂ ਮੈਨੂੰ ਮਰ ਕੇ ਫੁੱਲੀਆਂ ਪਾਉਣ ਲਈ, ਤੇ ਬੈਠੀ। ਉਹ ਗੱਲ ਨਹੀਂ ਬਣੀ, ਮੈਂ ਜਿਵੇਂ ਸੋਚਣ ਨਹੀਂ ਨਾ ਵੀ ਮੈਂ ਫਿਰ ਉਹਨੂੰ ਆਪਣੀ ਦੋਸਤ ਬਣਾ ਲੂੰਗੀ, ਤੇ ਮੈਨੂੰ ਕਹੂੰਗੀ ਵੀ ਮੇਰੇ ਨਾਲ ਮੈਂ ਕਹੂੰਗੀ ਉਹਨੂੰ ਵੀ ਮੇਰੀ ਜ਼ਿੰਦਗੀ ਤੇ ਆਲਰੇਡੀ ਡਾਵਾਡੋਲ ਆ, ਤੇ ਤੂੰ ਪਤਾ ਵਿੱਚੋਂ ਕਿੱਥੋਂ ਆ ਗਈ ਆ, ਮੈਂ ਤਾਂ ਤੇਰੇ ਦੁੱਖ 'ਚ ਦੁੱਖ ਹੋਣ ਡਈ। ਮੈਂ ਉਹਨੂੰ ਇਹ ਨਹੀਂ ਕਿਹਾ, ਉਹ ਆਈ ਬੈਠੀ ਮੈਨੂੰ ਜਾਦੇ ਸੋਫੇ ਤੇ, ਮੈਂ ਵੀ ਬੈਠੀ ਉਹਦੇ ਕੋਲ, ਮੈਨੂੰ ਕਹਿੰਦੀ ਤੁਹਾਡੇ ਗਿਫਟ ਲਗਾਈ। ਫਿਰ ਉਹਦੀ ਕਾਲ ਆਈ, ਤੇ ਜਿਹੜੇ ਫੋਨ ਹੁੰਦੇ ਫਿਰ ਉਹ ਚਲੇ ਗਈ ਇੱਦਾਂ ਕਰਕੇ, ਫਿਰ ਮੈਨੂੰ ਪਤਾ ਹੀ, ਫਿਰ ਮਤਲਬ ਕਿ ਉਹ ਚੀਜ਼ ਨਹੀਂ ਬਣਦੀ ਹਨ। ਫਿਰ ਫੋਨ ਜਿਵੇਂ ਤੁਹਾਨੂੰ ਪਤਾ ਕਿ ਮਤਲਬ ਕਿ ਅੰਦਰ ਵੀ ਹੁੰਦਾ, ਬਾਹਰ ਜਿਵੇਂ ਛੋਟਾ ਜਿਹਾ ਇੱਦਾਂ ਹੁੰਦਾ, ਜਿਹੜੇ ਲੈਂਡਲਾਈਨ ਹੁੰਦੇ, ਤੇ ਅੰਦਰ ਤੇ ਫੋਨ ਆਇਆ। ਉਦੋਂ ਤੱਕ ਮੈਂ ਆਪਣੀ ਮਦਰ ਨੂੰ ਇੱਥੇ ਮਤਲਬ ਕਿ ਉਹ ਜੋਬ 'ਤੇ ਹੀ ਸੀ, ਪਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਆ ਕੇ ਘੁੰਮ ਜਾਓ, ਮੈਂ ਸੱਦ ਚੁੱਕੀ ਹਾਂ ਉਹਨਾਂ ਨੂੰ। ਉਹ ਕੁਛ 1 ਮਹੀਨੇ ਲਈ ਇੱਥੇ ਮੇਰੇ ਕੋਲ ਆਏ ਹੀ ਹੈ ਨਾ ਘੁੰਮਣ ਲਈ ਇੰਡੀਆ ਤੋਂ, ਤੇ ਉਹਨਾਂ ਨੇ ਉਹ ਆਏ, ਤੇ ਉਹ ਵੀ ਬੈਠੇ ਹੋਏ ਸੀ ਉਸ ਨਿੱਕੇ ਜਿਹੇ ਹੈ ਨਾ ਅਪਾਰਟਮੈਂਟ 'ਚ, ਇੱਦਾਂ ਬੈਠੇ ਸੀ ਡਾਈਨਿੰਗ ਟੇਬਲ ਦੇ ਲਾਗੇ ਕੁਰਸੀ 'ਤੇ, ਤੇ ਫੋਨ ਆਇਆ, ਤੇ ਅੰਦਰ ਹੀ, ਤੇ ਇਹਨੇ ਅੰਦਰ ਵੀ ਫੋਨ ਪਿਆ ਹੁੰਦਾ ਸੀ। ਇਹ ਚੀਜ਼ਾਂ ਮੇਰੀਆਂ ਹੀ ਲਾਈਆਂ ਹੋਈਆਂ ਹੁੰਦੀਆਂ ਸੀ, ਉਹ ਕੁਛ ਨਹੀਂ, ਉਹ ਇਹਨਾਂ ਚੀਜ਼ਾਂ ਨਾ ਭਾਂਡੇ ਦਾ ਗਾ ਕੇ, ਨਾ ਕੋਈ ਸੋਫੇ ਦਾ, ਨਾ ਬੈੱਡ ਦਾ, ਨਾ ਬੈੱਡ ਸ਼ੀਟ ਦਾ ਗਾ ਕੇ, ਉਹ ਮਤਲਬ ਕਿ ਉਹ ਸਿਰਫ ਇਹਨੇ ਚੀਜ਼ ਦਾ ਗਾ ਕੇ ਕਿ ਪੈਸੇ ਆਉਣ ਤੇ ਇੰਡੀਆ ਭੇਜਣੇ, ਇਹ ਤੋਂ ਜ਼ਿਆਦਾ ਨਹੀਂ। ਉਹ ਚੀਜ਼ਾਂ ਮੇਰੀਆਂ ਹੀ ਸਜਾਈਆਂ ਹੋਈਆਂ, ਮੇਰੀਆਂ ਹੀ ਲਾਈਆਂ ਹੋਈਆਂ, 2 ਫੋਨ ਘਰ ਵਿੱਚ, ਸਾਰਾ ਕੁਛ। ਤੁਹਾਨੂੰ ਪਤਾ ਜਦੋਂ ਤੁਸੀਂ ਕਮਾਈ ਕਰਨ ਲੱਗ ਪੈਂਦੇ ਨੇ ਨਾ, ਉਦੋਂ ਤੁਹਾਡੇ 'ਚ ਪਾਵਰ ਆ ਜਾਂਦੀ, ਪਾਵਰ ਹੋ ਜਾਂਦੇ। ਔਰਤ ਜਿਹੜੀ ਆ ਉਹ ਮਤਲਬ ਕਿ ਉਹਨੂੰ ਪੈਸਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ, ਕਿ ਇਨਸਾਨ ਸੋਚਦਾ ਮੈਂ ਕੁਛ ਕਰ ਸਕਦਾ, ਤਾਂ ਉਹਨੂੰ ਉਨੀ ਕੁ ਆਜ਼ਾਦੀ ਕਾਫੀ ਮਿਲ ਚੁੱਕੀ ਹੁੰਦੀ ਆ। ਤੇ ਮੈਂ ਸਭ ਚੀਜ਼ਾਂ ਲੈ ਜਾਂਦੇ ਆ, ਤੇ ਉਹ ਫੋਨ ਆਇਆ ਉਹਦਾ, ਉਹ ਵੇਖੋ ਔਰਤ ਦਾ ਮੇਰੇ ਘਰ ਫੋਨ ਆਉਣ ਡਿਆ, ਤੇ ਇਹਨੇ ਫੜਿਆ, ਤੇ ਇਹਨੇ ਫੜਿਆ ਜਾਂ ਨਹੀਂ ਫੜਿਆ, ਜਿਵੇਂ ਹੁਣ ਮੇਰਾ ਘਰ ਆ, ਮੈਂ ਉਸ ਘਰ ਵਿੱਚ ਰਹਿੰਦੀ ਆ, ਮੈਂ ਮਾਲਕ ਹੈਗੀ ਆ, ਅਪਾਰਟਮੈਂਟ ਹੀ ਆ, ਤੇ ਮੈਂ ਫੋਨ ਫੜੂੰਗੀ ਨਾ, ਕੋਈ ਆਇਆ ਮੈਂ ਫੋਨ ਫੜਿਆ, ਤੇ ਇਹਨੇ ਫੜਿਆ, ਤੇ ਇਹਨੂੰ ਇਹ ਨਹੀਂ ਪਤਾ ਕਿ ਮੈਂ ਵੀ ਫੜਿਆ ਵਾ। ਮੈਂ ਤੇ ਹੈਲੋ ਕਿਤੇ ਸੁਣਿਆ ਵੀ ਨਹੀਂ, ਹਾਂਜੀ ਤੁਸੀਂ ਨਾ ਆਹ ਕਰ ਦਿਓ, ਅੱਜ ਆਹ ਕਰ ਦਿਓ, ਕੁੜੀ ਉਹਨੂੰ ਕਰਨ ਡਈ ਆ। ਤੇ ਮੈਂ ਉੱਥੇ ਹੀ ਚੀਕਾਂ ਫੇਰ ਮਾਰਨ ਲੱਗ ਪਈ, ਤੇ ਮੇਰੀ ਮੰਮੀ ਕਿਹਾ ਤੈਨੂੰ ਕੀ ਹੋਇਆ ਹਨਾ। ਉਸ ਦਿਨ ਦੋਸਤੋ ਮੈਂ ਬਲੱਡ ਪ੍ਰੈਸ਼ਰ ਉਸ ਤੋਂ ਬਾਅਦ ਅੱਜ ਤੱਕ ਨਹੀਂ ਥੱਲੇ ਆਇਆ। ਮਗਰ ਮੈਂ ਇੰਨੀ ਚੀਕਾਂ ਮਾਰੀਆਂ ਕਿ ਮੇਰਾ ਜੀ ਕਰੇਗਾ ਛੱਤ ਡਾਦਾ ਬਹੁਤ। ਮੈਂ ਕੀ ਹੋਣ ਡਿਆ, ਕੀ ਕਰਨੀ। ਤੇ ਮੇਰੀ ਮੰਮੀ ਨੇ ਕਿਹਾ, ਤੇ ਵੀ ਮੰਮੀ ਨੂੰ ਵੀ ਪਤਾ ਸੀ, ਜੋ ਸੱਚ ਮੈਨੂੰ ਚੇਤਾ ਦੱਸਣਾ ਸੀ ਤੁਹਾਨੂੰ, ਜੋ ਮੇਰੀ ਮੰਮੀ ਵੀ ਆਈ, ਤੇ ਉਹਨੂੰ ਮੈਂ ਸੱਦਿਆ ਸੀ, ਤੇ ਮਤਲਬ ਕਿ ਉਹਨੂੰ ਖਾਣਾ ਕੀਤਾ, ਸਮੋਸੇ ਸਾਰਾ ਕੁਛ ਮੈਂ ਬਣਾ ਕੇ ਰੱਖਿਆ ਹੈ ਨਾ, ਮਿਲਾਇਆ ਸਾਰਾ ਕੁਛ ਮਤਲਬ ਕਿ ਕਰਦੀ ਹਾਂ।
ਤੇ ਮਤਲਬ ਕਿ ਫੈਮਿਲੀ ਤੱਕ ਵੀ ਮੈਂ ਉਹਨੂੰ ਕਰਨ ਡਈ ਹਾਂ। ਜਦੋਂ ਉਹ ਨਾ ਕੀ ਹੋਇਆ, ਫੋਨ ਨਾ ਮੇਰੀ ਮੰਮੀ ਨੇ ਫੜਿਆ ਮੇਰੇ ਹੱਥ 'ਚ। ਮੰਮੀ ਕਹਿੰਦੇ ਤੂੰ ਕੀ ਕਰਨ ਡਈ ਆ? ਤੇ ਮੰਮੀ ਨੇ ਵੇਖਿਆ ਮੇਰੇ ਡੇਲੇ ਜਿਹੜੇ ਲਾਲ ਹੋਏ ਤੇ ਇੱਦਾਂ ਬਾਹਰ ਨਿਕਲਣ ਨੂੰ ਫਿਰਦੇ। ਮੈਂ ਕਿਹਾ ਇੱਦਾਂ ਹੋ ਗਿਆ। ਤੇ ਮੰਮੀ ਨੇ ਕਿਹਾ ਨੀਲੂ ਤੂੰ ਨਾ, ਮੰਮੀ ਨੇ ਮੇਰਾ ਥੋੜ੍ਹਾ, ਮੰਮੀ ਨੇ ਕਿਹਾ ਨੀਲੂ ਤੂੰ ਨਾ ਫੋਨ ਬੰਦ ਕਰ ਦੇ ਹੁਣ, ਤੇ ਇਹਨੂੰ ਪਤਾ ਕੀ ਹੋਈ ਜਾਣ ਡਿਆ, ਤੇ ਤੂੰ ਫਿਰ ਫੋਨ ਫਿਰ ਕਰ ਲਈ ਹੈ ਨਾ, ਹੁਣ ਬੰਦ ਕਰ ਦੇ। ਉਹ ਦੋਵੇਂ ਆਪਸ ਵਿੱਚ ਲੱਗੇ ਹੋਏ, ਫਿਰ ਵੀ ਲੱਗੇ, ਉਹ ਫਿਰ ਨਹੀਂ ਹਟੀ ਢੀਠ। ਮੰਮੀ ਨੇ ਕਿਹਾ ਫੋਨ ਬੰਦ ਕਰ ਦੇ ਹੁਣ, ਤੇ ਮਤਲਬ ਕਿ ਉਹਨੇ ਬਹੁਤ ਕਰਨ ਡਈ ਆ, ਤੇ ਤੂੰ ਹੁਣ ਫੋਨ ਬੰਦ ਕਰ ਦੇ। ਉਹ ਆਰਾਮ ਨਾਲ ਆਪਣੇ ਲੱਗੇ ਰਹੇ। ਆ ਜੇ ਇਹ ਸੀ ਸਟੋਰੀ ਉਸ ਕੁੜੀ ਦੀ ਜਿਹਨੇ ਮੈਨੂੰ ਆ ਕੇ ਦੁੱਖ ਦੱਸਿਆ, ਤੇ ਮੇਰੇ ਹੀ ਇੱਦਾਂ ਮੈਂ ਕਿ ਮੇਰੇ ਨਾਲ ਹੀ ਮਤਲਬ ਕਿ ਗੇਮ ਕਰਨ ਲੱਗ ਪਈ। ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਸਕੂਲ ਜਾਂਦੀ ਹਾਂ, ਸਿਕਿਉਰਿਟੀ ਦੀ ਜੋਬ ਕਰਦੀ ਹਾਂ, ਰਾਤ ਨੂੰ ਤੁਰ ਪੈਂਦੀ ਹਾਂ 12 ਵਜੇ ਆਪਣਾ ਬੈਗ ਚੁੱਕ ਕੇ, ਕਿਤਾਬਾਂ ਚੁੱਕ ਕੇ ਆਪਣੀ ਸਿਕਿਉਰਿਟੀ ਦੀ ਜੋਬ 'ਤੇ ਹੈ ਨਾ। ਤੇ ਮੈਂ ਵੀ ਉੱਥੇ ਹੱਸਦੀ ਖੇਡਦੀ ਹਾਂ, ਕੋਈ ਗੱਲ ਕਰਦਾ ਪਰ ਮੈਂ ਗੱਲ ਨਹੀਂ ਕਰਦੀ, ਇਹੀ ਮੇਰੀ ਮੁਸ਼ਕਿਲ ਸੀ। ਪਰ ਜੇ ਸਪੋਜ਼ ਕਰੋ ਮੈਂ ਗੱਲ ਕੀਤੀ ਵੀ ਹੁੰਦੀ ਤਾਂ ਉਹ ਗੌਸਪ ਹੁੰਦਾ, ਚੁਗਲੀਆਂ ਹੁੰਦੀਆਂ, ਮੈਂ ਕਿਸੇ ਨਾਲ ਕੀਤੀ ਵੀ ਹੁੰਦੀ ਤਾਂ ਕੋਈ ਫਾਇਦਾ ਥੋੜ੍ਹਾ ਹੁੰਦਾ। ਹੁਣ ਜਿਵੇਂ ਉਹ ਕਰਦੀ ਸੀ ਤਾਂ ਕੋਈ ਫਾਇਦਾ ਥੋੜ੍ਹਾ ਹੈ ਮੇਰੇ ਨਾਲ ਗੱਲ ਕਰਦੀ ਦੁੱਖ, ਉਹ ਤਾਂ ਕੁਛ ਹੋਰ ਹੀ ਆਪਣੀ ਰਾਮਲੀਲਾ ਉੱਥੇ ਮਚਾ ਕੇ ਬੈਠੀ। ਫਿਰ ਇਹ ਬੰਦਾ ਨਾ ਇਹਨੇ ਜਿਵੇਂ ਹੋਰ ਦੁੱਖ ਹੀ ਕਰ ਲਈ, ਕਦੀ ਕੋਈ ਫਿਜੀ ਦੀ ਕੁੜੀ ਹੈ ਨਾ, ਉਹ ਮੈਂ ਇਹਨੂੰ ਰਾਈਡ ਦੇਣ ਲੱਗਾ ਹਾਂ ਹੈ ਨਾ, ਰਾਈਡ ਦੇਣ ਲੱਗਾ ਹਾਂ ਤੇ ਘਰ ਲੈ ਆਉਣੀ, ਉੱਥੇ ਬੈਠੀ ਹੋਣੀ ਤਾਂ TV ਲੱਗਾ ਹੋਣਾ। ਉਸ ਦਿਨ ਮੈਨੂੰ ਯਾਦ ਆ ਸਦਾਮ ਹੁਸੈਨ ਦਾ ਉਦੋਂ ਉਹ ਲੜਾਈ ਲੱਗੀ ਹੋਈ ਸੀ, ਉਸ ਟਾਈਮ 'ਤੇ ਉਹ ਨਿਊਜ਼ ਆਉਣੀ, ਤੇ ਮੈਨੂੰ ਅੱਜ ਤੱਕ ਉਹ ਯਾਦ, ਫਿਜੀ ਦੀ ਕੁੜੀ ਉਹਨੂੰ ਆਂਦਾ ਮੈਂ ਉਹਨੂੰ ਰਾਈਡ ਦੇਣਾ ਸੀ ਤੇ ਤੂੰ ਚਾਹ ਬਣਾ। ਤੇ ਮਤਲਬ ਮੈਂ ਤੁਹਾਨੂੰ ਦੱਸਾਂ ਕਿ ਮੈਂ ਬੜੀ ਦਿਲ ਵਿੱਚ ਖੁਸ਼ ਹੋਣ ਡਈ ਹਾਂ, ਮੈਂ ਖੁਸ਼ ਨਹੀਂ ਹੋਣ ਡਈ ਹਾਂ। ਮੈਂ ਕਿ ਮੈਂ ਸ਼ਾਇਦ ਖੁਸ਼ ਹੁੰਦੀ ਜੇ ਮੈਂ ਫਿਜ਼ੀਕਲੀ ਇਹਦੇ ਤੋਂ ਸੈਟਿਸਫਾਈਡ ਹੁੰਦੀ, ਮੈਂਟਲੀ ਇਹਦੇ ਤੋਂ ਸੈਟਿਸਫਾਈਡ ਹੁੰਦੀ, ਤੇ ਸ਼ਾਇਦ ਮੈਨੂੰ ਇਹ ਚੀਜ਼ਾਂ ਖੁਸ਼ੀ ਦਿੰਦੀਆਂ ਹੈ ਨਾ। ਕੋਈ ਹੋਰ ਦੋਸਤ ਵੀ ਇਹਦੇ ਆਉਂਦੇ ਆ ਤੇ ਮਤਲਬ ਕਿ ਮੈਨੂੰ ਇਹ ਚੀਜ਼ਾਂ ਖੁਸ਼ੀ ਦਿੰਦੀਆਂ, ਮੈਨੂੰ ਇਹ ਖੁਸ਼ੀ ਨਹੀਂ ਦਿੰਦੀਆਂ ਸੀ। ਮੈਂ ਝੂਠ ਬੋਲਾਂ ਕਿ ਉਸ ਕੁੜੀ ਨਾਲ ਨੀਰੂ ਨਾਲ ਬੋਲਣਾ, ਉਹ ਫਿਜੀ ਦੀ ਕੁੜੀ ਘਰ ਲੈ ਕੇ ਇਹਨੇ, ਤੇ ਉਹ ਮੈਂ ਇਹਨੂੰ ਰਾਈਡ ਦੇਣੀ ਤੇ ਚੱਲ ਚਾਹ ਬਣਾ, ਤੇ ਫਿਰ ਜਾਂ ਇਹਨੇ ਆਪ ਹੀ ਬਣਾ ਕੇ ਰੱਖ ਦੇਣੀ। ਇਹਨੂੰ ਤਾਂ ਪਤਾ ਹੀ ਨਾ ਵੀ ਮੈਂ ਕੀ ਕਰੂੰਗੀ, ਮਤਲਬ ਮੈਂ ਚੁੱਪ ਕਰਨਾ, ਪਰ ਮੈਂ ਵਿੱਚੋਂ ਅੰਦਰੋਂ ਜਲਨ ਬਣੇ, ਮੈਨੂੰ ਯਾਦ ਹੈ ਤੋਂ ਮੂੰਹ ਅੱਡ ਕੇ ਬੈਠੀ। ਫਿਰ ਇਹਨੇ ਉਹਨੂੰ ਉਹਦੇ ਘਰ ਤੱਕ ਛੱਡਣ ਜਾਣਾ। ਇਹ ਚੀਜ਼ਾਂ ਇਹਨੇ ਸ਼ੁਰੂਆਤ ਕੀਤੀ ਇਸ ਤਰ੍ਹਾਂ ਦੀਆਂ। ਫਿਰ ਮੇਰਾ ਕੋਰਸ ਵੀ ਕੰਪਲੀਟ ਦੇ ਲਾਗੇ ਹੋ ਰਿਹਾ ਸੀ ਹੈ ਨਾ। ਮੈਂ ਤੁਹਾਨੂੰ ਅੱਗੋਂ ਸੁਣਾਉਂਦੀ ਹਾਂ, ਫਿਰ ਮੈਨੂੰ ਯਾਦ ਕਰਨਾ ਪੈਣਾ ਸਾਰੀਆਂ ਚੀਜ਼ਾਂ, ਕਿੱਦਾਂ ਮੈਂ ਸੋਚਣੀਆਂ ਪੈਣੀਆਂ ਕਿ ਉਸ ਤੋਂ ਬਾਅਦ ਮੇਰਾ ਮੈਂ ਤਾਂ ਜਿਵੇਂ ਤੁਹਾਨੂੰ ਮੈਂ ਨੀਲੂ ਦੱਸੀ ਕਿ ਉਹ ਮੇਰੀ ਜ਼ਿੰਦਗੀ ਵਿੱਚ ਇੱਦਾਂ ਆਈ ਕਾਲ ਬਣ ਕੇ। ਫਿਰ ਹੈ ਨਾ, ਫਿਰ ਇਹਨੇ ਸੱਚ ਮੈਂ ਤੁਹਾਨੂੰ ਅੱਗੋਂ ਸੁਣਾਉਂਦੀ ਹਾਂ। ਥੈਂਕ ਯੂ।